people used to believe that ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ ਲਾਈਫ ਦੀਆਂ ਇਹ ਪ੍ਰਮਾਤਮਾ ਤੋਂ ਦੂਰ ਕਰਦੀਆਂ ਹਨ, you know, which to some extent if those things become ਹਾਵੀ ਹੋ ਜਾਣ, ਅਗਰ ਜ਼ਿਆਦਾ ਹੁਣ ਸਾਰਾ ਬੰਦਾ ਫੋਕਸ ਆਪਣੇ ਖਾਣੇ ਤੇ ਕਰ ਲੇ ਜਾਂ ਘਰ ਤੇ ਕਰ ਲੇ ਜਾਂ ਜੌਬ ਤੇ ਕਰ ਲੇ ਜਾਂ ਮਾਪਿਓ ਤੇ ਕਰ ਲੇ ਜਾਂ ਵਾਈਫ ਤੇ ਕਰ ਲੇ ਜਾਂ ਹਸਬੈਂਡ ਤੇ ਕਰ ਲੇ ਤੇ ਫਿਰ ਆਬਵੀਅਸਲੀ ਪ੍ਰਮਾਤਮਾ ਦੂਰ ਹੋ ਜਾਏਗਾ। ਲੇਕਿਨ ਇਹ ਚੀਜ਼ ਦੱਸਣ ਵਾਸਤੇ ਇਸ ਅਸ਼ਟਪਦੀ ਵਿੱਚ ਮਹਾਰਾਜ ਨੇ ਉਹ ਚੀਜ਼ਾਂ ਗਿਣਾਈਆਂ ਹਨ ਜੋ ਤੁਸੀਂ ਰੋਜ਼ਮर्रा ਜ਼ਿੰਦਗੀ ਵਿੱਚ ਯੂਜ਼ ਕਰਦੇ ਹੋ, ਜਿਹੜੀਆਂ ਹਨ ਜੀ। ਘਰ ਵਿੱਚ ਰਹਿੰਦੇ ਹੋ, ਪਰਿਵਾਰ 'ਚ ਰਹਿੰਦੇ ਹੋ, ਖਾਣਾ ਖਾਂਦੇ ਹੋ, ਕੱਪੜੇ ਪਹਿਨਦੇ ਹੋ, ਸੁਗੰਧੀਆਂ ਲਾਉਂਦੇ ਹੋ, ਯੂ نو ਘਰ ਦੇ ਪਰਿਵਾਰ ਦੇ ਨਾਲ ਸੁਖੀ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਉਹਨੂੰ ਵਰਤਦੇ ਹੋ। ਇਹ ਚੀਜ਼ਾਂ ਜਿਹੜੀਆਂ ਹਨ ਇਹ ਉਹਦੀਆਂ ਦਿੱਤੀਆਂ ਹੋਈਆਂ ਹਨ ਸਾਰੀਆਂ, ਹਾਂਜੀ। ਇਹ ਉਹਦੀ ਕਿਰਪਾ ਨਾਲ ਹਨ ਸਾਰੀਆਂ ਚੀਜ਼ਾਂ। ਸੋ ਉਹਦੀ ਕਿਰਪਾ ਨਾਲ ਹੋਣ ਦੇ ਕਾਰਨ ਇਹਦਾ ਨਹੀਂ ਕਿ ਇਹ ਚੀਜ਼ਾਂ ਮਾੜੀਆਂ ਹਨ ਜਾਂ ਇਹ ਚੀਜ਼ਾਂ ਨਹੀਂ ਕਰਨੀਆਂ। ਮਾੜੀਆਂ ਤਾਂ ਹਨ ਜੇ ਉਹ ਚੀਜ਼ਾਂ ਵਿੱਚ ਹੀ ਬੰਦਾ ਉਲਝ ਜਾਏ ਤੇ ਜਿਸਨੇ ਦਿੱਤੀਆਂ ਉਹਨੂੰ ਭੁੱਲ ਜਾਏ, ਉਹ ਕੰਮ ਖਰਾਬ ਹੈ ਬੜਾ। ਤੇ ਪੂਰੀ ਅਸ਼ਟਪਦੀ ਜਿਹੜੀ ਹੈ ਉਸ ਗੱਲ ਤੇ ਫੋਕਸ ਹੈ ਕਿ ਉਹ ਦੇਣ ਵਾਲਾ ਹੈ, ਸਭ ਕੁਝ ਕਰਨ ਕਰਾਉਣ ਵਾਲਾ ਹੈ। ਤੁਹਾਡੀ ਜ਼ਿੰਦਗੀ ਵਿੱਚ ਉਸਨੇ ਹੀ ਤੁਹਾਨੂੰ ਰਿਸ਼ਤੇਦਾਰ ਤਵੇਂ ਬਣਾਉਣੇ ਹਨ, ਉਸਨੇ ਹੀ ਘਰ ਦੇਣੇ ਹਨ, ਉਸਨੇ ਹੀ ਪੈਸੇ ਦੇਣੇ ਹਨ, ਉਸਨੇ ਹੀ ਸਭ ਕੁਝ ਤੁਹਾਡਾ ਕੰਮ ਸਵਾਰਨਾ ਹੈ। ਹਰ ਚੀਜ਼ ਉਸਨੇ ਦਿੱਤੀ ਹੋਈ ਹੈ ਤੇ ਉਹਦੀ ਦਾਤ ਵਿੱਚੋਂ ਉਹ ਜਿਹੜੀਆਂ ਦਾਤਾਂ ਦਿੰਦਾ ਹੈ, ਉਹਦੀ ਦਾਤ ਵਿੱਚੋਂ ਉਸ ਪਿਆਰੇ ਨੂੰ ਯਾਦ ਕੀਤਾ ਜਾਏ, ਹਾਂਜੀ। ਉਸ ਦਾਤ ਵਿੱਚੋਂ ਉਸ ਦਾਤੇ ਦੀ ਜਿਹੜੀ ਨਜ਼ਰ ਜਿਹੜੀ ਹੈ, ਦਾਤੇ ਦੀ ਜਿਹੜਾ ਸਿਮਰਨ ਜਿਹੜਾ ਹੈ, ਦਾਤੇ ਦੀ ਯਾਦ ਤੁਹਾਡੇ ਦਿਲ ਵਿੱਚ every time that you look at things around, you know, and you should remember. So every time you look at your house, you remember him कि शुक्र है तेरा तू देते हैं। लेख लोग कितने लोग homeless हैं, कितने लोग पुल्लां दे थल्ले रहंदे हैं। I don't know about other places but LA has a big homeless problem, you know. I mean कितने लोगों दे सिर ते छतर नहीं है, सिर ते घर नहीं है, है ना। कईयां दे ਇਹ ਪ੍ਰਮਾਤਮਾ ਸ਼ੁਕਰ ਹੈ ਤੇਰਾ ਤੂੰ ਖਾਣ ਵਾਸਤੇ ਦਿੱਤਾ ਹੈ, ਫ੍ਰਿਜ ਭਰੇ ਹੋਏ ਹਨ। ਕਈਆਂ ਦੇ ਦੋ ਸਾਡੇ ਘਰ ਦੋ ਫ੍ਰਿਜ ਅੰਦਰ ਵੀ ਅੰਦਰ ਬਾਹਰ ਵੀ ਦੋਨੋਂ ਰੱਖਣ ਦੀ ਜਗ੍ਹਾ ਨਹੀਂ ਹੈ ਅੰਦਰ ਸਮਾਨ, ਹਾਂਜੀ। ਤੇ ਕਈ ਉਹ ਹਨ ਜਿਨ੍ਹਾਂ ਨੂੰ ਤੂੰ ਨਹੀਂ ਦਿੱਤੇ ਖਾਣ ਨੂੰ। ਇਹ ਪ੍ਰਮਾਤਮਾ ਤੇਰਾ ਕਰੋੜਾਂ ਵਾਰ ਸ਼ੁਕਰ ਹੈ ਤੇਰਾ, ਹਾਂਜੀ। ਤੇ ਇਹ ਪੂਰੀ ਅਸ਼ਟਪਦੀ ਦੇ ਵਿੱਚ ਪੂਰੀ ਅਸ਼ਟਪਦੀ ਤੁਸੀਂ ਨੋਟਿਸ ਕਰੋਗੇ ਕਿ ਪੂਰੀ ਅਸ਼ਟਪਦੀ ਦੇ ਵਿੱਚ ਉਹਦੀਆਂ ਜਿਹੜੀਆਂ ਦਾਤਾਂ ਦਿੱਤੀਆਂ ਹੋਈਆਂ ਹਨ ਉਹਦੀ ਲਿਸਟ ਬਣਾ ਕੇ ਗੋਬਿੰਦ ਮਹਾਰਾਜ ਯਾਦ ਕਰਾਉਂਦੇ ਹਨ ਸਾਨੂੰ ਇਸ ਗੱਲ ਨੂੰ ਕਿ ਇਹ ਦਾਤਾਂ ਵਿੱਚ ਕੋਈ ਖਰਾਬੀ ਨਹੀਂ ਹੈ। ਦਾਤ ਉਸਨੇ ਦੇਣੀ ਹੈ, ਦਾਤ ਵਿੱਚ ਕੋਈ ਮਾੜੀ ਗੱਲ ਨਹੀਂ। ਘਰ ਵੱਡੇ ਹੋ ਜਾਣੇ, ਪੜ੍ਹਾਈ ਜ਼ਿਆਦਾ ਲਿਖਾਈ ਕਰ ਲੈਣੀ, ਪੈਸੇ ਕਮਾ ਲੈਣੇ, ਪਰਿਵਾਰ ਸੁਖੀ ਹੋ ਜਾਣਾ, ਸੁਗੰਧਿਤ ਲਗਾ ਲੈਣਾ, ਤਨ ਤੇ ਅੱਛੇ ਕੱਪੜੇ ਪਹਿਨ ਲੈਣੇ, ਇਹ ਕੋਈ ਮਾੜੀ ਗੱਲ ਨਹੀਂ। ਇਹਦੇ ਚ ਕੋਈ ਗਿਲਟੀ ਨਹੀਂ ਕਿਸੇ ਨੂੰ ਫੀਲ ਕਰਨੀ ਚਾਹੀਦੀ। ਇਹਦੇ ਚ ਕੋਈ, ਹਾਂਜੀ, ਵਿਆਹ ਸ਼ਾਦੀਆਂ ਕਰ ਲੈਣੀਆਂ, ਉਹਦੀ ਖੁਸ਼ੀ ਮਨਾਉਣੀਆਂ, ਇਹਦੇ ਕੋਈ ਗਿਲਟੀ ਫੀਲਿੰਗ ਨਹੀਂ ਹੈ। ਗਿਲਟੀ ਤਾਂ ਹੈ ਜੇ ਉਹਨਾਂ ਚੀਜ਼ਾਂ ਦੇ ਵਿੱਚ ਹੀ ਬੰਦਾ ਰੁੱਝ ਜਾਏ, ਉਹਨਾਂ ਚੀਜ਼ਾਂ ਨੂੰ ਦੇਖ ਕੇ ਦੇਣ ਵਾਲਾ ਭੁੱਲ ਜਾਏ। ਜਦੋਂ ਉਹ ਸਟੇਜ ਆ ਜਾਵੇ ਜਾਂ ਉਹ ਆ ਜਾਵੇ ਕਿ ਸਿਰਫ ਚੀਜ਼ਾਂ ਹੀ ਨਜ਼ਰ ਆਉਣ ਤੇ ਚੀਜ਼ਾਂ ਦੇਣ ਵਾਲਾ ਜਿਹੜਾ ਹੈ ਜਾਂ ਜਿਹੜਾ ਦਾਤਾ ਪ੍ਰੋਵਾਈਡ ਕਰਨ ਵਾਲਾ ਜਿਹੜਾ ਹੈ ਉਹ ਪ੍ਰਮਾਤਮਾ ਭੁੱਲ ਜਾਏ ਜਦੋਂ, ਫਿਰ ਉਹ ਚੀਜ਼ਾਂ ਦਾ ਸੁੱਖ ਬੰਦਾ ਮਾਣ ਨਹੀਂ ਸਕਦਾ ਕਿਉਂਕਿ ਉਹਦੇ ਵਿੱਚੋਂ ਉਹਦੀ ਰੋਹ ਚਲੀ ਜਾਂਦੀ ਹੈ। ਇਹ ਗੱਲ ਬਹੁਤ ਇੰਪੋਰਟੈਂਟ ਹੈ ਅੰਡਰਸਟੈਂਡ ਕਰਨ ਵਾਲੀ before we embark on this ਅਸ਼ਟਪਦੀ though and try to understand that। ਇਸੀ ਵਾਸਤੇ ਤੁਸੀਂ ਦੇਖੋਗੇ ਕਿ ਨੋਟਿਸ ਕਰੋਗੇ ਜਿਹੜਾ ਇਸ ਅਸ਼ਟਪਦੀ ਦਾ ਜਿਹੜਾ ਸ਼ਲੋਕ ਜਿਹੜਾ ਹੈ ਉਸ ਸ਼ਲੋਕ ਵਿੱਚ ਅਰਦਾਸ ਕਰਦੇ ਹਨ ਪ੍ਰਮਾਤਮਾ ਅੱਗੇ, हे ਮੇਰੇ ਗੁਰੂ, हे ਮੇਰੇ ਗੁਰਦੇਵ ਜੀ, ਤੇਰੀ ਸ਼ਰਨ ਆਇਆ ਹਾਂ, ਮੇਰੇ ਤੇ ਕਿਰਪਾ ਕਰੋ, ਮੇਰੇ ਅੰਦਰੋਂ ਸਾਰੀ ਨੈਗੇਟਿਵਿਟੀ ਕੱਢ ਲਓ ਤੁਸੀਂ, ਮੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕੱਢ ਲਵੋ ਤੁਸੀਂ। ਜੇ ਕੱਢੋਗੇ ਅੰਦਰੋਂ, ਜੇ ਮੇਰੇ ਤੇ ਕਿਰਪਾ ਕਰੋਗੇ हे ਮੇਰੇ ਦਾਤਾ, ਫਿਰ ਤੁਹਾਡੀ ਦਾਤਾਂ ਵਿੱਚੋਂ ਤੁਸੀਂ ਨਜ਼ਰ ਆਣੇ ਸ਼ੁਰੂ ਹੋ ਜਾਓਗੇ। ਤੁਸੀਂ ਮੇਰੇ ਤੇ ਕਿਰਪਾ ਕਰੋਗੇ, ਤੁਸੀਂ ਮੇਰੇ ਅੰਦਰੋਂ ਨੈਗੇਟਿਵਿਟੀ ਕੱਢੋਗੇ ਜਦੋਂ, ਤੇ ਉਹ ਨੈਗੇਟਿਵਿਟੀ ਕੱਢਣ ਦੇ ਨਾਲ ਜਾਂ ਰਿਡਿਊਸ ਹੋਣ ਦੇ ਨਾਲ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਤੁਸੀਂ ਦਰਸ਼ਨ ਦਿਓਗੇ, ਤੁਹਾਡੇ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਤੁਸੀਂ ਪ੍ਰਗਟ ਹੋਵੋਗੇ। ਇਹ ਜਿਹੜੀ ਫਿਲਾਸਫੀ ਹੈ ਗੁਰੂ ਨਾਨਕ ਦੇਵ ਜੀ ਦੀ, ਇਹ ਫਿਲਾਸਫੀ ਇਸ ਗੁਰੂ ਘਰ ਦੀ ਫਿਲਾਸਫੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਬੜੇ ਸੁੰਦਰ ਤਰੀਕੇ ਨਾਲ ਨਿਰੂਪਣ ਕੀਤਾ ਹੈ ਇਸ ਅਸ਼ਟਪਦੀ ਵਿੱਚ। ਤੇ ਨਹੀਂ ਤੇ ਪਹਿਲੇ ਟਾਈਮ ਕੀ ਹੁੰਦਾ ਸੀ, ਪਹਿਲੇ ਟਾਈਮ ਸੋਚਦੇ ਸਨ ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ ਇਹਨਾਂ ਚੀਜ਼ਾਂ ਨੂੰ ਛੋੜ ਦੇਣਾ ਹੈ, ਸਾਰਿਆਂ ਨੂੰ ਘਰ-ਬਾਰ ਛੋੜ ਦੇਣੇ ਹਨ, ਤਨ ਤੇ ਸੁਗੰਧੀ ਨਹੀਂ ਲਗਾਣੀ, ਕੱਪੜੇ ਅੱਛੇ ਨਹੀਂ ਪਹਿਨਣੇ, ਹਾਂਜੀ, ਘਰ-ਬਾਰ ਛੋੜ ਦੇਣਾ ਹੈ, ਕੋਈ ਸੁਖ ਬੰਧਨ ਨਹੀਂ ਚਾਹੀਦੇ ਸਾਨੂੰ, ਕੋਈ ਖਾਣਾ ਵਾਣਾ ਨਹੀਂ ਚਾਹੀਦਾ, ਜੋ ਭਿੱਖਿਆ ਮੰਗੋ ਜਾ ਕੇ ਘਰਾਂ ਦੇ ਅੱਗੋਂ
ਜੋ ਤੁਹਾਨੂੰ ਦਾਨ ਦੇ ਦੇਣ ਉਹ ਤੁਸੀਂ ਖਾਓ। ਇਹ ਫਿਲਾਸਫੀ ਨੂੰ ਬਿਲਕੁਲ ਟਰੈਸ਼ ਕੀਤਾ ਹੈ ਗੁਰੂ ਨਾਨਕ ਦੇਵ ਦੀ ਫਿਲਾਸਫੀ ਨੇ ਇਸ ਗੱਲ ਨੂੰ। ਔਰ ਇਹ ਗੱਲ ਸਮਝਾਈ ਹੈ ਕਿ ਇਹ ਉਸ ਪ੍ਰਭੂ ਦੀਆਂ ਦਾਤਾਂ ਹਨ, ਉਸ ਦਾਤੇ ਵਿੱਚੋਂ ਉਸ ਪ੍ਰਮਾਤਮਾ ਨੂੰ ਯਾਦ ਕਰੋ ਤੇ ਯਾਦ ਕਰਕੇ ਉਹਦੇ ਵਿੱਚੋਂ ਉਹਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰੋ। ਦਾਤਾਂ ਵਿੱਚ ਕੋਈ ਮਾੜ ਨਹੀਂ ਹੈ, ਉਹਦੀਆਂ ਦਿੱਤੀਆਂ ਚੀਜ਼ਾਂ ਹਨ ਸਾਰੀਆਂ, ਮਾਣ ਕਰੋ ਇਹਨਾਂ ਚੀਜ਼ਾਂ ਦਾ, ਇੰਜੋਏ ਕਰੋ। ਇਹ ਚੀਜ਼ਾਂ ਤੁਹਾਨੂੰ ਦਿੱਤੀਆਂ ਗਈਆਂ ਹਨ, ਤੁਸੀਂ ਡਿਜ਼ਰਵ ਕਰਦੇ ਹੋ। ਹਾਂ, ਇਹ ਹੈ ਜਦੋਂ ਮਿਲਣ ਤੁਹਾਨੂੰ ਚੀਜ਼ਾਂ ਤੇ ਫਿਰ ਉਸ ਪ੍ਰਮਾਤਮਾ ਜਿਹੜਾ ਦੇਣ ਵਾਲਾ ਹੈ ਉਸ ਨੂੰ ਭੁਲਾਇਓ ਨਾ। ਹਾਂਜੀ, ਇਹ ਇੱਕ ਫੋਕਸ ਹੈ ਇਸ ਅਸ਼ਪਦੀ ਦਾ, ਸਾਰੀ ਅਸ਼ਪਦੀ ਦਾ ਇਹ ਫੋਕਸ ਹੈ। ਤੇ ਜਿਹੜਾ ਤੁਸੀਂ ਦੇਖੋਗੇ ਅੱਗੇ ਚੱਲੇਗਾ, ਤੁਸੀਂ ਹੋਰ ਇੱਕ ਗੱਲ ਨੋਟਿਸ ਕਰੋਗੇ ਇਸ ਅਸ਼ਪਦੀ ਵਿੱਚ। ਸੁਖਮਨੀ ਸਾਹਿਬ ਦੇ ਵਿੱਚ ਇੱਕ ਕਾਮਨ ਥੀਮ ਹੈ ਵਾਲਾ ਸੁਖਮਨੀ ਸਾਹਿਬ ਵਿੱਚ, ਬਟ ਇਸ ਅਸ਼ਪਦੀ ਵਿੱਚ ਬਹੁਤ ਅਪੈਰੈਂਟ ਹੈ, ਜਿਹੜੀਆਂ ਦੂਸਰੀਆਂ ਅਸ਼ਪਦੀਆਂ ਕਈ ਵਾਰੀ ਨਹੀਂ ਇਤਨਾ ਅਪੈਰੈਂਟ ਹੁੰਦਾ। ਮਹਾਰਾਜ ਪਹਿਲੇ ਗੱਲ ਜਿਹੜੀਆਂ ਕਰਨਗੇ ਤੁਸੀਂ ਦੇਖੋਗੇ, ਨੋਟਿਸ ਕਰੋਗੇ, ਜਿਹੜੀਆਂ ਪਹਿਲੀਆਂ ਗੱਲਾਂ ਆਣਗੀਆਂ ਉਹ ਬਹੁਤ ਸਿੰਪਲ ਜਿਹੜੀਆਂ ਚੀਜ਼ਾਂ ਤੁਸੀਂ ਰਿਲੇਟ ਕਰ ਸਕਦੇ ਹੋ। ਹਾਂਜੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਜੇ ਪ੍ਰਸਾਦ ਸੁਗੰਧਿਤ ਤਨ ਲਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ। ਘਰਾਂ ਦੀ ਗੱਲ ਕਰਨਗੇ, ਤਨ ਦੇ ਉੱਤੇ ਖੁਸ਼ਬੂ ਲਗਾ ਕਰਨਗੇ, ਫੂਡ ਦੇ ਉੱਤੇ ਫੋਕਸ ਹੋਏਗਾ। ਫਿਰ ਜਿਸ ਤਰ੍ਹਾਂ ਅਸ਼ਪਦੀ ਦੀਆਂ ਗਹਿਰਾਈ ਵਧੇਗੀ, ਜਿਸ ਤਰ੍ਹਾਂ ਪੱਦੇ ਅੱਗੇ ਚੱਲਣਗੇ, ਤੁਸੀਂ ਨੋਟਿਸ ਕਰੋਗੇ ਕਿ ਹੁਣ ਉਹ ਖਾਣੇ ਬਾਰੇ ਗੱਲ ਨਹੀਂ ਕਰ ਰਹੇ। ਹਾਂਜੀ, ਹੁਣ ਉਹ ਸੁਗੰਧਿਤ ਤਨ ਲਾਵੇ ਬਾਰੇ ਗੱਲ ਨਹੀਂ ਹੋ ਰਹੀ। ਹੁਣ ਜਿਹੜਾ ਉਹਨਾਂ ਦੀ ਸੁਰਤ ਜਿਹੜੀ ਹੈ ਉੱਚੀ ਹੋ ਜਾਣ ਦੇ ਨਾਲ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਉਹ ਪਦੇ ਲਿਖੇ ਗਏ ਹਨ, ਜਿੱਥੇ ਜਾ ਕੇ ਇਹ ਵੀ ਗੱਲ ਆਏਗੀ, ਜੇ ਪ੍ਰਸਾਦ ਤੂੰ ਪਾਵੇ ਸਾਚ, ਜੇ ਪ੍ਰਸਾਦ ਕਰਨ ਸੁਨੇ ਨਾਦ। ਫਿਰ ਉਹ ਜਿਹੜਾ ਹੁਣ ਕੀਰਤਨ ਦੀਆਂ ਕਲਾਸਾਂ ਜਿਹੜੀਆਂ ਅਟੈਂਡ ਕਰਦੇ ਪਏ ਉਹਨਾਂ ਨੂੰ ਪਤਾ ਲੱਗਦਾ ਕਿ ਨਾਦ ਕੀ ਹੈ। ਜਦੋਂ ਸਾਹ ਲੱਗਦਾ ਹੈ ਤਾਨਪੁਰੇ ਤੇ, ਜਦੋਂ ਸਾਹ ਦੀ ਜਿਹੜੀ ਮੈਡੀਟੇਟਿਵ ਕੁਆਲਿਟੀ ਨੂੰ ਐਕਸਪੀਰੀਅੰਸ ਕਰਦਾ ਹੈ ਜਿਹੜਾ ਆਦਮੀ, ਜਿਹੜੇ ਲੋਕ ਐਕਸਪੀਰੀਅੰਸ ਕਰਦੇ ਹਨ, ਉਸ ਨਾਦ ਵਿੱਚ ਉਹ ਪ੍ਰਮਾਤਮਾ ਦੇ ਸੁਰ ਢੂੰਡ ਲੈਂਦੇ ਹਨ। ਸੋ ਅਗਲੀਆਂ ਗੱਲਾਂ ਹਨ। I just want to notice ਕਰੋਗੇ ਅਗਲੀ, as the each pada goes on, you will notice how it changes from the simplest of things in life to more complex things in life, and to more higher things in life, which only few people seek. Not everybody seeks. So I'm going to take a minute here, break here, and I'm going to take a sip of water while if anybody has, this background was important to, I just don't want to start on the Ashpadi like that. I'll wait for a second to see if anybody has comments before I move on. So, Viji, it reminds me of the ਜਿਹੜੀ ਦੁਨੀ ਚੰਦ ਵਾਲੀ ਕਹਾਣੀ ਹੈ ਗੁਰੂ ਨਾਨਕ ਦੇਵ ਜੀ, ਜਦੋਂ ਉਹਨੂੰ ਕਹਿੰਦੇ, ਜਦੋਂ ਦੇਣ ਲੱਗਦਾ ਦਕਸ਼ਨਾ ਦਿੰਦਾ ਤੇ ਗੁਰੂ ਜੀ ਕਹਿੰਦੇ ਤੂੰ ਮੈਨੂੰ ਬਸ ਇਹੋ ਮੈਂ ਹੀ ਦੇ ਦੇ, ਮੈਨੂੰ ਤੇਰੀ ਹੋਰ ਕੋਈ ਚੀਜ਼ ਨਹੀਂ ਚਾਹੀਦੀ। Thank you. So this is, I guess, basically renunciation is ਕਿ ਤੁਸੀਂ ਆਪਣੀ ਹਉਮੈ ਨੂੰ ਖਤਮ ਕਰੋ। ਬਿਲਕੁਲ, ਇਹ ਮੰਨੋ ਕਿ ਵੀ ਸਾਰਾ ਕੁਝ ਉਸ ਦੀ ਦੇਣ ਹੈ। ਇਹ ਹੁਣ ਇਹ ਜਿਹੜੀ ਕ੍ਰਿਟੀਕਲ ਗੱਲ ਜਿਹੜੀ ਡਾਕਟਰ ਸਾਹਿਬ ਨੇ ਕਹੀ ਹੈ, ਹੁਣੇ ਵੀਰ ਜੀ ਨੇ ਕਹੀ ਹੈ, ਹੁਣ ਇਹ ਬਿਕਾਜ਼ ਹਉ ਸਾਡੀ ਰੋਕ ਦਿੰਦੀ ਹੈ ਜਿਹੜੀਆਂ ਦਾਤਾਂ ਵਿੱਚੋਂ ਦਾਤੇ ਦੇ ਦਰਸ਼ਨ ਨਹੀਂ ਹੁੰਦੇ। ਕਿਉਂ ਰੋਕਦੀ ਹੈ? ਕਿਉਂਕਿ ਮਿਸਟੇਕਨ ਬਲੀਫ ਇਹ ਹੋ ਜਾਂਦੀ ਹੈ ਕਿ ਖਾਣਾ ਜਿਹੜਾ ਟੇਬਲ ਤੇ ਪਿਆ ਹੋਇਆ ਹੈ ਉਹ ਮੇਰੇ ਪੇਚੈਕ ਤੋਂ ਪੈਸੇ ਆਏ ਹਨ ਤੇ ਮੈਂ ਕਮਾਏ ਹਨ ਤੇ ਮੈਂ ਗਰੋਸਰੀ ਸਟੋਰ ਜਾ ਕੇ ਲੈ ਕੇ ਆਇਆ, ਜਾਂ ਘਰ ਮੇਰੇ ਜਿਹੜੇ ਵੱਡੇ ਹਨ ਇਹ ਮੇਰੀ ਕਮਾਈ ਵਿੱਚੋਂ ਇਹ ਮਿਲੇ ਹਨ ਮੈਨੂੰ, ਸੋ ਇਹ ਮੇਰੇ ਹਨ, ਇਹ ਦੇਣ ਵਾਲਾ ਉਹ ਨਹੀਂ, ਸੋ ਇਸੀ ਵਾਸਤੇ ਡਾਕਟਰ ਸਾਹਿਬ pointed that out, and it's critical to understand ਇਹ ਵਾਲਾ concept ਦੋ ਕਿ ਜਿਹੜਾ ਥੈਂਕ ਯੂ ਕਰਨ ਵਾਲੇ ਬੰਦੇ ਜਿਹੜੇ ਹਨ ਪ੍ਰਮਾਤਮਾ ਦੇ, ਉਹਨਾਂ ਵਿੱਚੋਂ ਉਹਨਾਂ ਦੀ ਹਉ ਜਿਹੜੀ ਜਿਤਨੀ ਘਟੇਗੀ ਤੁਹਾਡੀ, ਔਰ ਹਉ ਦੀ ਫੀਲਿੰਗ ਉਹ ਹੈ ਕਿ ਮੈਂ ਕਰਨ ਕਰਾਉਣ ਵਾਲਾ ਹਾਂ, ਪ੍ਰਮਾਤਮਾ ਨਹੀਂ ਹੈ, ਮੇਰੇ ਹੱਥ ਹੈ ਸਾਰਾ ਕੁਝ, ਨਾਮ ਦੇ ਹੱਥ ਨਹੀਂ ਹੈ, ਉਹ ਕਰਨ ਕਰਾਉਣ ਵਾਲਾ ਨਹੀਂ ਹੈ, ਮੈਂ ਕਰਨ ਕਰਾਉਣ ਵਾਲਾ। ਹਾਂਜੀ, let's look at the shlok though and try to understand Guruji's central message of this Ashpadi though. ਉਹ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਨੋਟਿਸ ਕਰੋ ਕਿ ਇੱਥੇ ਪ੍ਰਸਾਦ ਦੇ ਦੱਦੇ ਨੂੰ ਔਂਕੜ ਹੈ ਤੇ ਜਪਜੀ ਵਾਲਾ ਜਿਹੜਾ ਪ੍ਰਸਾਦ ਹੈ, ਗੁਰ ਪ੍ਰਸਾਦ ਜਿਹੜਾ ਮੂਲ ਮੰਤਰ ਵਿੱਚ ਆਉਂਦਾ ਹੈ, ਉਹਦੇ ਨੈਕਸਟ ਟਾਈਮ ਪਾਠ ਕਰੋਗੇ ਤੇ ਨੋਟਿਸ ਕਰਨਾ ਕਿ ਉਸ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਹੈ, ਔਂਕੜ ਨਹੀਂ ਹੈ ਉੱਥੇ। ਜਪਜੀ ਵਾਲਾ ਪ੍ਰਸਾਦ ਤੇ ਇਸ ਪ੍ਰਸਾਦ ਵਿੱਚ ਫਰਕ ਹੈ।
ਤੇ ਅੱਗੇ ਜਾ ਕੇ ਜਿਹੜੇ ਪ੍ਰਸਾਦ ਆਣਗੇ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ, ਜੇ ਪ੍ਰਸਾਦ ਸੁਗੰਧਿਤ ਤਨ ਲਾਵੇ, ਉੱਥੇ ਵੀ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਹੈ, ਜਪਜੀ ਵਾਲਾ ਪ੍ਰਸਾਦ ਹੈ। ਹਾਂਜੀ, so who in the class can tell me, maybe some people in the LA class might remember, कि grammatically दोनों प्रसाद विच फर्क की है? कर प्रसाद गुरुदेव ते दद्दे ਨੂੰ ਔਂਕੜ ਕਿਉਂ ਪਾਇਆ ਨੇ, ਤੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਵੀ ਦੱਦੇ ਨੂੰ ਸਿਹਾਰੀ ਕਿਉਂ ਹੈ ਉੱਥੇ? grammatically differences ਕੀ ਹਨ ਦੋਨਾਂ ਵਿੱਚ? I'll wait for 30 seconds. People in the LA class might remember, I might have covered that, but I'll see if somebody has a one by one. Hanji, singular. Can I come? hanji ਅੱਧੇ ਜਿੱਥੇ ਔਂਕੜ ਹੈ ਉਹ ਸਿੰਗੂਲਰ, ਤੁਸੀਂ ਬੋਲ ਨਹੀਂ, ਸਿੰਗੂਲਰ ਪਲੂਰਲ ਦਾ ਇਸ਼ੂ ਨਹੀਂ ਹੈ ਇੱਥੇ ਜੀ। ਸੋ ਸਿੰਗੂਲਰ ਪਲੂਰਲ ਦਾ ਸਾਰੀ ਉੱਥੇ ਦੱਦੇ ਉਸ ਪ੍ਰਸਾਦ ਉਹਦੇ ਨਾਲ। ਹਾਂਜੀ, ਜਿੱਥੇ ਦੱਦੇ ਨੂੰ ਸਿਹਾਰੀ ਹੈ ਉੱਥੇ ਪ੍ਰਸਾਦ, ਉੱਥੇ ਮਤਲਬ ਉਹਦੀ ਕਿਰਪਾ ਨਾਲ ਜਾਂ ਕਿਰਪਾ ਦੁਆਰਾ ਹੈ। ਤੇ ਗ੍ਰਾਮੈਟਿਕਲੀ ਸਪੀਕਿੰਗ ਕਿਹੜਾ ਹੁਣ ਤੁਹਾਨੂੰ ਕੇਸ ਯਾਦ ਹਨ ਕਿਸੇ ਨੂੰ? ਆਬਜੈਕਟ ਹੈ ਸੈਂਟੈਂਸ ਦਾ ਕਿ ਸਬਜੈਕਟ ਹੈ ਸੈਂਟੈਂਸ ਦਾ? ऑब्जेक्टिव केस है कि सब्जेक्टिव है? I don't know whether you remember your 7th grade grammar or not. I think प्रसाद कर्म कारक विच है, सब्जेक्ट है। कृपा करो प्रसाद दद्दे नूं औकड़े मेरे ते कृपा करो। हां जी, मेरे ते कृपा करो, प्रसाद करो मेरे ते जिथों प्रसाद दे दद्दे नूं सिहारी लगदी है उत्थे करण कारक है, इंस्ट्रूमेंटल केस है। हां जी, ਤੁਹਾਡੇ ਕਿਰਪਾ ਦੁਆਰਾ, ਕਿਰਪਾ ਨਾਲ, ਕਿਰਪਾ ਕਰੋ ਮੇਰੇ ਤੇ ਕਿਰਪਾ ਕਰੋ, ਪ੍ਰਸਾਦ ਦੇ ਦੱਦੇ ਨੂੰ ਔਕੜ ਹੋਏਗਾ, ਉੱਥੇ ਕਰਮ ਕਾਰਕ ਵਿੱਚ ਹੈ ਪ੍ਰਸਾਦ। ਹਾਂਜੀ, ਮੇਰੇ ਤੇ ਕਿਰਪਾ ਤੁਹਾਡੇ ਕਿਰਪਾ ਦੁਆਰਾ ਇਹ ਚੀਜ਼ ਮਿਲੇਗੀ, ਕਰਨ ਕਾਰਕ ਇੰਸਟਰੂਮੈਂਟਲ ਕੇਸ ਵਿੱਚ ਹੈ, ਉੱਥੇ ਦੱਦੇ ਨੂੰ ਸਿਹਾਰੀ ਲੱਗੇਗੀ। ਕਿਧਰੇ ਕਿਧਰੇ ਪ੍ਰਸਾਦ ਦਾ ਦੱਦਾ ਮੁਕਤਾ ਵੀ ਹੋਵੇਗਾ। ਹਾਂਜੀ, ਉੱਥੇ ਦੋਨੋਂ ਕਾਰਕ ਲੱਗ ਸਕਦੇ ਹਨ, ਕਰਮ ਤੇ ਕਰਨ। So ਉਹ ਜਦੋਂ ਆਏਗਾ ਤੇ we will discuss that also, but ਇੱਥੇ grammatical ਰੂਪ ਵਿੱਚ ਦੋਨੋਂ ਪ੍ਰਸਾਦ ਦੇ ਜਿਹੜੇ ਸਪੈਲਿੰਗ ਜਿਹੜੇ ਹਨ ਡਿਫਰੈਂਟ ਹਨ। ਕਰ ਪ੍ਰਸਾਦ ਗੁਰਦੇਵ ਮੇਰੇ ਤੇ ਕਿਰਪਾ ਕਰੋ, हे ਗੁਰਦੇਵ, हे ਮੇਰੇ ਗੁਰੂ, हे ਮੇਰੇ ਪ੍ਰਮਾਤਮਾ, ਮੈਂ ਤੁਹਾਡੀ ਸ਼ਰਨ ਆਇਆ ਹਾਂ, ਮੈਂ ਤੁਹਾਡੇ ਸ਼ੈਲਟਰ ਵਿੱਚ ਆਇਆ ਹਾਂ। ਤੁਸੀਂ ਵੱਡੇ ਹੋ, ਤੁਸੀਂ ਸਿਆਣੇ ਹੋ, ਮੇਰੇ ਗੁਣ ਅਵਗੁਣ ਨਾ ਵਿਚਾਰੋ, ਮੈਂ ਜੋ ਕਰ ਰਿਹਾ ਹਾਂ ਉਹਦੇ ਉੱਤੇ ਫੋਕਸ ਨਾ ਕਰੋ। ਤੁਸੀਂ ਕਿਰਪਾ ਦੇ ਘਰ ਵਿੱਚ ਆਓ, ਕਿਉਂਕਿ ਤੁਹਾਡਾ ਬਿਰਧ ਹੈ ਕਿਰਪਾ ਕਰਨੀ। ਇਹ ਤੁਹਾਡਾ ਧਰਮ ਹੈ, ਤੁਹਾਡਾ ਬਿਰਧ ਹੈ, ਤੁਹਾਡਾ ਫਰਜ਼ ਹੈ, ਤੁਸੀਂ ਕਰਦੇ ਹੋ ਕਿਰਪਾ। ਮੇਰੇ ਤੇ ਕਿਰਪਾ ਕਰੋ, ਮੇਰੀ ਨੈਗੇਟਿਵਿਟੀ ਵਿੱਚੋਂ ਤੁਸੀਂ ਲੈ ਲਵੋ ਉਹ ਨੈਗੇਟਿਵਿਟੀ, ਜਾਂ ਮੇਰੀ ਨੈਗੇਟਿਵਿਟੀ ਨੂੰ ਘਟਾ ਦਿਓ, ਤੁਸੀਂ ਮੇਰੇ ਲਸ ਨੂੰ ਘਟਾ ਦਿਓ, ਮੇਰੇ ਕ੍ਰੋਧ ਨੂੰ ਘਟਾ ਦਿਓ, ਮੇਰੇ ਕਾਮ ਨੂੰ ਘਟਾ ਦਿਓ, ਮੇਰੀ ਗ੍ਰੀਡ ਨੂੰ ਘਟਾ ਦਿਓ, ਮੇਰੇ ਅਹਮੇਵ ਨੂੰ ਘਟਾ ਦਿਓ, ਮੇਰੇ ਅਹੰਕਾਰ ਨੂੰ ਘਟਾ ਦਿਓ। ਕਿਉਂ? ਕਿਉਂਕਿ ਜੇ ਘਟਾਓਗੇ, ਜੇ ਮੇਰੇ ਚੋਂ ਇਹ ਨੈਗੇਟਿਵ એનર્ਜੀਆਂ ਘਟ ਜਾਣਗੀਆਂ ਮੇਰੇ ਅੰਦਰ, हे ਮੇਰੇ ਦਾਤਾ, ਤਾਂ ਤੁਹਾਡੀਆਂ ਦਾਤਾਂ ਦਿੱਤੀਆਂ ਹੋਈਆਂ ਵਿੱਚੋਂ ਤੁਸੀਂ ਨਜ਼ਰ ਆਓਗੇ, ਦਾਤਾਂ ਨਜ਼ਰ ਨਹੀਂ ਆਣਗੀਆਂ। ਫਿਰ ਨੈਕਸਟ ਟਾਈਮ when I go into my car and go to the office, हे ਮੇਰੇ ਦਾਤਾ, ਮੈਂ ਤੁਹਾਨੂੰ ਯਾਦ ਕਰਾਂਗਾ ਕਿ ਤੁਹਾਡੀ ਕਿਰਪਾ ਨਾਲ ਦੇਖੋ ਕਿਤਨੇ ਸੋਹਣੇ ਕੰਮ, ਕਿਤਨੇ ਆਫਿਸ ਤੇ ਮੇਰਾ ਰੋਜ਼ਗਾਰ ਕਿੰਨਾ ਸੋਹਣਾ ਚੱਲਦਾ ਪਿਆ ਹੈ। ਘਰ ਵਾਪਸ ਆਵਾਂਗਾ, हे ਮੇਰੇ ਪ੍ਰਮਾਤਮਾ, ਤੁਹਾਡੀ ਦਾਤਾ ਨੂੰ ਦੇਖ ਕੇ ਤੁਸੀਂ ਯਾਦ ਆਓਗੇ, ਇਹ ਮਹਿਸੂਸ ਹੋਏਗਾ ਕਿ ਤੁਹਾਡੇ ਦਿੱਤੇ ਹੋਏ ਸਾਰਾ ਕੁਝ ਤੁਸੀਂ ਦੇਣ ਵਾਲੇ ਹੋ, ਮੈਂ ਨਹੀਂ ਹਾਂ। ਨੈਕਸਟ ਟਾਈਮ ਕਾਲਜ ਜਾਵਾਂਗੀ ਜਾਂ ਜਾਵਾਂਗਾ, ਇਹ ਪੜ੍ਹਾਈ ਲਿਖਾਈ ਜਿਹੜੀ ਚਲਦੀ ਪਈ ਹੈ, ਇੰਟੈਲੈਕਚੁਅਲ ਜਿਹੜੀ ਐਜੂਕੇਸ਼ਨ ਜਿਹੜੀ ਮੈਨੂੰ ਮਿਲੀ ਹੈ ਜਾਂ ਮਿਲ ਰਹੀ ਹੈ, ਇਹਦੇ ਵਿੱਚੋਂ ਵੀ ਤੁਹਾਡੇ ਦਰਸ਼ਨ ਹੋਣਗੇ, ਕਿਉਂਕਿ ਤੁਸੀਂ ਦੇਣ ਵਾਲੇ ਹੋ ਸਾਰਾ ਕੁਝ। ਤੁਸੀਂ ਮਸਤਿਸ਼ਕ ਦੇਣ ਵਾਲੇ ਹੋ, ਤੁਸੀਂ ਸੈਂਸ ਆਫ ਡਿਸਕ੍ਰਿਸ਼ਨ ਦੇਣ ਵਾਲੇ ਹੋ, हे ਮੇਰੇ ਗੁਰੂ। ਅਰਦਾਸ ਕਰਦੇ ਹਨ ਸਾਡੇ ਵਾਸਤੇ, ਆਪਣੇ ਵਾਸਤੇ ਅਰਦਾਸ ਨਹੀਂ, ਸਾਡੇ ਵਾਸਤੇ ਅਰਦਾਸ ਲਿਖ ਕੇ ਦਿੱਤੀ ਹੈ। ਲੈਟ ਮੀ ਰਿਪੀਟ ਇਟ ਅਗੇਨ। ਕਾਮ ਕ੍ਰੋਧ ਅਰ ਲੋਭ, ਅਰ ਮਨੇ ਜਾਂ ਐਂਡ, ਕੰਜੰਕਸ਼ਨ ਹੈ ਐਂਡ। ਕਾਮ ਕ੍ਰੋਧ ਅਰ ਲੋਭ ਮੋਹ, ਕਾਮ ਲਸਟ, ਕ੍ਰੋਧ ਐਂਗਰ, ਲੋਭ ਗ੍ਰੀਡ ਤੇ ਮੋਹ ਅਟੈਚਮੈਂਟ। ਬਿਨਸ ਜਾਏ ਅਹਮੇਵ, ਇਹਨਾਂ ਨੂੰ ਤੁਸੀਂ ਬਿਨਸਾ ਦਿਓ, ਇਹਨਾਂ ਨੂੰ ਦੂਰ ਕਰ ਦਿਓ, ਇਹਨਾਂ ਨੂੰ ਤੋੜ ਦਿਓ, ਇਹਨਾਂ ਨੂੰ ਨਸ਼ਟ ਕਰ ਦਿਓ, ਇਹਨਾਂ ਨੂੰ ਡਿਸਟਰੋਏ ਕਰ ਦਿਓ। ਅਹਮੇਵ ਮੇਰਾ ਅਹੰਕਾਰ, ਮੇਰੀ ਹੋਂਦ ਨੂੰ ਵੀ ਡਿਸਟਰੋਏ ਕਰ ਦਿਓ ਤੁਸੀਂ ਸਾਰਾ, ਜਾਂ ਘਟਾ ਦਿਓ ਇਹਨਾਂ ਨੂੰ ਬਹੁਤ, ਇਹਨਾਂ ਦਾ ਲੈਵਲ।
ਹਾਂਜੀ ਨਾਨਕ ਪ੍ਰਭ ਸਰਨਾਗਤੀ ਹੈ ਨਾਨਕ ਇੱਥੇ ਨਾਨਕ ਸੰਬੋਧਨ ਵਿੱਚ ਆਇਆ ਹੈ ਹਾਂਜੀ ਨਾਨਕ ਦਾ ਕੱਕਾ ਮੁਕਤਾ ਹੈ ਨਾਨਕ ਦੇ ਕੱਕੇ ਨੂੰ ਔਕੜ ਨਹੀਂ ਹੈ ਸੁਖਮਨੀ ਸਾਹਿਬ ਦੀਆਂ ਦੋ ਜਗ੍ਹਾ ਵਿੱਚ ਨਾਨਕ ਦੇ ਕੱਕੇ ਨੂੰ ਔਕੜ ਵੀ ਲਗਾਇਆ ਨੇ ਉਹ ਜਦੋਂ ਆਣਗੀਆਂ ਤੇ ਵੀ ਵਿਲ ਡਿਸਕਸ ਦੈਟ ਫਰਮ ਅ ਗ੍ਰਾਮੈਟੀਕਲ ਐਂਗਲ ਕੀ ਫਰਕ ਹੈ ਨਾਨਕ ਦੇ ਕੱਕੇ ਨੂੰ ਔਕੜ ਵਾਲਾ ਨਾਨਕ ਤੇ ਇੱਕ ਹੋਮਵਰਕ ਅਗਲੇ ਵੀਕ ਵਾਸਤੇ ਕਿ ਯਾਦ ਆ ਗਿਆ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਬੜੀ ਜਗ੍ਹਾ ਘੱਟ ਜਗ੍ਹਾ ਨਾਨਕ ਦੇ ਕੱਕੇ ਨੂੰ ਸਿਹਾਰੀ ਵੀ ਲੱਗੀ ਹੈ ਨੈਕਸਟ ਟਾਈਮ ਹੋਮਵਰਕ ਇਹ ਹੈ ਕਿ ਮੈਨੂੰ ਦੱਸਿਓ ਕਿ ਨਾਨਕ ਦੇ ਕੱਕੇ ਨੂੰ ਸਿਹਾਰੀ ਵਾਲੀ ਬਾਣੀਆਂ ਕਿਹੜੀਆਂ ਹਨ ਬਹੁਤ ਘੱਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਵਿੱਚ ਬਾਣੀ ਵਿੱਚ ਨਾਨਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੈ ਮੋਸਟ ਆਫ ਦਾ ਟਾਈਮ ਨਾਨਕ ਦੇ ਕੱਕੇ ਨੂੰ ਕੋਈ ਮਾਤਰਾ ਲੱਗੀ ਨਹੀਂ ਹੈ ਮੁਕਤਾ ਹੈ ਜਾਂ ਨਾਨਕ ਦੇ ਕੱਕੇ ਨੂੰ ਔਕੜ ਹੈ ਇੱਥੇ ਨਾਨਕ ਮੁਕਤਾ ਹੈ ਸੰਬੋਧਨ ਵਿੱਚ ਹੈ ਨਾਨਕ ਮੈਂ ਤੁਹਾਡੀ ਸਰਣਾਗਤ ਆਇਆ ਹਾਂ ਪ੍ਰਭ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਹੈ ਗੁਰਦੇਵ ਮੈਂ ਤੁਹਾਡੀ ਸਰਣ ਆਇਆ ਹਾਂ ਮੇਰੇ ਤੇ ਕਿਰਪਾ ਕਰੋ ਮੇਰੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਬਿਨਸ ਕਰ ਦਿਓ ਜੇ ਬਿਨਸ ਜਾਏਗਾ ਤੇ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਦਾਤੇ ਦੇ ਦਰਸ਼ਨ ਹੋਣਗੇ ਹਰ ਚੀਜ਼ ਜਿਹੜੀ ਤੁਹਾਡੀ ਦਿੱਤੀ ਹੋਈ ਹੈ ਉਹਦੇ ਵਿੱਚੋਂ ਮੈਨੂੰ ਮਹਿਸੂਸ ਹੋਏਗਾ ਤੁਸੀਂ ਉਹਦੇ ਨਾਲ ਖੜੇ ਹੋਏ ਹੋ ਤੇ ਹੁਣ ਅਸ਼ਪਦੀ ਵਿੱਚ ਉਹ ਜਿਹੜੀਆਂ ਉਸ ਦਾਤੇ ਨੇ ਤੁਹਾਡੇ ਰੋਜ਼ਮਰਾ ਜੀਵਨ 'ਚ ਦਿੱਤੀਆਂ ਹੋਈਆਂ ਲੇਕਿਨ ਤੁਹਾਨੂੰ ਕਈ ਵਾਰੀ ਇਹ ਚੇਤੇ ਨਹੀਂ ਆਉਂਦਾ ਇਸ ਗੱਲ ਦਾ ਸਾਨੂੰ ਕਈ ਵਾਰੀ ਆਪ ਭੁੱਲ ਜਾਂਦੇ ਹਾਂ ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਪਹਿਲੀ ਗੱਲ ਫੂਡ ਦੀ ਕੀਤੀ ਨੇ ਖਾਣ ਦੀ ਬਿਕੋਜ਼ ਸਸਟੇਨੈਂਸ ਹੈ ਸਾਰਾ ਜੇ ਖਾਏਗਾ ਨਹੀਂ ਤੇ ਕਿਨ ਜ਼ਿੰਦਾ ਰਹੇਗਾ ਇਸ ਵਾਸਤੇ ਪਹਿਲੀ ਗੱਲ ਖਾਣੇ ਦੀ ਕੀਤੀ ਨੇ ਕਿ ਜਿਹਦੀ ਕਿਰਪਾ ਨਾਲ ਤੇਰੇ ਘਰ ਭਰੇ ਪਏ ਹਨ ਖਾਣ ਦੀਆਂ ਚੀਜ਼ਾਂ ਨਾਲ ਤੈਨੂੰ ਪ੍ਰਵਾਹ ਨਹੀਂ ਹੈ ਚਲੋ ਚੀਜ਼ ਦੇ ਲੋਕ ਦਰਮਰ ਫਿਰਦੇ ਹਨ ਪਰ ਦੇਖ ਤੇਰੇ ਤੇ ਕਿਤਨੀ ਕਿਰਪਾ ਹੈ ਤੂੰ ਜੋ ਚਾਹੇ ਖਾ ਸਕਦਾ ਹੈ ਜਦੋਂ ਚਾਹੇ ਖਾ ਸਕਦਾ ਹੈ ਤੂੰ ਗਰੋਸਰੀ ਸਟੋਰ ਜਾਂਦਾ ਹੈ ਤੂੰ ਸੋਚਦਾ ਵੀ ਨਹੀਂ ਹੈ ਕਿਤਨੇ ਪੈਸੇ ਲੱਗਣਗੇ ਇਸ ਚੀਜ਼ ਤੂੰ ਚੀਜ਼ਾਂ ਚੁੱਕ ਲੈਂਦਾ ਹੈ ਪੈਸੇ ਦੇ ਦਿੰਦਾ ਹੈ ਕਿਤਨੀਆਂ ਪਾਰ ਤੇਰੇ ਉੱਤੇ ਤੇਰੇ ਕਿਤਨੀਆਂ ਪਾਰ ਬਖਸ਼ਿਸ਼ ਹੈ ਤੇਰੇ ਤੇ ਸਾਨੂੰ ਚੀਜ਼ਾਂ ਇੰਜ ਹੀ ਮਿਲ ਗਈਆਂ ਹਨ ਸਾਨੂੰ ਖਾਣ ਦੀਆਂ ਪਰ ਜਿਸ ਨੇ ਦਿੱਤਾ ਹੈ ਜਿਹਦੀ ਕਿਰਪਾ ਨਾਲ ਖਾ ਰਿਹਾ ਹੈ ਜਿਹਦੇ ਪਦਾਰਥ ਦਿੱਤੇ ਹੋਏ ਹਨ ਉਸ ਨੂੰ ਕਿਉਂ ਭੁੱਲਦਾ ਹੈ ਉਸਦਾ ਕਿਉਂ ਨਹੀਂ ਥੈਂਕ ਯੂ ਕਰਦਾ ਤੂੰ ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਉਹ ਦੇਣ ਵਾਲਾ ਜਿਹੜਾ ਹੈ ਪ੍ਰਭੂ ਉਸ ਨੂੰ ਕਿਉਂ ਭੁੱਲੇ ਇਨਸਾਨ ਕਿਉਂ ਭੁੱਲ ਜਾਏ ਉਹ ਕਿਉਂ ਭੁੱਲੇ ਤੁਹਾਨੂੰ ਉਹਦੇ ਵਿੱਚੋਂ ਕਿਉਂ ਨਹੀਂ ਯਾਦ ਆਏ ਤੁਹਾਨੂੰ ਉਹਨਾਂ ਚੀਜ਼ਾਂ ਵਿੱਚੋਂ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਤੇ ਜਿਹਦੀ ਕਿਰਪਾ ਦੇ ਨਾਲ ਜਿਹਦੇ ਦਿੱਤੇ ਹੋਏ ਚਿਹਰੇ ਤੇ ਆਪਣੇ ਸਰੀਰ ਤੇ ਸੁਗੰਧਿਤ ਤਨ ਲਾਂਦਾ ਹੈ ਤਾਂ ਕਿ ਤੇਰੇ ਤਨ ਵਿੱਚੋਂ ਸੁਗੰਧ ਆਵੇ ਦੁਰਗੰਧ ਨਾ ਆਵੇ ਉਸ ਦਾਤੇ ਨੂੰ ਜਿਹਨੇ ਦੇਣ ਵਾਲਾ ਜਿਹੜਾ ਹੈ ਉਸ ਨੂੰ ਕਿਉਂ ਭੁੱਲਦੇ ਹੋ ਤੁਸੀਂ ਉਹ ਕਿਉਂ ਵਿਸਰਦਾ ਹੈ ਤੁਹਾਡੀ ਜ਼ਿੰਦਗੀ ਵਿੱਚੋਂ ਸੁਗੰਧਿਤ ਤਨ ਲਾਣ ਵਾਲੇ ਵਿੱਚੋਂ ਕਿਉਂ ਨਹੀਂ ਯਾਦ ਆਉਂਦਾ ਜਿਹੜਾ ਦੇਣ ਵਾਲਾ ਹੈ ਮੇਰੇ ਦਾਤਾ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਵੱਡੇ ਘਰਾਂ ਵਿੱਚ ਸੁੱਖਾਂ ਨਾਲ ਵਸਣ ਵਾਲਾ ਜਦੋਂ ਦਿੰਦਾ ਹੈ ਦੇਣ ਵਾਲਾ ਦਾਤਾ ਹੈ ਉਹ ਤੇ ਜੇ ਤੁਸੀਂ ਜਦੋਂ ਘਰ ਆਂਦਾ ਹੈ ਤੂੰ ਜਾਂ ਘਰ ਚੋਂ ਬਾਹਰ ਜਾਂਦਾ ਜਾਂ ਘਰ ਵਿੱਚ ਰਹਿੰਦਾ ਹੈ ਆਪਣੇ ਘਰ ਨੂੰ ਦੇਖ ਕੇ ਕਿਉਂ ਨਹੀਂ ਦਾਤਾ ਤੈਨੂੰ ਯਾਦ ਆਉਂਦਾ ਕਿਉਂ ਨਹੀਂ ਇਹ ਚੇਤਾ ਤੂੰ ਭੁੱਲ ਜਾਂਦਾ ਕਿ ਦੇਣ ਵਾਲਾ ਉਹ ਹੈ ਉਸ ਦੇਣ ਵਾਲੇ ਵਿੱਚੋਂ ਉਸ ਦੇਣਹਾਰ ਨੂੰ ਦੇ ਦਰਸ਼ਨ ਕਿਉਂ ਨਹੀਂ ਤੂੰ ਕਰਦਾ ਉਹਦੇ ਵਿੱਚੋਂ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਇਹ ਉਸ ਨੂੰ ਸਿਮਰ ਲੇਗਾ ਜਿਸਨੇ ਸੁਗੰਧੀਆਂ ਦਿੱਤੀਆਂ ਹਨ ਤੇ ਤੈਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ ਬੜੀ ਉੱਚੀਆਂ ਅਵਸਥਾ ਦੀ ਪ੍ਰਾਪਤੀ ਹੋ ਜਨਮ ਮਰਨ ਤੇਰਾ ਕੱਟਿਆ ਜਾਏਗਾ ਇਸੇ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਰਿਮਾਈਂਡ ਕਰਾਉਂਦੇ ਹਨ ਗੁਰਸਿੱਖ ਨੂੰ ਕਿ ਇਹ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੀਆਂ ਜਿਹੜੀਆਂ ਜੀਵਨ ਵਿੱਚ ਚੀਜ਼ਾਂ ਜਿਹੜੀਆਂ ਤੂੰ ਯੂਜ਼ ਕਰਦਾ ਹੈ ਇਹ ਦਾਤਾਂ ਵਿੱਚੋਂ ਉਸ ਦਾਤੇ ਨੂੰ ਯਾਦ ਕਰਿਆ ਕਰ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤੇ ਸਾਨੂੰ ਘਰ ਵੱਡੇ ਨਹੀਂ ਦਿੱਤੇ ਹੋਏ ਵੱਡੇ ਘਰ ਵਿੱਚੋਂ ਸ਼ਾਇਦ ਸੁਖ ਨਾ ਮਿਲੇ ਲੇਕਿਨ ਪਰਿਵਾਰ ਦੇ ਸਾਰੇ ਜੀ ਤੇਰੇ ਨਾਲ ਇਸ ਘਰ 'ਚ ਰਹਿੰਦੇ ਹਨ ਤੇਰੇ ਬੱਚੇ ਤੇਰੇ ਨਾਲ ਰਹਿੰਦੇ ਹਨ ਤੇਰੇ ਮਾਪਿਓ ਤੇਰੇ ਨਾਲ ਰਹਿੰਦੇ ਹਨ ਤੇਰੀ ਸਪਾਊਸ ਹਸਬੈਂਡ ਜਾਂ ਵਾਈਫ ਤੇਰੇ ਨਾਲ ਰਹਿੰਦੇ ਹਨ ਤੇਰੇ ਹੋਰ ਰਿਸ਼ਤੇਦਾਰ ਤੇਰੇ ਨਾਲ ਰਹਿੰਦੇ ਹਨ ਦੇ ਕਿਤਨੇ ਸੁੱਖਾਂ ਦੇ ਨਾਲ ਦੁਨੀਆ 'ਚ ਕਿਤਨਾ ਹਾਕਾਰ ਮੱਚੀ ਹੋਈ ਹੈ ਤੂੰ ਆਪਣੇ ਘਰ ਵਿੱਚ ਕਿਤਨਾ ਮਹਿਫੂਜ਼ ਕਿਤਨਾ ਸੁਰੱਖਿਅਤ ਆਰਾਮ ਨਾਲ ਤੂੰ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ ਇਸ ਸ਼ੁਕਰਾਨੇ ਦਾ ਤੂੰ ਸੋਚਿਆ ਕਰ ਕਦੀ ਕੌਣ ਦੇਣ ਵਾਲਾ ਹੈ
ਜੇ ਪ੍ਰਸਾਦ ਬਸੇ ਸੁਖ ਮੰਦਰ, ਸੁਖ ਦਾ ਖੱਖਾ ਮੁਕਦਾ ਹੈ, ਸਾਰੇ ਸੁਖ ਦੇਣ ਵਾਲਾ, ਤਿਸੇ ਧਿਆਏ ਸਦਾ ਮਨ ਅੰਦਰ, ਉਸ ਪ੍ਰਮਾਤਮਾ ਦਾ ਧਿਆਨ ਆਪਣੇ ਹਮੇਸ਼ਾ ਚਿੱਤ ਵਿੱਚ ਰੱਖਿਆ ਕਰ। ਗੁਰਮੁਖ ਸਿੱਖਿਆ ਇੱਕ ਬਹੁਤ ਇੰਪੋਰਟੈਂਟ ਬੁੱਕ ਹੈ, ਪਹਿਲੀ ਵਾਰੀ ਕਲਾਸ ਡਿਸਕਸ ਕਰ ਆਏ ਹਾਂ, ਬੜੇ ਲੋਕਾਂ ਨੇ ਪੜ੍ਹੀ ਵੀ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਦੀ ਲਿਖੀ ਹੋਈ ਕਿਤਾਬ ਹੈ, ਜਿਹਦੇ ਵਿੱਚ ਭਾਈ ਸਾਹਿਬ ਜਿਹਨੂੰ ਬੜੀਆਂ ਚਿੱਠੀਆਂ ਆਉਂਦੀਆਂ ਸਨ, ਜਿਹੜੇ ਲੋਕ ਦੁਖੀ ਹੋ ਜਾਂਦੇ ਸਨ। ਤੇ ਇੱਕ ਚਿੱਠੀ ਮੈਨੂੰ ਯਾਦ ਆ ਗਈ ਅਚਾਨਕ ਪੜ੍ਹ ਕੇ ਹੁਣੇ, ਜਸਟ ਰਿਮੈਂਬਰ ਦੈਟ ਲੈਟਰ, somebody wrote a letter to him, ਤੇ ਕਹਿੰਦੇ ਮੈਂ ਬੜੀ ਕੋਸ਼ਿਸ਼ ਕਰਦਾ ਜੀ, ਮੈਂ ਦਿਨ ਰਾਤ ਲੱਗਿਆ ਰਹਿੰਦਾ ਇਸ ਕੋਸ਼ਿਸ਼ ਕਿ ਪ੍ਰਮਾਤਮਾ ਯਾਦ ਨਹੀਂ ਆਉਂਦਾ ਮੈਨੂੰ, ਨਹੀਂ ਬੜਾ ਯਤਨ ਲਾਇਆ, ਮੈਂ ਬੜਾ ਯਤਨ ਲਾਇਆ, ਬੜੀ ਕੋਸ਼ਿਸ਼ ਕੀਤੀ, ਪਰ ਨਹੀਂ ਉਹ ਯਾਦ ਆਉਂਦਾ ਮੈਨੂੰ। ਤੇ ਭਾਈ ਸਾਹਿਬ ਚਿੱਠੀ ਦਾ ਜਵਾਬ ਲਿਖਦੇ ਹਨ, ਮੈਂ ਛੋਟੀ ਜੀ ਉਹਦਾ ਮੈਂ ਤੁਹਾਨੂੰ ਖਾਲੀ ਸਮਰੀ ਦੇਣੀ ਹੈ ਉਸ ਚਿੱਠੀ ਦੇ ਜਵਾਬ ਦੀ। ਤੇ ਚਿੱਠੀ ਦਾ ਜਵਾਬ ਭਾਈ ਸਾਹਿਬ ਦਿੰਦੇ ਹਨ ਕਿ ਤੂੰ ਇੱਕ ਕੰਮ ਕਰਿਆ ਕਰ, ਆਸ-ਪਾਸ ਜੋ ਤੈਨੂੰ ਨਜ਼ਰ ਆਉਂਦਾ ਨਾ, ਜੋ ਤੂੰ ਵਰਤਦਾ ਹੈ ਰੋਜ਼, ਤੂੰ ਜਿਹੜੀ ਚੀਜ਼ ਤੂੰ ਵਰਤੋਂ ਹੈ ਨਾ, ਤੇਰੀ ਜਿਹੜੀ ਤੂੰ ਖਾਂਦਾ ਹੈ ਖਾਣਾ, ਪੈਂਡੇ, ਜੌਬ ਤੇਰੀ ਜਿਹੜੀ ਤੂੰ ਪੈਸੇ ਕਮਾਉਂਦਾ ਹੈ, ਜਿੱਥੇ ਜਾਂਦਾ ਹੈ ਕੰਮ ਕਰਨ, ਜਿਸ ਚੀਜ਼ ਵਿੱਚ ਜਾਂਦਾ ਹੈ, ਕਾਰ ਵਿੱਚ ਜਾਂਦਾ ਹੈ, ਜਦੋਂ ਤੂੰ ਬੈਠਿਆ ਕਰ ਜਾਂ ਆਪਣੇ ਜੌਬ ਜਾਇਆ ਕਰ ਜਾਂ ਖਾਣਾ ਖਾਇਆ ਕਰਨਾ, ਤੂੰ ਇੱਕ ਥੈਂਕ ਯੂ ਨੋਟ ਭੇਜ ਦਿਆ ਕਰ ਪ੍ਰਮਾਤਮਾ ਨੂੰ, ਤੇ ਇੱਥੋਂ ਸ਼ੁਰੂਆਤ ਕਰ ਤੂੰ। ਇਹ ਬੜੀ ਸਿੰਪਲ ਸ਼ੁਰੂਆਤ ਹੈ ਜੀ। ਨੈਕਸਟ ਟਾਈਮ ਯੂ ਸਿਟ ਐਟ ਅ ਡਿਨਰ ਟੇਬਲ, when you look at the food that you're going to consume, you thank somebody ਕਿ ਤੂੰ ਕਿੱਥੋਂ ਆਇਆ ਖਾਣਾ ਹੈ, ਹਾਂਜੀ, ਕੌਣ ਦੇਣ ਵਾਲਾ ਹੈ। ਬੜੇ ਪੁਰਾਤਨ ਸਾਡੇ ਘਰ ਵਿੱਚ ਹੁਣ ਵੀ ਮੈਂ ਦੇਖਿਆ ਸੀ, ਆਪ ਮਨ ਚ ਆਂਦੀ ਹੈ, ਕ੍ਰਿਸਚੀਅਨਿਟੀ ਵਿੱਚ ਵੀ ਇੱਕ ਰੂਲ ਹੈ ਕਿ ਬਲਾ ਕਿ ਉਹ ਖਾਣੇ ਤੋਂ ਪਹਿਲੇ ਥੈਂਕ ਯੂ ਕਰ ਦੇਣਾ ਆਪਣੇ ਲਾਰਡ ਦਾ, ਹਾਂਜੀ। ਨੈਕਸਟ ਟਾਈਮ ਉਹ ਕਾਰ ਚ ਬੈਠਿਆ ਕਰ, ਆਪਣੇ ਜਦੋਂ ਆਫਿਸ ਜਾ ਰਿਹਾ ਹੋਵੇ ਤੇ ਥੈਂਕ ਯੂ ਕਰਿਆ ਕਰ, ਥੈਂਕ ਯੂ, ਇਹ ਕਾਰ ਸੋਹਣੀ ਦਿੱਤੀ ਹੋਈ ਮੈਨੂੰ, ਤੁਸੀਂ ਆਫਿਸ ਦਿੱਤਾ ਹੋਇਆ ਹੈ, ਕਾਰ ਜੌਬ ਦਿੱਤੀ ਹੋਈ ਹੈ, ਲੋਕਾਂ ਕੋਲ ਪੈਸੇ ਨਹੀਂ ਹਨ, ਦੇਖੋ ਮੈਨੂੰ ਕੋਈ ਕਿਸੇ ਚੀਜ਼ ਦੀ ਕਮੀ ਨਹੀਂ, ਹਾਂਜੀ। ਨੈਕਸਟ ਟਾਈਮ ਆਪਣੀ ਵਾਈਫ ਨੂੰ ਜਾਂ ਆਪਣੇ ਹਸਬੈਂਡ ਨੂੰ ਦੇਖਿਆ ਕਰਕੇ ਥੈਂਕ ਯੂ ਕਰਨਾ ਚਾਹੁੰਦਾ ਹੈ, ਥੈਂਕ ਯੂ ਕਰਿਆ ਕਰੋ। ਦੇਖੋ ਲੋਕ ਕਿਤਨੇ ਦੁਖੀ ਹਨ, ਦੇਖੋ ਮੈਨੂੰ ਕੋਈ ਮੇਰਾ ਸਪਾਊਸ ਅੰਡਰਸਟੈਂਡਿੰਗ ਹੈ, ਠੀਕ ਹੈ, ਅਪ ਐਂਡ ਡਾਊਨ ਸਾਰੀਆਂ ਜ਼ਿੰਦਗੀ ਚੱਲਦੇ ਨੇ, ਕੋਈ ਉਹ ਜੀ ਪਰਫੈਕਟ ਰਿਲੇਸ਼ਨਸ਼ਿਪ ਨਹੀਂ ਹੁੰਦੀ, ਬਟ ਓਵਰਆਲ ਥਿੰਗਸ ਆਰ ਸੋ ਗੁੱਡ, ਨੈਕਸਟ ਟਾਈਮ ਵੈਨ ਯੂ ਲੁੱਕ ਐਟ ਯੂਰ ਕਿਡਸ, ਯੂ ਥੈਂਕ ਯੂ ਕਰਿਆ ਕਰ। ਕਈਆਂ ਦੇ ਬੱਚੇ ਦੇਖੋ ਕਿ ਇਸ਼ੂ ਆ ਜਾਂਦੇ ਨੇ, ਕਈਆਂ ਦੇ ਬੱਚੇ ਹੁੰਦੇ ਨਹੀਂ ਹਨ, ਹਾਂਜੀ, ਤੁਸੀਂ ਮੈਨੂੰ ਦਿੱਤੇ ਹਨ, ਮੇਰੇ ਹੈਲਦੀ ਹਨ, ਸਾਰਾ ਠੀਕ ਹੈ ਸਭ ਕੁਝ, ਇਹ ਪ੍ਰਮਾਤਮਾ ਤੇਰਾ ਸ਼ੁਕਰ ਹੈ। ਤੇ ਭਾਈ ਸਾਹਿਬ ਉਸ ਚਿੱਠੀ ਵਿੱਚ ਉਸ ਚਿੱਠੀ ਲਿਖਣ ਵਾਲੇ ਨੂੰ ਸਮਝਾਈ ਹੈ ਇਹ ਗੱਲ ਉਹਨਾਂ ਨੇ ਕਿ ਇੱਥੋਂ ਸ਼ੁਰੂ ਕਰ ਤੂੰ ਕੰਮ ਕਰਨਾ, ਤੂੰ ਬਹੁਤਾ ਕੰਪਲੈਕਸ ਕੰਮ ਕਰਨ ਦੀ ਲੋੜ ਨਹੀਂ ਤੈਨੂੰ। ਸੋ ਇੱਥੇ ਵੀ ਗੁਰੂ ਨਾਨਕ ਮਹਾਰਾਜ ਇਹੀ ਸੰਦੇਸ਼ ਦਿੰਦੇ ਹਨ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਉਸ ਪ੍ਰਮਾਤਮਾ ਨੂੰ ਅੱਠੋਂ ਪਹਿਰ ਯਾਦ ਕਰਿਆ ਕਰ, ਦੇਣਹਾਰ ਨੂੰ। ਜੇ ਪ੍ਰਸਾਦ ਰੰਗ ਰਸ ਭੋਗ, ਹੁਣ ਸਾਰੀ ਗੱਲਾਂ ਇਹਦੇ ਚ ਆ ਗਈਆਂ, ਰੰਗ ਰਸ ਭੋਗ, ਰੰਗ ਮਨੇ ਖੁਸ਼ੀਆਂ ਮਾਰਦਾ ਹੈ, ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਦੂਸਰੀਆਂ ਚੀਜ਼ਾਂ ਦਾ ਭੋਗ ਕਰਦਾ ਹੈ, ਜਿਹੜੀਆਂ ਦੂਸਰੀਆਂ ਚੀਜ਼ਾਂ ਦੀ ਵਰਤੋਂ ਕਰਦਾ ਹੈ, ਜਿਹਦੇ ਵਿੱਚੋਂ ਤੈਨੂੰ ਖੁਸ਼ੀ ਮਿਲਦੀ ਹੈ, ਤੇਰੇ ਫਰੈਂਡ ਤੈਨੂੰ ਦਿੱਤੇ ਹਨ, ਤੇਰੀਆਂ ਪਾਰਟੀਆਂ ਤੈਨੂੰ ਦਿੱਤੀਆਂ ਹਨ, ਤੇਰੀ ਵੈਕੇਸ਼ਨ ਤੈਨੂੰ ਦਿੱਤੀਆਂ ਹਨ, ਤੈਨੂੰ ਕਿੰਨੀਆਂ ਚੀਜ਼ਾਂ ਤੈਨੂੰ ਦਿੱਤੀਆਂ ਹਨ ਜਿਹਦੇ ਵਿੱਚੋਂ ਤੂੰ ਖੁਸ਼ੀ ਮਹਿਸੂਸ ਕਰਦਾ ਹੈ, ਇਹ ਹੁੰਦੀਆਂ ਹਨ, ਤੇ ਉਹਦੇ ਵਿੱਚੋਂ ਵੀ ਉਸ ਦਾਤੇ ਨੂੰ ਯਾਦ ਕਰਿਆ ਕਰ। ਨਾਨਕ ਸਦਾ ਧਿਆਈਏ ਧਿਆਵਣ ਜੋਗ, ਉਸ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਕਰਿਆ ਕਰ, ਜਿਹਦੇ ਵਿੱਚੋਂ ਜਿਹੜਾ ਸਭ ਕੁਝ ਦੇਣ ਵਾਲਾ ਹੈ, ਜਿਹੜੀਆਂ ਰੋਜ਼ ਜਿਹੜੀ ਜ਼ਿੰਦਗੀ ਵਿੱਚ ਤੈਨੂੰ ਸਭ ਕੁਝ ਦੇਣ ਵਾਲਾ, ਜਿੱਥੋਂ ਸਭ ਕੁਝ ਮਿਲਦਾ ਹੈ, ਉਸ ਪ੍ਰਮਾਤਮਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਆਸ-ਪਾਸ ਦੇਖਿਆ ਕਰ, ਜਿਹੜੀਆਂ ਚੀਜ਼ਾਂ ਤੈਨੂੰ ਦ੍ਰਿਸ਼ਟਮਾਨ ਨਜ਼ਰ ਆਉਂਦੀਆਂ ਹਨ, ਸਭ ਉਹਦੀ ਦੇਣ ਹੈ, ਉਸ ਦੇਣ ਵਿੱਚੋਂ ਉਸ ਦੇਣਹਾਰ ਵਾਲੇ ਨੂੰ ਕਦੀ ਨਾ ਭੁੱਲੋ। ਇਹ ਇਸ ਪਦੇ ਦਾ ਵੀ ਸੈਂਟਰਲ ਮੈਸੇਜ ਹੈ, ਤੇ ਅੱਗੇ ਅਸ਼ਪਦੀ ਵਿੱਚ ਜਿਹੜੀਆਂ ਲਾਈਨਾਂ ਆਣਗੀਆਂ, ਜਿਹੜੀਆਂ ਹੋਰ ਚੀਜ਼ਾਂ ਗਿਣਾਣਗੇ, ਉਹਦੇ ਵਿੱਚ ਵੀ ਉਹੀ ਸੈਂਟਰਲ ਮੈਸੇਜ ਹੈ। I'll take a 5-minute break, 2-3 minute break. If somebody has a question, I'll try to answer. Virji, I don't have a question, but I have two observations which happened. One of them happened yesterday and one today. I went to the grocery store today to pick up some groceries at Indian store in the morning. And I was passing through 7-Eleven, and there was this person who was sitting outside, just like looking very helpless. I don't know. And the realization came to my mind that, we should be so thankful about the blessings that we have.
that this person has to come to work, or who knows if he's being fired from the job, because he was looking very solemn and everything. So the thought came to my mind कि वाहिगुरु जी दा so much शुक्र है कि यार ਅਸੀਂ लोग जा रहे हैं, not even thinking twice how much you're going to spend, just pick up whatever you want to eat. That's right. And second observation happened yesterday evening. My niece said, Simi auntie, like itna like ghar pe like quarantine hoya hai, say how are you feeling? Are you not frustrated? And my answer was, I have my family with me. I'm at home. I have everything that I need. So I'm thankful to Vaiguruji. I'm not complaining. Thank you for sharing that. And more people, once they look at the life from that angle though, they is ashpadi ਨਾਲ relate ਕਰ ਸਕਣਗੇ. ਦੇਖੋ ਪੂਰੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਫੋਕਸ ਇੱਕੋ ਹੀ ਹੈ, ਉਹ ਹੈ ਕਿ ਪ੍ਰਮਾਤਮਾ ਤੁਹਾਨੂੰ ਕਿੰਨ ਚੇਤੇ ਆਵੇ। ਹਾਂਜੀ, ਇਸ ਅਸ਼ਪਦੀ ਵਿੱਚ ਇਹ ਫੋਕਸ ਕਰਨਗੇ ਇਹਨਾਂ ਚੀਜ਼ਾਂ ਦੇ ਉੱਤੇ, ਤੇ ਅਗਲੀ ਅਸ਼ਪਦੀ ਫੋਕਸ ਕਰੇਗੀ ਉਹਨਾਂ ਤੇ ਸਤਸੰਗਤ ਤੇ ਜਿਹੜੇ ਪ੍ਰਮਾਤਮਾ ਨਾਲ ਜੁੜੇ ਹੋਏ ਹਨ, ਜਿਹੜੇ ਉਹਨਾਂ ਦੀ ਸੰਗਤ ਨਾਲ ਕੀ ਫਰਕ ਪੈਂਦਾ ਹੈ। ਸੋ ਪੂਰੇ ਹਰ ਡਿਫਰੈਂਟ ਵੇਜ਼ ਤੂੰ ਨੋਟਿਸ ਕਰਨਗੇ। ਹਾਂਜੀ, ਸਿਮੀ ਦੀਦੀ ਕੱਲ ਨੋਟਿਸ ਕੀਤੀਆਂ ਦੋ ਚੀਜ਼ਾਂ, ਉਹਨਾਂ ਦੋ ਚੀਜ਼ਾਂ ਵਿੱਚੋਂ ਸ਼ੁਕਰ ਕੀਤਾ ਉਸ ਪ੍ਰਮਾਤਮਾ ਦਾ। ਹਾਂਜੀ, ਤੁਹਾਡੀ ਲਾਈਫ ਵਿੱਚ ਹਰ ਦਮ ਤੇ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ, every spur of the moment ਤੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਹਨ, ਤੁਸੀਂ ਥੈਂਕ ਯੂ ਨਹੀਂ ਕਰ ਸਕਦੇ। ਹਾਂਜੀ, ਤੁਸੀਂ enough thanks, believe me, we got way more than what we deserved। ਤੁਸੀਂ ਆਪਣੀ ਲਾਈਫ 'ਚ ਦੇਖੋ, ਅਗਰ ਤੁਸੀਂ ਆਪਣੀ ਲਾਈਫ ਵਿੱਚ ਝਾਤੀ ਮਾਰੋਗੇ, ਤੁਸੀਂ ਕਿਤਨੀ ਕੋ ਸੇਵਾ ਕੀਤੀ ਹੈ। ਹਾਂਜੀ, ਕਿਤਨਾ ਕੋ ਖੱਟਿਆ, ਕਿਤਨਾ ਕੋ ਲੋਕਾਂ ਦਾ ਸਵਾਰਿਆ, ਕਿਤਨੇ ਭੁੱਖਿਆਂ ਨੂੰ ਰੋਟੀ ਖਵਾਈ ਹੈ, ਕਿਤਨੇ ਲੋਕਾਂ ਨੂੰ ਪੜਾਇਆ ਹੈ ਜਿਹੜੇ ਤੁਹਾਡੇ ਆਪਣੇ ਨਹੀਂ ਹਨ ਜਿਹੜੇ। ਹਾਂਜੀ, ਕਿਤਨੇ ਲੋਕਾਂ ਨੂੰ ਕੀਰਤਨ ਸਿਖਾਇਆ ਹੈ, ਕਿਤਨੇ ਲੋਕਾਂ ਨੂੰ ਸ਼ਬਦ ਨਾਲ ਜੋੜਿਆ ਹੈ, ਕਿਤਨੇ ਲੋਕਾਂ ਨੂੰ ਗੁਰਮੁਖੀ ਪੜ੍ਹਾਣੀ ਸਿਖਾਈ ਹੈ, ਕਿਤਨੇ ਲੋਕਾਂ ਨੂੰ ਰਾਗ ਸਿਖਾਏ ਹਨ, ਕਿਤਨੇ ਲੋਕਾਂ ਦੇ ਦੁੱਖ ਦੂਰ ਕੀਤੇ ਹਨ। ਤੁਸੀਂ ਬਹੁਤਾਂ ਨੇ ਨਹੀਂ ਕੁਝ ਕੀਤਾ ਹੋਣਾ, ਪਰ ਤਾਂ ਵੀ ਉਹ ਇਤਨਾ ਦਿਆਲੂ ਹੈ ਪੁਰਖ ਹੋ ਮੇਰਾ, ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ, ਸਭ ਕੁਝ ਦਿੰਦਾ ਹੈ, ਸਾਰਾ way more than what we deserve। So Virji, I have a question. Virji, I have a question. What is your explanation as to why have we been blessed more than the others? ਇਹ ਹੁਕਮ ਦੀ ਹੈ ਨਾ ਵੀਰ ਜੀ, ਇਹ ਵੀ ਹੁਕਮ ਦੀ ਖੇਡ ਹੈ। ਇਹ ਉਹ ਜਾਣਦਾ ਹੈ ਕਿ ਇਹ ਮੇਰੇ ਨਾ ਮੈਨੂੰ ਇਹਦਾ ਆਨਸਰ ਪਤਾ ਹੈ। ਤੇ ਇਹ ਕੁਐਸਚਨ ਉਹੀ ਹੈ ਜਿਸ ਪੰਡਤਾਂ ਨੇ ਕੁਐਸਚਨ ਜਪਜੀ ਸਾਹਿਬ ਕੀਤਾ ਸੀ, ਦੁਨੀਆ ਕਦਨ ਬਣੀ, ਯੂ نو, ਇਹ ਕਦਨ ਥਿੱਤੀ ਵਾਰ ਆਈ, ਤੇ ਆਨਸਰ ਉਹੀ ਸੀ ਕਿ ਉਹ ਜਿਹੜਾ ਕਰਨ ਵਾਲਾ ਜਾਣਦਾ ਹੈ ਕੌਣ ਹੈ, ਕਰਨ ਕਰਾਉਣ ਵਾਲਾ ਜਾਣਦਾ ਹੈ ਕੌਣ ਹੈ। ਉਸ ਦਿਨ ਅਸੀਂ ਕਲਗੀਧਰ ਚਮਤਕਾਰ ਦੇ ਇੱਕ ਚੈਪਟਰ ਪੜ੍ਹਦੇ ਪਏ ਸੀ, ਤੇ ਉਹਦੇ ਚ ਕਲਗੀਧਰ ਚਮਤਕਾਰ ਦੇ ਪਹਿਲੇ 2-3 ਚੈਪਟਰ ਚ ਕਥਾ ਭਾਈ ਸਾਹਿਬ ਨੇ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਇਸ ਗੱਲ ਨੂੰ। तो किसे पंडित ने पूछा, किसे बुद्ध देव लिखा वर्ड आए इन कलगीधर चमत्कार विच कि ये महाराज ये दसो कि हुक्म की है, हुक्म क्यों नहीं बयान किया जा सकता। तो उत्थे भाई साहब बहुत सोहना समझाते हैं, कहते हैं हुक्म की डेफिनेशन ते इस तरह है जिस तरह बे ऑफ बंगाल विच ब्रह्मपुत्र, यमुना, गंगा दा सारा पानी मिल गया होवे ते कोई उत्ते खड़ा होवे बे ऑफ बंगाल दी उत्ते ते देख लवे उस पानी ਨੂੰ, हाँ ਇਹ ਸਮੁੰਦਰ ਵਿੱਚ ਇਹ ਜਮਨਾ ਦਾ ਪਾਣੀ ਹੈ, ਇਹ ਗੰਗਾ ਦਾ ਪਾਣੀ ਹੈ, ਇਹ ਬ੍ਰਹਮਪੁੱਤਰ ਦਾ ਪਾਣੀ ਹੈ। ਹਾਂਜੀ, ਇਹ ਨਰਮਦਾ ਦਾ ਹੈ, ਗੋਦਾਵਰੀ ਦਾ ਹੈ ਉਸ ਪਾਸੇ। ਹਾਂਜੀ, ਇਹ ਰਿਵਰ ਇੰਡਸ ਦਾ ਹੈ, I can see ਸਤਲੁਜ and ਰਾਵੀ separately in this ocean, you know। ਇਹ ਸਾਡੀ ਸਮਝ ਬੁੱਧੀ ਤੋਂ ਬਾਹਰ ਹੈ ਵੀਰ ਜੀ। ਉਹ ਕਿਉਂ ਕਰ ਰਿਹਾ ਹੈ, ਕਿਸ ਤਰ੍ਹਾਂ ਕਰ ਰਿਹਾ ਹੈ, ਕੀ ਕਰਨ ਵਾਲਾ ਹੈ, ਕੀ ਕਰੇਗਾ ਅੱਗੇ, ਸਾਡੀ ਹਿਊਮਨ ਜਿਹੜੀ ਕੰਪਰੀਹੈਂਸ਼ਨ ਜਿਹੜੀ ਹੈ ਬਹੁਤ ਲਿਮਿਟਡ ਹੈ, ਬਹੁਤ ਲਿਮਿਟਡ, ਉਹ ਉਸ ਤੋਂ ਬਿਯੋਂਡ ਹੈ। ਇਸ ਵਾਸਤੇ ਦੇਖੋਗੇ ਵੀਰ ਜੀ, ਗੁਰਬਾਣੀ 'ਚ ਹਮੇਸ਼ਾ ਪ੍ਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਪ੍ਰਮਾਤਮਾ ਦੇ ਸ਼ਰਨ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਉਸ ਨੂੰ ਜਾਣ ਨਹੀਂ ਸਕਦੇ, ਸਮੁੰਦਰ ਦੀ ਗਹਿਰਾਈ ਨੂੰ ਨਹੀਂ ਜਾਣਨਾ ਅਸੀਂ, ਸਮੁੰਦਰ ਵਿੱਚ ਮਿਲਣ ਦਾ ਹੈ ਸਾਡਾ ਜੀ ਕੰਮ। ਸੋ ਵੀਰ ਜੀ, ਆਨਸਰ ਟੂ ਯੋਰ ਕੁਐਸਚਨ ਇਜ਼, ਉਹ ਦਾਤਾ ਜਾਣਦਾ ਹੈ ਸਾਨੂੰ ਕਿਉਂ ਐਕਸਟਰਾ ਮਿਲੀਆਂ ਹਨ ਚੀਜ਼ਾਂ, ਤੇ ਕਿਸੇ ਨੂੰ ਘੱਟ ਕਿਉਂ ਮਿਲੀਆਂ ਹਨ, ਕਿਸੇ ਨੂੰ ਨਹੀਂ ਪਤਾ ਕਿਉਂ। ਉਹ ਉਹਦੀ ਮਰਜ਼ੀ ਹੈ, ਉਹ ਉਹਦੇ ਹੁਕਮ ਵਿੱਚ ਹੈ, ਕਿਉਂ ਕਰ ਰਿਹਾ ਹੈ, ਕਿਸ ਤਰ੍ਹਾਂ ਕਰ ਰਿਹਾ ਹੈ, ਤੁਹਾਡੇ ਕਰਮ ਕਿਉਂ ਜੇ ਹਨ। One thing I can guarantee you, Virji, we got way more than what we deserved, way more। You look around your life, you look around
You look around how many hours of community services we have done, या सेवा किन्नी को कीती है सी, ते सेवा थोड़ी ते मांगन बहुता, you know, बहुत ज्यादा सानू मिलिया है, पर तां भी वो याद नहीं आंदा, तां भी पल पल याद नहीं आंदा, जितना याद आना चाहिए सी उतना याद नहीं आंदा हो, in spite of all this happening. Anybody else has anything to say before we move on to the second? If not, then I'll move on to the second pada. Second pada ਵਿੱਚ ਰੋਜ਼ਮਰਾ ਜ਼ਿੰਦਗੀ ਦੀਆਂ ਹੋਰ ਗੱਲਾਂ ਡਿਸਕ੍ਰਾਈਬ ਕਰਕੇ ਉਸੇ ਕਨਸੈਪਟ ਨੂੰ ਅੱਗੇ ਤੋਰਨਗੇ। ਜੇ ਪ੍ਰਸਾਦ ਪਾਟ ਪਟੰਬਰ ਹਟਾਵੇ, ਤਿਸੇ ਤਿਆਗ ਕਤ ਅਵਰ ਲੁਭਾਵੇ, ਜੇ ਪ੍ਰਸਾਦ ਸੁਖ ਸੇਜ ਸੁਈਜੇ, मन आठ पहर तांका जस गावीजे, जे प्रसाद तुझ सबको माने, मुख तांको जस रसन बखाने, जे प्रसाद तेरो रहता धर्म, मन सदा ध्याइये केवल पार ब्रह्म, प्रभ जी जपत दरगह मान पावे, नानक पत सेती कर जावे। जे प्रसाद पाठ पटंबर हटावे, पाठ पटंबर very expensive silk part, पट सिल्क दे भाव रेशमी कपड़े, भाव महंगे कपड़े, भाव आजकल दी लैंग्वेज डिजाइनर ब्रांड्स कह लो, जो भी कहना कह लो तुसी, वध तो वध कपड़े जी। नेक्स्ट टाइम जो स्टोर ते जांदे हो ते महंगे तो महंगे स्टोर ते जाके कोई चीज पसंद आ जाए तो चुक लेंदे हैं, देखदे भी नहीं की प्राइस, हाँ ठीक है $50-100 इधर उधर है, तो कोई ऐसी गल नहीं है, वी कैन अफोर्ड टू डू इट, यू नो। वो लैंदियां भी वो याद आवे कि हे दाता ਤੁਹਾਡੇ ਤੇ ਕਿਰਪਾ ਦੇਖੋ, ਕਈਆਂ ਨੂੰ ਕੱਪੜੇ ਨਹੀਂ ਹਨ ਪਾਣ ਵਾਸਤੇ, ਤੇ ਮੈਂ ਤੇ ਜਾ ਕੇ ਸੋਚਿਆ ਵੀ ਨਹੀਂ ਕਦੀ ਵੀ ਕਿਤਨੇ ਮਹਿੰਗੇ ਹਨ ਜਾਂ ਕਿਤਨੇ ਸਸਤੇ ਹਨ। As Simi ji pointed out few minutes ago कि grocery store जो चीज़ां चुकन वाले बंदा, many of us probably don't even look at the price, जो भी है चुक ली चीज़ है, बात देख के प्राइस दे देती जाके उसमें। शुक्र है तेरा जे प्रसाद पाठ पटंबर हटावे, जिदी कृपा दे नाल ए रेशमी कपड़े पहनदे हां, तिसे त्याग कत अवर लुभावे, उसनू छोड़ के जेड़ा देने वाला है, दूसरे नाल क्यों तू मन जोड़ के रखिया होया है, दूसरे तेनू क्यों अट्रैक्टिव हो जांदे हैं उन्होंने छोड़ के। गोविंद महाराज रिमाइंड करवांदे हैं इस गल नू, जे प्रसाद सुख सेज सुईजे, ते जिदी कृपा नाल सोहणे बैड दे उत्ते आराम नाल सोंदा है तू, तेरे सिर ते छत है, बाहर हनेरी आए होवे, कैलिफोर्निया ते इशू नहीं है स्नोफॉल दा ते ऐसा, बट ईस्ट कोस्ट विच होरां जगह ते जिथे बर्फ ठंड पैंदी है इतनी, बाहर जाया नहीं जाता, उस जे मौसम च हे परमात्मा अंदर कितना सुख सेज तू दिती हुई है मेरे वास्ते सोण वास्ते। बाहर जेड़े बाहर ठिठुर रहे हैं, मेरे घर ते बड़ी वार्मथ है, बड़ी हर चीज तुसी मेरे वास्ते दिती हुई है। हे मेरे गुरु, हे मेरे गुरुदेव, शुक्र है तुहाडा, तुसी मैनू ये दिता होया है। ये मन च जिदा शुकराना निकले ते समझ लो इस अशपदी ते पूरा उतरिया हो। जे प्रसाद पाठ पटंबर हटावे, तिसे त्याग कत अवर लुभावे, जे प्रसाद सुख से सुखा नाल, सुख दे खखे नू सिहारी सुख नाल, जिसा प्रसाद नाल, प्रसाद द्वारा सुख नाल सेज सुईजे, सेज बेड, सेज दे उत्ते सुता रहंदा सुख नाल। मैं कंफर्टेबल बेड्स हैं मेरे कोल, और मेरे कंफर्टेबल टेंपरेचर है मेरे घर दे अंदर। बाहर जो हो रहा है मैनू किसी किस्म की, हुण भी कोरोना वायरस दे बाहर जिहड़ी हाकार है, मैं अपने घर दे अंदर कितना अपने आप नू प्रोटेक्टिव महसूस करदा हां। जे प्रसाद सुख सेज सुईजे, मन 8 पहर तांका जस गावीजे, हे मन 8 पहर उस परमात्मा दा जस गा। जे जस गाना ही विच सब कुछ है। मैं वैसे भी म्यूजिक नाल बहुत लगाव है मेरा अपना पर्सनली, बचपन तो बहुत ज्यादा कीर्तन सुनिया भी है, सिखिया भी है, सिखांदे भी हाँ। ते गावना या गावीजे या गाउन दे उत्ते बहुत स्ट्रेस। मोर देन 4300 टाइम्स इन गुरु ग्रंथ साहिब महाराज दी बाणी विच गावना वर्ड आया है। गावने दे डिफरेंट फॉर्म्स आए हैं। गुण गावीजे, उस गुण नू गावना, उस गुण नू कहने विच ते गावने विच फर्क है बहुत बड़ा। क्यों म्यूजिक ते इतना स्ट्रेस है, क्यों कीर्तन ते इतना स्ट्रेस है, क्यों बाकी धर्मां विच क्यों नहीं है, क्यों गुरु नानक देव जी ने यह रस्ता चुनिया।
ਤੇ ਤੁਸੀਂ ਹਰ ਇੱਕ ਨੂੰ ਪੜ੍ਹ ਕੇ ਦੇਖ ਲਓ, ਹਰ ਇੱਕ ਕਿਤਾਬਾਂ ਚੋਂ ਪੜ੍ਹ ਕੇ ਬੜੇ ਲੋਕਾਂ ਨੇ ਤਰੀਕੇ ਅਪਣਾਏ, ਕਈਆਂ ਨੇ ਯੋਗ ਦਾ ਤਰੀਕਾ ਅਪਣਾਇਆ, ਕਈਆਂ ਨੇ ਹੱਠ ਦਾ ਤਰੀਕਾ ਅਪਣਾਇਆ, ਕਈ ਘਰ-ਬਾਰ ਛੋੜ ਕੇ ਚਲੇ ਗਏ ਆਪਣਾ, ਹਾਂਜੀ, ਕਈ ਮੰਤਰ ਦਾ ਜਾਪ ਕਰਦੇ ਹਨ ਸਵੇਰੇ ਸ਼ਾਮ, ਕਈ ਵਰਤ ਰੱਖਦੇ ਹਨ, ਕਈ ਹੱਜ ਤੇ ਜਾਂਦੇ ਹਨ, ਕਈ ਕਹਿੰਦੇ ਹਨ 5 ਨਮਾਜ਼ਾਂ ਪੜ੍ਹਨ ਨਾਲ ਨਿਕੰਮ ਫਲ ਜਾਂਦਾ ਹੈ। ਪਰ ਇੱਥੇ ਗੁਰੂ ਨਾਨਕ ਦੇ ਘਰ ਵਿੱਚ ਗੁਣ ਗਾਇਨ ਦੇ ਉੱਤੇ ਕਿਉਂ ਹੈ ਇਤਨਾ ਸਟ੍ਰੈਸ? ਕਿਉਂ ਹੈ ਗੁਣ ਗਾਇਨ ਤੇ? ਕਿਉਂ ਗਾਵਣੇ ਚ ਕੀ ਇਤਨੀ ਖਾਸੀਅਤ ਹੈ? ਖਾਸੀਅਤ ਇਹ ਹੈ ਕਿ ਜਦੋਂ ਉਹ ਗਾਉਂਦਾ ਹੈ, ਉਹਦੇ ਗੁਣ ਗਾ ਕੇ ਕਰਦਾ ਹੈ, ਤੇ ਉਹਦੇ ਚ ਇਮੋਸ਼ਨਲ ਐਸਪੈਕਟ ਪ੍ਰਗਟ ਹੁੰਦਾ ਹੈ ਉਹਦੇ ਚ, ਹਾਂਜੀ, ਜਿਹੜਾ ਕਹਿਣ ਵਿੱਚ ਨਹੀਂ ਆ ਸਕਦਾ। ਇਹ ਜਿਹੜੇ ਕੀਰਤਨ ਕਰਦੇ ਹਨ, ਜਿਹੜੇ ਕੀਰਤਨ ਸਿੱਖਦੇ ਹਨ ਰਾਗਾਂ ਵਿੱਚ, ਜਿਹੜਾ ਨੂੰ ਸਮਝ ਹੈ ਇਸ ਗੱਲ ਦੀ, ਉਹ ਇਸ ਗੱਲ ਨੂੰ ਮਹਿਸੂਸ ਕਰਦੇ ਹਨ। There are a lot of people who joined up for the beginners Kirtan class. They probably don't realize it now, but 6 months from now, though, when their voices get better and they are able to decipher the notes and when they are able to sing, though, तो उन्होंने पता लगेगा कि वो गुण गायन करन तो बाद मन विच एक अजीब खुशी पैदा होती है, आनंद दी फीलिंग आती है। ਜਿਹੜੀ आनंद दी फीलिंग किसी नवी चीज मिलन तो वो वाली फीलिंग नहीं है। वो ਜਿਹੜੀ वेकेशन जान तो बाद वो वाली फीलिंग नहीं है। ਜਿਹੜੇ फ्रेंड्स ਨਾਲ पार्टी करने वो वाली फीलिंग नहीं है। या घर कोई नवी चीज लैके आए या रेज हो जाए, वो फीलिंग नहीं है। एक अलग आनंद दी खुशी अंदरों पैदा होती है गुण गान नाल। इसी वास्ते गावने ते बहुत फोकस है। बाकियां ने सारे दूसरे अपनाए, लेकिन गुरु नानक ने अपने परमात्मा नूं गा गा के खुश कर लिता। पूरी जिंदगी गाया उन्होंने, हर उदासी ते गाया है, करतारपुर आके वापस गाया है, बचपन च गाया है, गा गा के गा गा के गा गा के गा गा के उन्होंने अपने गुरुदेव नूं खुश कर लिता। ते ਇਹ खुशी ਦਾ ਜਿਹੜਾ ਉਹਨਾਂ ਨੇ ਦੂਸਰਿਆਂ ਨੂੰ ਖੁਸ਼ ਕੀਤਾ, ਸਾਨੂੰ ਵੀ ਇਹ ਦਿੰਦੇ ਹਨ ਹਿਦਾਇਤ ਕਿ ਤੁਸੀਂ ਵੀ ਗਾਓ। ਬਾਰ ਬਾਰ ਇਸ ਗੱਲ ਤੇ ਕੀਰਤਨ ਦੀ ਗੱਲ ਆਏਗੀ, ਬਾਰ ਬਾਰ ਗੁਣ ਗਾਉਣ ਦੀ ਗੱਲ ਆਏਗੀ। ਔਰ ਇੱਕ ਹੋਰ ਗੱਲ ਕਲੈਰਿਟੀ ਦੇ ਦਿਆਂ ਮੈਂ, ਗੁਣ ਗਾਇਨ ਵਿੱਚ ਖੁਸ਼ੀ ਕਿਉਂ ਹੈ? ਦੂਸਰਿਆਂ ਦੇ ਗੁਣ ਨੂੰ ਨਿਰੂਪਣ ਕਰਨਾ ਕਿ ਅਸੀਂ ਹਮੇਸ਼ਾ ਰੋਕਦੇ ਹਾਂ ਨਾ ਕਿ ਆਪਣੇ ਗੁਣ ਕਿਸੇ ਦੂਸਰੇ ਦੀ, ਇਹ ਹਮੇਸ਼ਾ ਕਹਿੰਦੇ ਆ ਕਿ ਯਾਰ ਇਹ ਦੂਸਰੇ ਦੇ ਗੁਣ ਨਾ ਗਾਇਆ ਕਰ, ਜਾਂ ਦੂਸਰੇ ਦੇ ਉੱਤੇ ਬਾਰ-ਬਾਰ ਵਾਹ-ਵਾਹ ਨਾ ਕਰਿਆ ਕਰ, ਆਪਣੀ ਵਾਹ-ਵਾਹ ਮੈਨੂੰ ਨਾ ਕਰਿਆ ਕਰ ਕਿ ਮੈਂ ਬਹੁਤ ਅੱਛਾ ਜਾਂ ਮੈਂ ਬਹੁਤ ਸਿਆਣਾ ਮੈਂ। ਤੇ ਫਿਰ ਪ੍ਰਮਾਤਮਾ ਨੂੰ ਕੀ ਆਪਣੇ ਗੁਣ ਗਵਾਣੇ ਅੱਛੇ ਲੱਗਦੇ ਹਨ? ਕਿ ਪ੍ਰਮਾਤਮਾ ਨੂੰ ਕਿਉਂ ਚੰਗਾ ਲੱਗਦਾ ਹੈ ਮੇਰੇ ਗੁਣ ਗਾਣ ਸਾਰੇ? ਹਾਂਜੀ, ਕਿਉਂ ਹੈ ਇਹ ਫੀਲਿੰਗ? ਫਿਰ why do we say that? On the other hand, then we say कि नहीं किसी सामने दूसरी तारीफ ना करो या बहुते ਉਹਦੇ ਬਾਰੇ ਕਹੋ ਨਾ। ਤੇ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਮੇਰੇ ਬਾਰੇ ਬਾਰ-ਬਾਰ ਕੋਈ ਕਹੇ? Does he become happier or does it make any difference to him? ਹਾਂਜੀ, ਇਹ ਨਹੀਂ ਹੈ ਗੱਲ। ਉਹ ਤੁਸੀਂ ਗੁਣ ਗਾਓ ਨਾ ਗਾਓ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਹਾਂਜੀ, ਬੰਦ ਕਰ ਲਓ ਆਪਣੇ ਦਰਵਾਜ਼ੇ ਤੇ ਸੂਰਜ ਨਿਕਲਿਆ ਹੋਏ ਤੇ ਘਰ ਅੰਦਰ ਹਨੇਰਾ ਕਰ ਲਓ, ਪਰਦੇ ਥਾਲੇ ਗਿਰਾ ਦਿਓ, ਬੱਤੀਆਂ ਬੰਦ ਕਰ ਦਿਓ ਤੇ ਗੁੱਪ ਅੰਧੇਰੇ ਵਿੱਚ ਪੂਰੀ ਜ਼ਿੰਦਗੀ ਬਿਤਾ ਦਿਓ ਤੇ ਸੂਰਜ ਨੂੰ ਬਲੇਮ ਕਰੋ, ਕਹੋ ਜੀ ਉਹ ਸੂਰਜ ਨਿਕਲਿਆ ਹੀ ਨਹੀਂ ਅੱਜ, ਤੇ ਘਰ ਦੇ ਪਰਦੇ ਤੁਹਾਡੇ ਥੱਲੇ ਗਿਰੇ ਹੋਣ ਸਾਰੇ। ਹਾਂਜੀ, ਇਹ ਉਹ ਨਹੀਂ। ਤੁਸੀਂ ਗੁਣ ਗਾਓ ਨਾ ਗਾਓ, ਉਸ ਨੂੰ ਕੋਈ ਫਰਕ ਨਾ। ਉਹ ਵੱਡਾ ਹੋਏਗਾ ਤੇ ਨਾ ਉਹ ਛੋਟਾ ਹੋਏਗਾ। ਉਹ ਵੱਡੇ ਤੋਂ ਵੱਡਾ ਹੈ ਤੇ ਉਸ ਨੂੰ ਜੇ ਕਹੋਗੇ ਵੱਡੇ ਤੋਂ ਵੱਡਾ ਹੈ ਤਾਂ ਉਹਨੇ ਵੱਡੇ ਨਹੀਂ ਹੋ ਜਾਣਾ ਤੁਹਾਡੇ ਕਹਿਣ ਨਾਲ, ਤੇ ਜੇ ਉਸ ਨੂੰ ਕੋਈ ਕਹੋਗੇ ਛੋਟਾ ਹੈ ਤਾਂ ਉਹਨੇ ਛੋਟੇ ਨਹੀਂ ਹੋ ਜਾਣਾ ਤੁਹਾਡੇ ਕਹਿਣ ਨਾਲ। ਗੁਣ ਇਸ ਵਾਸਤੇ ਗਾਣੇ ਹਨ ਕਿਉਂਕਿ ਜਿਹਦੇ ਗੁਣ ਗਾਉਂਦੇ ਹੋ ਬਾਰ-ਬਾਰ, ਜਿਸ ਨੂੰ ਧਿਆਨਦੇ ਹੋ ਬਾਰ-ਬਾਰ, ਉਹ ਗੁਣ ਜਿਹੜੇ ਹਨ, ਉਹ ਨਿਮਰਤਾ ਵਾਲੇ ਗੁਣ, ਉਹ ਵੱਡੇ ਵਾਲੇ ਗੁਣ ਤੁਹਾਡੇ ਚ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਵਾਸਤੇ ਗੁਣ ਗਾਉਂਦੇ ਹਨ, ਇਸ ਵਾਸਤੇ ਗੁਣ ਗਾਇਨ ਹੈ। ਗੁਣ ਗਾਇਨ ਆਪਣੇ ਵਾਸਤੇ ਹੈ, ਉਹਦੇ ਵਾਸਤੇ ਨਹੀਂ ਹੈ। ਉਹਨੇ ਨਹੀਂ ਖੁਸ਼, ਉਹ ਖੁਸ਼ ਹੁੰਦਾ ਠੀਕ ਹੈ। ਉਹ ਖੁਸ਼ ਇਸ ਵਾਸਤੇ ਹੁੰਦਾ ਕਿ ਉਹਦੀਆਂ ਕੁਆਲਿਟੀਆਂ ਤੁਸੀਂ ਅਡਾਪਟ ਕਰਦੇ ਹੋ, ਉਹ ਤਾਂ ਖੁਸ਼ ਹੁੰਦਾ ਹੈ। ਉਹ ਖੁਸ਼ ਇਸ ਵਾਸਤੇ ਨਹੀਂ ਹੁੰਦਾ ਕਿ ਮੇਰੀ ਵੱਡੇ, ਉਸਨੂੰ ਆਪਣੀ ਵਡਿਆਈ ਨਹੀਂ ਕਰਨੀ। ਉਹ ਵੱਡਾ ਹੈ ਆਲਰੇਡੀ, ਉਹ ਬਹੁਤ ਵੱਡਾ ਹੈ। ਤੁਹਾਡੀ ਸਮਝ ਬੁੱਝ ਤੋਂ, ਤੁਹਾਡੇ ਦਿਮਾਗ ਦੇ ਉੱਤੋਂ ਦੀ ਬਹੁਤ ਵੱਡਾ ਹੈ। ਉਸ ਨੂੰ ਤੁਹਾਡੀ ਵਡਿਆਈ ਦੀ ਲੋੜ ਨਹੀਂ, ਤੁਹਾਨੂੰ ਲੋੜ ਹੈ ਉਹਦੀ ਵਡਿਆਈ ਦੀ। ਬਾਰ-ਬਾਰ ਕਹੋਗੇ ਤੂੰ ਵੱਡਾ ਹੈ, ਉਸ ਵੱਡੇ ਦੇ ਗੁਣ ਆਪਣੇ ਆਪ ਅੰਦਰ ਆਣਗੇ। ਨਿਮਰਤਾ ਆਏਗੀ, ਧਰਮ ਆਏਗਾ, ਸੱਚ ਆਏਗਾ, ਸੰਤੋਖ ਆਏਗਾ, ਸੇਵਾ ਕਰਨ ਦੀ ਭਾਵਨਾ ਆਏਗੀ, ਕਰੁਣਾ ਆਏਗੀ, ਦਇਆ ਆਏਗੀ। ਇਹ ਸਾਰੇ ਦੇਵਿਕ ਗੁਣ ਹਨ ਸਾਰੇ। ਇਸ ਵਾਸਤੇ ਗੁਣ ਗਾਇਨ ਹੈ, ਇਸ ਵਾਸਤੇ ਗੁਣ ਦੇ ਗਾਇਨ ਦਾ ਤਰੀਕਾ। ਇਸ ਵਾਸਤੇ ਇੱਥੇ ਵਰਡ ਆਏ ਹਨ, 8 ਪਹਿਰ ਤਾਂ ਕਾ ਜਸ ਗਾਵੀਜੇ, ਗਾਓ ਉਸ ਦੇ ਗੁਣ 8 ਪਹਿਰ।
ਕੀਰਤਨ ਰਾਹੀਂ ਗਾਓ, ਬਾਣੀ ਰਾਹੀਂ ਗਾਓ। ਇसी ਵਾਸਤੇ ਗੁਰਬਾਣੀ ਨੂੰ ਰਾਗਾਂ ਵਿੱਚ ਰਚਿਤ ਕਰਕੇ ਗਾਣ ਵਾਸਤੇ ਭੇਜਿਆ ਗਿਆ ਹੈ। ਇੱਥੇ 8 ਪਹਿਰ ਤਾਂਕਾ ਜਸ ਗਾਵੀ ਜੇ ਪ੍ਰਸਾਦ ਤੁਝ ਸਭ ਕੋ ਮਾਨੇ। ਜਿਹੜੀ ਤੇਰੀ ਇੱਜ਼ਤ ਮਾਨ ਹੈ ਹਰ ਜਗ੍ਹਾ, ਜਿੱਥੇ ਜਾਂਦੇ ਹੋ ਕੋਈ ਵਕੀਲ ਸਾਹਿਬ ਕਹਿੰਦਾ, ਕੋਈ ਡਾਕਟਰ ਸਾਹਿਬ ਕਹਿੰਦਾ, ਕੋਈ ਤੁਹਾਡੇ ਨਾਂ ਦੇ ਨਾਲ ਕੋਈ ਅੱਛੇ ਵਰਡ ਨਾਲ ਕਹਿੰਦਾ, ਕੋਈ ਜੀ ਕਰਕੇ ਪੁਕਾਰਦਾ ਹੈ ਤੁਹਾਨੂੰ। ਜਿੱਥੇ ਜਾਂਦੇ ਹੋ ਤੁਹਾਡਾ ਇੱਜ਼ਤ ਸਤਿਕਾਰ ਹੁੰਦਾ ਹੈ, ਜਿੱਥੇ ਜਾਂਦੇ ਹੋ ਲੋਕ ਖੜੇ ਹੋ ਕੇ ਖੁਸ਼ ਕੇ ਮਿਲਦੇ ਹਨ ਤੁਹਾਡੇ। ਇਹ ਜਿਹੜਾ ਮਾਣ ਉਹਨੇ ਬਖਸ਼ਿਆ ਹੈ ਤੁਹਾਨੂੰ, ਇਹ ਤੁਹਾਡਾ ਮਾਣ ਨਹੀਂ ਹੈ, ਇਹ ਉਸ ਦਾ ਮਾਣ ਹੈ। ਇਹ ਮਾਣ ਉਸ ਦਾ ਬਖਸ਼ਿਆ ਹੋਇਆ ਹੈ। ਤੇ ਜਿਹੜਾ ਬਖਸ਼ਦਾ ਹੈ ਮਾਣ, ਉਸ ਨੂੰ ਚੇਤੇ 'ਚ ਰੱਖੋ। ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਂ ਕੋ ਜਸ ਰਸਨ ਬਖਾਨੈ। ਤੇ ਤੇਰਾ ਮੂੰਹ ਉਸਦਾ ਤੇਰੀ ਰਸਨਾ ਕਿਉਂ ਨਹੀਂ ਉਸਦਾ ਜਸ ਗਾਉਂਦੀ, ਉਸਦਾ ਤੇਰੀ ਰਸਨਾ ਕਿਉਂ ਨਹੀਂ ਉਸਨੂੰ ਬਾਰ-ਬਾਰ ਯਾਦ ਕਰਦੀ, ਤੇਰੀ ਰਸਨਾ ਉਸਨੂੰ ਕਿਉਂ ਭੁੱਲ ਜਾਂਦੀ ਹੈ। ਜੇ ਪ੍ਰਸਾਦ ਤੁਝ ਸਭ ਕੋ ਮਾਣੇ ਵਾਲੀ ਅਵਸਥਾ ਜਿਹੜਾ ਪ੍ਰਾਪਤ ਕਰਦਾ ਹੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਤੇ ਜੇ ਤੂੰ ਆਪਣੇ ਧਰਮ ਦੀ ਰਹਿਤ ਪੱਕੀ ਰੱਖੀ ਹੋਈ ਹੈ, ਜੇ ਤੂੰ ਸਵੇਰੇ ਜਪਜੀ ਦਾ ਪਾਠ ਕਰ ਲੈਂਦਾ ਹੈ, ਸ਼ਾਮੀ ਰਹਿਰਾਸ ਸੋਹਲੇ ਕਰਨ ਦਾ ਟਾਈਮ ਤੇਰੇ ਕੋਲ ਹੈ, ਤੇਰੇ ਕੋਲ ਜੇ ਤੂੰ ਕੀਰਤਨ ਉਸ ਗੁਰੂ ਦੀ ਕੀਰਤੀ ਕਰਦਾ ਹੈ, ਆਪਣੇ ਧਰਮ ਵਿੱਚ ਰਹਿਤਾ ਹੈ, ਆਪਣੇ ਧਰਮ ਵਿੱਚ ਪ੍ਰਪੱਖ ਹੈ, ਤੇ ਉਹ ਵੀ ਉਹਦਾ ਥੈਂਕ ਯੂ ਕਰਿਆ ਕਰ। ਉਹ ਵੀ ਉਹ ਕਰਨ ਕਰਾਉਣ ਵਾਲਾ ਹੈ। ਤੇਰੇ ਵੱਸ 'ਚ ਨਹੀਂ ਹੈ ਕੀਰਤਨ ਕਰਨਾ, ਤੇਰੇ ਵੱਸ 'ਚ ਨਹੀਂ ਹੈ ਕੀਰਤਨ ਸਿੱਖਣਾ, ਤੇਰੇ ਵੱਸ 'ਚ ਨਹੀਂ ਹੈ ਬਾਣੀ ਸਿੱਖਣੀ, ਤੇਰੇ ਵੱਸ 'ਚ ਨਹੀਂ ਹੈ ਬਾਣੀ ਕੰਠ ਕਰਨੀ, ਉਹ ਇਹ ਕਰਾਂਦਾ ਹੈ ਆਪ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਜਿਹਦੀ ਕਿਰਪਾ ਦੇ ਨਾਲ ਤੇਰਾ ਧਰਮ ਰਹਿ ਰਿਹਾ ਹੈ, ਤੂੰ ਆਪਣੇ ਧਰਮ ਵਿੱਚ ਪ੍ਰਪੱਖ ਹੈ, ਜਿਹਦੀ ਕਿਰਪਾ ਨਾਲ ਕੋਈ ਮੁਸਲਮਾਨ ਹੋਵੇ ਤੇ ਹਜ ਤੇ ਕਰਨ ਜਾਏ, 5 ਨਮਾਜ਼ਾਂ ਪੜ੍ਹ ਲਵੇ, ਦਾਨ ਕਰ ਦੇਵੇ, ਰੋਜ਼ੇ ਰੱਖ ਲਵੇ, ਤੇ ਅੱਲਾ ਨੂੰ ਯਾਦ ਹੀ ਨਾ ਕਰੇ, ਉਸ ਪ੍ਰਮਾਤਮਾ ਨਾਲ ਰਿਲੇਸ਼ਨਸ਼ਿਪ ਬਣਾ ਕੇ ਨਾ ਰੱਖੇ। ਜੇ ਹਿੰਦੂ ਹੋਵੇ ਤੇ ਤੀਰਥਾਂ ਤੇ ਚਲਾ ਜਾਵੇ, ਹਰ ਧਾਮ ਦੇ ਦਰਸ਼ਨ ਕਰ ਆਵੇ, ਹਾਂਜੀ, ਕੁੰਭ ਮੇਲੇ ਤੇ ਜਾ ਕੇ ਪ੍ਰਯਾਗ ਹੋ ਕੇ ਤ੍ਰਿਵੇਣੀ 'ਚ ਨਹਾ ਵੀ ਆਵੇ, ਜਾ ਕੇ ਵੇਦ ਸ਼ਾਸਤਰਾਂ ਦਾ ਪਾਠ ਕਰ ਲਵੇ, ਤੇ ਉਸ ਪ੍ਰਮਾਤਮਾ ਨੂੰ ਚੇਤੇ ਨਾ ਰੱਖੇ, ਉਸ ਪ੍ਰਮਾਤਮਾ ਨਾਲ ਪਿਆਰ ਨਾ ਕਰੇ, ਤੇ ਪ੍ਰਮਾਤਮਾ ਦੇ ਪਿਆਰ ਕਰਨ ਦੇ ਚਿੰਨ੍ਹ ਜਿਹੜੇ ਇਹ ਹਨ ਕਿ ਸਾਰੀ ਕਾਇਨਾਤ ਨਾਲ ਪਿਆਰ ਕਰੇ। ਇਹ ਯਾਦ ਰੱਖਣਾ ਮੇਰੀ ਗੱਲ। ਪ੍ਰਮਾਤਮਾ ਨੂੰ ਜਿਹੜਾ ਬਹੁਤਾ ਪਿਆਰ ਕਰਦੇ ਹਨ ਨਾ ਜਿਹੜੇ, ਉਹ ਫਿਰ ਉਹਦੀ ਸ੍ਰਿਸ਼ਟੀ ਨਾਲ ਪਿਆਰ ਕਰਦੇ ਹਨ, ਹਰ ਚੀਜ਼ ਨਾਲ। ਉਹਨਾਂ ਵਾਸਤੇ ਫਿਰ ਉਹ ਪੇੜਾਂ ਨੂੰ ਵੀ ਹੱਕ ਕਰ ਲੈਂਦੇ ਹਨ, ਉਹ ਦਰਖਤਾਂ ਨੂੰ ਵੀ ਜੱਫੀਆਂ ਪਾ ਲੈਂਦੇ ਹਨ, ਉਹ ਫੁੱਲਾਂ ਨਾਲ ਪਿਆਰ ਕਰਦੇ ਹਨ, ਉਹ ਉਹਦੀ ਹਰ ਕੁਦਰਤ ਵਿੱਚ ਉਸ ਨੂੰ ਦੇਖਦੇ ਹਨ। ਕਿਉਂ? ਉਹਨਾਂ ਨੂੰ ਯਾਦ ਆਉਂਦਾ ਉਹਦੇ ਵਿੱਚੋਂ। ਤੇ ਜਿਹੜੇ ਨਹੀਂ ਕਰਦੇ ਉਹਦੇ ਨਾਲ, ਉਹ ਉਹਦੀ ਝੂਠੇ ਪਿਆਰ ਕਰਨ ਵਾਲੇ ਦੀ ਗੱਲ ਨਹੀਂ ਹੋ ਰਹੀ, ਇੱਥੇ ਸੱਚੇ ਪਿਆਰ ਕਰਨ ਵਾਲੇ ਦੀ ਗੱਲ ਹੋ ਰਹੀ ਹੈ। ਜੇ ਪ੍ਰਸਾਰ ਤੇਰੋ ਰਹਿਤਾ ਧਰਮ, ਮਨ ਸਦਾ ਧਿਆਈਏ ਕੇਵਲ ਪਾਰ ਬ੍ਰਹਮ। ਉਸ ਪ੍ਰਮਾਤਮਾ ਉਸ ਪ੍ਰਮਾਤਮਾ ਨਾਲ ਧਿਆਵਣਾ, ਉਹਨੂੰ ਚੇਤੇ ਵਿੱਚ ਰੱਖਣਾ, ਉਹਨੇ ਆਪਣੇ ਮਾਈਂਡ ਵਿੱਚ ਰੱਖਣਾ। ਮਨ ਹੈ ਮੇਰੇ ਮਨ, ਉਸ ਪ੍ਰਮਾਤਮਾ ਨੂੰ ਸਦਾ ਯਾਦ ਕਰਿਆ ਕਰ, ਜਿਸ ਪ੍ਰਮਾਤਮਾ ਨੇ ਤੇਰਾ ਧਰਮ ਰੱਖਿਆ ਹੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ। ਇਹ ਇੱਥੇ ਹੀ ਮਾਣ ਨਹੀਂ ਹੈ, ਅੱਗੇ ਜਾ ਕੇ ਵੀ ਉਹਦੀ ਪ੍ਰਮਾਤਮਾ ਦੀ ਦਰਗਾਹ ਵਿੱਚ ਤੁਹਾਨੂੰ ਮਾਣ ਮਿਲਣਾ ਹੈ। ਤੇ ਜੇ ਅੱਗੇ ਜਾ ਕੇ ਉਹਦੇ ਸਾਹਮਣੇ ਚੰਗਾ ਮੂੰਹ ਲੈ ਕੇ ਜਾਣਾ ਹੈ, ਤੇ ਫਿਰ ਉਸ ਪ੍ਰਮਾਤਮਾ ਨਾਲ ਪਿਆਰ ਹੋਣੇ ਹੀ ਸ਼ੁਰੂ ਕਰ, ਉਹਦੀ ਸ੍ਰਿਸ਼ਟੀ ਵੱਲ ਪਿਆਰ ਹੋਣੇ ਸ਼ੁਰੂ ਕਰ, ਉਹਦੀ ਸ੍ਰਿਸ਼ਟੀ ਨਾਲ, ਉਹਦੀ ਸ੍ਰਿਸ਼ਟੀ ਦੀ ਸੇਵਾ ਕਰ, ਉਹਦੀ ਕ੍ਰੀਏਸ਼ਨ ਦੀ ਸੇਵਾ ਕਰ। ਜੇ ਤੈਨੂੰ ਭੁੱਖਾ ਕੋਈ ਨਜ਼ਰ ਆਏ, ਨੈਕਸਟ ਟਾਈਮ ਕੋਈ ਤੈਨੂੰ ਭੁੱਖਾ ਨਜ਼ਰ ਆਏ, ਨੈਕਸਟ ਟਾਈਮ ਤੈਨੂੰ ਕੋਈ ਨਜ਼ਰ ਆਏ ਲੋੜਵੰਦ ਹੈ, ਤੇ ਸਮਝ ਲੈ ਗੁਰੂ ਕੀ ਗੋਲਕ ਖੁੱਲੀ ਹੈ। ਮੈਂ ਇੱਕ ਕਲਾਸ ਵਿੱਚ ਮੈਂ ਗੱਲ ਅੱਜ ਤੋਂ ਕੋਈ ਸਾਲ ਪਹਿਲੇ ਸ਼ੇਅਰ ਕੀਤੀ ਸੀ, ਬਟ ਹੁਣ there is a very international audience. I want to share this with everybody. ਮੈਂ ਨਹੀਂ ਕਰ ਸਕਿਆ ਉਸ ਦਿਨ, ਮੇਰੇ 'ਚ ਹਿੰਮਤ ਨਹੀਂ ਪਈ। ਇਹ ਅੱਜ ਤੋਂ ਕੋਈ 2 ਸਾਲ ਪੁਰਾਣੀ ਗੱਲ ਹੈ, 2.5 ਸਾਲ ਪੁਰਾਣੀ ਗੱਲ ਹੈ। ਇੱਕ ਵਾਰੀ ਲੰਚ ਤੇ ਗਿਆ ਮੈਂ, ਤੇ ਇੱਕ ਮੈਕਸੀਕਨ ਫਾਸਟ ਫੂਡ ਪਲੇਸ ਹੈ very close to my office. ਮੈਂ ਕਲਾਸ ਬੜੀ ਵਾਰੀ ਗੱਲ ਸੁਣਾਈ ਹੈ ਵਾਲੀ। It affected my heart a lot. I want to share this with everybody. ਉੱਥੇ ਜਾ ਕੇ one of those places where you pay for first and then you sit down and then they bring the food to your table, you know. I did the same exact thing. ਮੈਂ ਕੱਲਿਆ ਗਿਆ, ਮੈਂ ਪੈਸੇ ਦਿੱਤੇ, ਆਪਣੀਆਂ ਚੀਜ਼ਾਂ ਚੁੱਕੀਆਂ, ਆਪਣੇ ਟੇਬਲ ਤੇ ਆ ਕੇ ਨੰਬਰ ਰੱਖ ਦਿੱਤਾ, ਤੇ ਮੈਂ ਵੇਟ ਕਰਦਾ ਪਿਆ for the food to arrive. ਤੇ ਉਨੀ ਦੇਰ ਵਿੱਚ ਕੋਈ 4-5 ਮਿੰਟਾਂ ਬਾਅਦ ਮੈਂ ਦੇਖਿਆ ਇੱਕ ਹੋਮਲੈਸ ਪਰਸਨ
ਜਿਹਦੇ ਕੱਪੜੇ ਫੱਟੇ ਹੋਏ ਹਨ ਵਿਚਾਰੇ, ਸ਼ਕਲ ਵੀ ਠੀਕ ਨਹੀਂ ਹੈ, ਨਾਤਾ ਵੀ ਨਹੀਂ ਬੜੀ ਦੇਰ ਤੋਂ, ਉਹ ਆਇਆ ਅੰਦਰ, he entered the restaurant and the moment he entered the restaurant ਵਾਲੇ ਉਹ ਜਿਹੜਾ ਮੈਨੇਜਰ ਸੀ ਕੋਈ ਵੀ ਸੀ, ਉਹ said no leave, what do you want, leave, you know, ਤੇ ਉਹ ਕਵੇ ਮੂੰਹੋਂ I'm hungry, ਤੇ ਉਹ ਕਵੇ leave, ਤੇ ਮੇਰੇ ਮਨ ਚ ਖਿਆਲ ਆਇਆ ਯਾਰ ਮੈਂ ਉੱਠਾਂ ਤੇ ਇਹਨੂੰ ਮੈਂ maybe I should pay for the food, and ਮੇਰੇ ਮਨ ਚ ਇਹ ਦੁਬਿਧਾ ਚੱਲੀ ਅੰਦਰ ਕਿ ਮੈਂ ਉੱਠਾਂ ਕਿ ਨਾ ਉੱਠਾਂ, ਉੱਠ ਜਾਵਾਂ, ਉੱਠ ਕੇ ਦੇ ਦਿਆਂ ਇਹਦੇ ਪੈਸੇ। ਮੈਂ 2-3 ਵਾਰੀ ਖਿਆਲ ਆਇਆ, ਹਲੇ ਮੇਰੇ ਮਨ ਚ ਖਿਆਲ ਆਇਆ ਸੀ, ਮੈਂ ਦੇਖਿਆ 1 ਸੈਕਿੰਡ ਬਾਅਦ there is a African American gentleman in his 30s probably mid 30s ਵਿੱਚ ਹੋਣਾ, you know, ਉਹ ਉੱਠਿਆ ਉੱਥੋਂ, ਆਪਣੇ ਜੋ ਖਾ ਰਿਹਾ ਸੀ ਉਹ ਉੱਠਿਆ ਉੱਥੋਂ, ਤੇ ਉੱਠ ਕੇ ਉਹਨੇ ਆਪਣੇ ਵਾਲਟ ਚੋਂ ਕ੍ਰੈਡਿਟ ਕਾਰਡ ਕੱਢਿਆ ਤੇ ਉਹਨੇ ਉਸਨੂੰ ਕਲਰਕ ਨੂੰ ਦੇ ਦਿੱਤਾ ਕਿ whatever this guy wants and how much ever food he wants, just charge it on my credit card. Hanji, and even if he wants to take the food home, it's okay with him, whatever he wants. ਤੇ ਮੈਂ ਮਨ ਸੋਚਿਆ ਕਿ ਗੁਰੂ ਨਾਨਕ ਦਾ ਅਸਲੀ ਸਿੱਖ ਤੇ ਹੀ ਨਿਕਲਿਆ ਅੱਜ। ਇਹ ਇਸਨੇ ਉਹਦੇ ਵਿੱਚੋਂ ਦੇਖਿਆ ਉਹਦਾ ਰੂਪ, ਕਰੁਣਾ ਉਹਦੇ ਅੰਦਰੋਂ ਉਪਜੀ, ਉਹਦੇ ਅੰਦਰੋਂ ਕਰੁਣਾ ਤੋਂ ਉਪਜ ਕੇ ਉਸਨੇ ਉਹਦੀ ਮਦਦ ਕੀਤੀ। ਉਸਨੇ ਮੇਰੇ ਮਨ ਚ ਖਿਆਲ ਆਇਆ ਉੱਠਣ ਦਾ, 2 ਵਾਰੀ ਉੱਠਣ ਦੀ, ਲੇਕਿਨ ਮਨ ਹਾਲੇ ਬਣਦਾ ਹੀ ਪਿਆ ਸੀ ਕਿ somebody else took it over, ਮੈਂ ਨਹੀਂ ਕਰ ਸਕਿਆ, ਉਹ ਕਰ ਗਿਆ ਪਹਿਲੇ ਕੰਮ। ਇਹ ਹੈ ਉਸ ਨਾਲ ਪਿਆਰ ਕਰਨਾ। ਹਾਂਜੀ, ਇਸ ਘਰ ਵਿੱਚ, ਨਾਨਕ ਦੇ ਘਰ ਵਿੱਚ ਪਿਆਰ ਕਰਨਾ, ਉਸ ਨਾਲ ਕੋਈ ਆਪਣੇ ਘਰ ਵਿੱਚ ਬੈਠ ਕੇ ਸਵੇਰੇ 4 ਵਜੇ ਗੁਰਮੰਤਰ ਦਾ ਜਾਪ ਕਰ ਲੈਣਾ ਹੀ ਕਾਫੀ ਨਹੀਂ ਹੈ। ਇਸ ਘਰ ਵਿੱਚ ਸਿਰਫ ਆਪੇ ਕਰਕੇ ਆਪਣੇ ਆਪ ਤੇ ਫੋਕਸ ਕਰਕੇ ਧਿਆਨ ਕਰਨਾ ਕਾਫੀ ਨਹੀਂ ਹੈ। ਉਹਦੇ ਨਾਲ ਪਿਆਰ ਕਰਨਾ ਮਨੇ ਉਹਦਾ ਰੂਪ ਸਭ ਵਿੱਚ ਦੇਖਣਾ, ਉਹਦੇ ਬਣਾਏ ਹੋਏ ਹਰ ਬੰਦੇ ਦੀ ਤਕਲੀਫ ਆਪਣੀ ਤਕਲੀਫ ਸਮਝਣਾ। ਇਹ ਹੈ ਨਾਨਕ ਦੇ ਘਰ ਦੇ ਅਸੂਲ। ਇਹ ਉਹਨਾਂ ਪੂਰਨਿਆਂ ਤੇ ਪਾਇਆ ਹੈ ਸਾਨੂੰ ਉਹਨਾਂ ਨੇ। ਤੇ ਇਹ ਇਨਸੀਡੈਂਟਸ ਹਾਲ ਮੈਨੂੰ ਕਦੀ ਭੁੱਲੇਗਾ ਨਹੀਂ ਜ਼ਿੰਦਗੀ ਦੁਬਾਰਾ। I always remember that and how that happened. And after I was done with my lunch, I walked up to the gentleman after I was finished eating though, and I shook his hand. I am a Sikh by religion, but you are a real Sikh, not me. You did the thing that we are taught to do from the very beginning, and you are the true follower of the religion. And he also got teary eyes, you know, he hugged me and I left the restaurant. मैं दोबारा कभी उन्होंने देखा नहीं उस जगह पे। That's the only time I saw him. So ਇਹ ਗੱਲ ਚੇਤੇ ਰਵੇ ਕਿ ਪ੍ਰਮਾਤਮਾ ਨਾਲ ਪਿਆਰ, ਉਹਦੀ ਪ੍ਰੇਮਾ ਭਗਤੀ ਜਿਹੜੀ ਹੈ, ਉਹਦੀ ਸ੍ਰਿਸ਼ਟੀ ਨਾਲ ਪ੍ਰੇਮਾ ਭਗਤੀ ਵੀ ਹੈ ਨਾਲ। ਉਹ ਪਹਿਲੇ ਹੈ, ਬਾਅਦ ਵਿੱਚ ਦੂਸਰੀ ਗੱਲ, ਅੰਦਰਲੀ ਗੱਲ ਬਾਅਦ ਵਿੱਚ ਆਏਗੀ। ਤੁਸੀਂ ਨੋਟਿਸ ਕਰੋਗੇ ਸੁਖਮਨੀ ਸਾਹਿਬ ਦੀ 24 ਅਸ਼ਟਪਦੀਆਂ ਵਿੱਚੋਂ ਸਿਰਫ ਇੱਕ ਅਸ਼ਟਪਦੀ ਜਿਹੜੀ ਨਿਰਗੁਣ ਰੂਪ ਪ੍ਰਮਾਤਮਾ ਤੇ ਫੋਕਸਡ ਹੈ, ਜਿਹੜੀ ਆਪਣੀ ਇੰਟਰਨਲ ਲਾਈਫ ਤੇ ਫੋਕਸ ਹੈ, ਉਹ ਅਸ਼ਟਪਦੀ ਨੰਬਰ 21 ਹੈ। ਹਾਂਜੀ, ਉਹ ਅਗਰ 21ਵੀਂ ਅਸ਼ਟਪਦੀ ਨੂੰ ਕੱਢ ਦਿਓ, ਬਾਕੀ 23 ਅਸ਼ਟਪਦੀਆਂ ਫੋਕਸ ਜਿਹੜਾ ਵਾ ਸਾਰੇ ਸੰਸਾਰ ਤੇ ਫੋਕਸ ਹੈ। ਤੁਸੀਂ ਦੇਖੋਗੇ, ਤੁਸੀਂ ਪੂਰੀ ਅਸ਼ਟਪਦੀ 23rd ਲੈ ਲਓ, ਕੋਈ ਵੀ ਅਸ਼ਟਪਦੀ ਲੈ ਲਓ ਤੁਸੀਂ, 21ਵੀਂ ਅਸ਼ਟਪਦੀ ਐਕਸੈਪਸ਼ਨ ਹੈ। ਉੱਥੇ ਉਸ ਨਿਰਗੁਣ ਰੂਪ ਪ੍ਰਮਾਤਮਾ ਦੇ ਬ੍ਰਹਮ ਤੇ ਫੋਕਸ ਕੀਤਾ ਉਹਨਾਂ ਨੇ ਉੱਤੇ। I'm going to stop for a second here and reflect on my incident also, and I really felt that day ਕਿ ਪ੍ਰਮਾਤਮਾ ਨੂੰ ਬੁੱਝਣ ਵਾਲਾ ਉਹ ਹੈ ਜਿਹੜੇ ਦੂਸਰਿਆਂ ਦੀ ਤਕਲੀਫਾਂ ਨੂੰ ਬੁੱਝਦਾ ਹੈ, ਜਿਹੜੇ ਦੂਸਰਿਆਂ ਦੇ ਦੁੱਖ ਦੂਰ ਕਰਦਾ ਹੈ। ਉਹ ਗੁਰੂ ਨਾਨਕ ਦਾ ਅਸਲੀ ਸਿੱਖ ਹੈ। I'm going to stop for a second here and see if anybody has any questions or comments before we move on to the third pada. Usually this is Jaspal Singh. Anji. So there's an organization in LA that helps homeless kids, but you cannot serve on their board until you have spent a night in LA being homeless. Wow. So you have to go with them, spend a night in a sleeping bag or whatever they do, then they let you become a board member. Wow. So sometimes you have to experience it to know what it's like so that you can help somebody. ਤਾਂ ਉਹ ਜਿਹੜੇ ਤੁਸੀਂ ਬੰਦਾ ਕਹਿੰਦੇ ਨਾ ਅਫਰੀਕਨ ਅਮਰੀਕਨ ਸੀਗਾ, ਉਹਨਾਂ ਨਾਲ ਏਦਾਂ ਹੋਈ ਹੋਏਗੀ
ਕਈ ਵਾਰੀ ਭੁੱਖ ਲੱਗੀ ਹੁੰਦੀ ਤਾਂ ਕੋਈ ਦੇਣ ਵਾਲਾ ਨਹੀਂ ਹੁੰਦਾ. That's true. Yeah? So that's an association. Thank you for sharing that, Jaspalji. Appreciate that. Yeah. It was a very moving incident in my life. That one was, I was so moved. I cannot tell you how moved I was. But anyway, Honden life change incident, you learn from them and you move forward, and you asli Nanak da Sikh si ho, So. Surinder ji. Hanji. You make me speechless. Thank you. So beautiful. Thank you. ਤੇ ਇਹ ਜਿਹੜੀ ਤੁਸੀਂ ਕਹਾਣੀ ਦੱਸੀ ਹੈ ਨਾ, ਕਈਆਂ ਦੇ ਦਿਲ ਇੰਜ ਦੇ ਹੀ ਹੁੰਦੇ ਨੇ, ਤੇ ਉਹਨਾਂ ਤੇ ਰੱਬ ਦੀ ਕਿੰਨੀ ਮਿਹਰ ਹੈ ਤੇ ਹੈ। ਉਹਦੀ ਮਿਹਰ ਬਿਨਾਂ ਨਹੀਂ ਹੋ ਸਕਦਾ। ਉਹਦੇ ਮਨ ਚ ਪ੍ਰਮਾਤਮਾ ਨੇ ਪਹਿਲੇ ਖਿਆਲ ਪਾਇਆ ਤੇ ਉਹ ਉੱਠ ਕੇ ਚਲਾ ਗਿਆ। ਉਹ ਮੈਂ ਦੁਬਿਧਾ ਚ ਰਹਿ ਗਿਆ, ਉੱਠਾਂ ਕਿ ਨਾ ਉੱਠਾਂ। ਉਸ ਚੱਕਰ ਚ 30 ਤੋਂ ਲੈ ਕੇ 60 ਸੈਕਿੰਡ ਜਿਹੜੇ ਮੇਰੇ ਬੀਤੇ ਉਹਦੇ ਚ ਉੱਠ ਗਿਆ। ਪਰ ਉਸ ਤੋਂ ਜ਼ਿਆਦਾ ਮੈਂ ਕਿਹਾ ਕਿ ਉਸਨੇ ਇਹ ਨਹੀਂ ਕਿਹਾ ਕਿ ਇੱਕ ਚੀਜ਼ ਲੈ ਲੈ ਜਾਂ ਦੋ ਚੀਜ਼ਾਂ ਲੈ ਲੈ। ਉਸਨੇ ਇਹ ਨਹੀਂ ਕਿਹਾ ਕਿ ਇਸ ਨੂੰ ਇਹ ਚੀਜ਼ ਦੇ ਦੇ। ਉਸਨੇ ਇਹ ਕਿਹਾ ਕਿ ਜੋ ਖਾਣਾ ਚਾਹੇ ਔਰ ਜੋ ਨਾਲ ਲੈ ਜਾਣਾ ਚਾਹੇ, ਇਸ ਨੂੰ ਤੂੰ ਮੜਿਆ ਨਾ ਕਰੀ, ਤੂੰ ਕਹਿ ਨਾ ਇਸ ਨੂੰ ਕੁਝ, ਤੂੰ ਜੋ ਇਹ ਮੇਰੇ ਕ੍ਰੈਡਿਟ ਕਾਰਡ ਤੇ ਚਾਰਜ ਕਰ ਲੈ। ਪਰ ਉਸ ਤੋਂ ਬਾਅਦ ਫਿਰ ਤੁਸੀਂ ਕਦੀ, ਹਾਂਜੀ ਆਮ ਸੌਰੀ, ਉਸ ਤੋਂ ਬਾਅਦ ਫਿਰ ਤੁਸੀਂ ਕਦੀ ਕੋਈ ਇੰਜ ਦਾ ਵਕਤ ਖੁੰਝਾਇਆ ਨਹੀਂ ਹੋਣਾ? ਫਿਰ ਮੈਂ ਇੱਕ ਦੋ ਹੋਏ, ਮੈਂ ਖੁਜਾਇਆ ਨਹੀਂ ਫਿਰ। ਦੈਟਸ ਟਰੂ। ਮੇਰੇ ਨਾਲ ਦੋ ਬਾਰ ਇੱਕ ਦੋਰੀ ਹੋਏ। ਆਈ ਲਰਨਡ ਮਾਈ ਲੈਸਨ। ਪਰਮਾਤਮਾ ਦੀ ਦਰਗਾਹ। ਹਾਂਜੀ, ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਸ਼ਲੋਕ ਆਂਦਾ ਹੈ ਸੰਸਕ੍ਰਿਤੀ ਦੀ ਸੀਰੀਜ਼ ਵਿੱਚ, ਜਿਹਦੇ ਚ ਪੂਰੇ ਸ਼ਲੋਕ ਦੀ ਜਿਹੜੀ ਬਣਤਰ ਜਿਹੜੀ ਹੈ, ਜਾਂ ਪੂਰੇ ਸ਼ਲੋਕ ਜਿਹੜਾ ਸੈਂਟਰਲ ਆਈਡੀਆ ਇਹ ਹੈ ਕਿ ਤੁਹਾਡੇ ਮਨ ਵਿੱਚ ਕੋਈ ਚੰਗਾ ਖਿਆਲ ਆਏ, ਕੋਈ ਕਿਸੇ ਬਾਰੇ ਵੀ ਕੋਈ ਵੀ ਸ਼ੁਭ ਵਿਚਾਰ ਆਏ। ਫॉर एग्जांपल ਕਿਸੇ ਦੇ ਮਨ ਚ ਖਿਆਲ ਆਇਆ ਕਿ ਮੈਂ ਕੀਰਤਨ ਸਿੱਖਣਾ ਹੈ, ਜਾਂ ਮੇਰੇ ਕੀਰਤਨ ਸਿੱਖਣ ਦੀ ਅੰਦਰੋਂ ਇੱਛਾ ਪ੍ਰਗਟ ਹੋਈ ਹੈ ਮੇਰੇ ਅੰਦਰੋਂ। ਹਾਂਜੀ, ਤੇ ਕਹਿੰਦੇ ਨੇ ਅਗਰ ਉਹ ਜਿਹਾ ਖਿਆਲ ਕੋਈ ਸ਼ੁਭ ਵਿਚਾਰ ਅੰਦਰ ਆਏ ਤੇ ਉਸੇ ਵੇਲੇ ਪੂਰਾ ਕਰ ਲੈਣਾ ਹੈ ਨਾ, ਉਸੇ ਵੇਲੇ ਪੂਰਾ ਕਰ ਲੈਣਾ ਚਾਹੀਦਾ। ਕਦੀ ਵੇਟ ਨਹੀਂ ਕਰਨੀ ਚਾਹੀਦੀ। ਇਹ ਮੇਰੇ ਮਨ ਚ ਖਿਆਲ ਆਇਆ ਹੈ ਕਿ ਗੁਰਦੁਆਰੇ ਗਿਆ ਸੀ ਲਾਸਟ ਟਾਈਮ, ਤੇ ਜਿਹੜਾ ਕਾਰਪੇਟ ਵਿਛਿਆ ਹੋਇਆ ਸੀ ਨਾ, ਜਿਹੜਾ ਉਹ ਬੜਾ ਪੁਰਾਣਾ ਹੋ ਗਿਆ ਯਾਰ, ਇਹ ਬਹੁਤ ਯੂਜ਼ਡ ਅਪ ਹੋ ਗਿਆ ਕਾਰਪੇਟ ਬੜਾ, ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਤੇ ਮੇਬੀ ਆਈ ਸ਼ੁਡ ਗੋ ਗੈਟ ਵਨ ਐਂਡ ਆਈ ਸ਼ੁਡ ਹੈਵ ਇਟ ਇੰਸਟਾਲਡ। ਜੇ ਕਿਸੇ ਦੇ ਮਨ ਵਿੱਚ ਇਹ ਖਿਆਲ ਆਇਆ ਹੈ ਅਗਰ, ਤੇ ਉਹ ਉਸ ਨੂੰ ਇੱਕ ਸੈਕਿੰਡ ਦੇਰ ਨਹੀਂ ਕਰਨੀ ਚਾਹੀਦੀ, ਫੌਰਨ ਪੂਰਾ ਕਰਨਾ ਚਾਹੀਦਾ ਉਸ ਨੂੰ। ਹੁਣ ਦੇਖੋ, ਉਸ ਸ਼ਲੋਕ ਦੀ ਪਹਿਲੀ ਲਾਈਨ ਮੈਨੂੰ ਯਾਦ ਨਹੀਂ ਆ ਰਹੀ, ਉਹ ਯਾਦ ਆ ਜਾਏਗੀ। ਹਾਂਜੀ, ਬਿਲੰਬ ਧਰਮੰ ਨਾ ਬਿਲੰਬ ਧਰਮੰ ਬਿਲੰਬ ਪਾਪੰ। ਜੇ ਧਰਮ ਦਾ ਖਿਆਲ ਆਇਆ ਹੈ ਤੇ ਕਦੀ ਬਿਲੰਬ ਨਹੀਂ ਕਰਨੀ ਚਾਹੀਦੀ, ਇੱਕ ਸੈਕਿੰਡ ਦੀ ਬਿਲੰਬ ਨਹੀਂ ਕਰਨੀ ਚਾਹੀਦੀ ਕਦੀ। ਇੱਕ ਸੈਕਿੰਡ ਦੀ, ਇੱਕ ਛਿਣ ਦੀ ਦੇਰ ਨਹੀਂ ਲਗਾਉਣੀ ਚਾਹੀਦੀ। ਜੇ ਮਨ ਚ ਖਿਆਲ ਆਇਆ ਹੈ ਕਿ ਮੈਂ ਸਾਰੇ ਸ਼ਲੋਕ ਸੰਸਕ੍ਰਿਤੀ ਦੇ ਪੜ੍ਹ ਕੇ ਕੰਠ ਕਰਨੇ ਹਨ, ਇਹ ਪੂਰੀ ਆਸਾ ਕੀ ਵਾਰ ਦਾ ਕੀਰਤਨ ਸਿੱਖਣਾ ਹੈ, ਤੇ ਇੱਕ ਛਿਣ ਦਾ ਵਿਲੰਬ ਨਹੀਂ ਕਰਨਾ ਚਾਹੀਦਾ, ਉਸ ਪਾਸੇ ਲੱਗ ਜਾਣਾ ਚਾਹੀਦਾ। ਬਿਲੰਬ ਪਾਪਨ। ਤੇ ਜੇ ਲੇਕਿਨ ਪਾਪ ਦਾ ਮਨ ਚ ਖਿਆਲ ਆਇਆ ਹੈ, ਦੂਸਰਿਆਂ ਨੂੰ ਦੁੱਖ ਦੇਣ ਦਾ ਮਨ ਚ ਖਿਆਲ ਆਇਆ ਹੈ, ਦੂਸਰਿਆਂ ਨੂੰ ਪਾਪ ਦੇਣ ਦਾ ਮਨ ਚ ਖਿਆਲ ਆਇਆ ਹੈ, ਦੂਸਰੇ ਨੂੰ ਤਕਲੀਫ ਦੇਣ ਦਾ, ਦੂਸਰੇ ਬਾਰੇ ਬੁਰਾ ਸੋਚਣ ਦਾ ਮਨ ਚ ਖਿਆਲ ਆਇਆ ਹੈ, ਤੇ ਬਿਲੰਬ ਕਰੋ, ਫਿਰ ਰੁਕ ਜਾਓ, ਸੋਚੋ ਇਸ ਨੂੰ ਬਾਰ-ਬਾਰ। ਨਾ ਬਿਲੰਬ ਧਰਮੰ ਬਿਲੰਬ ਪਾਪੰ। ਅਗਲੀ ਲਾਈਨ ਹੈ ਦ੍ਰਿੜੰਤ ਨਾਮੰ ਤਜੰਤ ਲੋਭੰ। ਨਾਮ ਨੂੰ ਦ੍ਰਿੜ ਕਰੋ, ਪ੍ਰਮਾਤਮਾ ਦੇ ਪਿਆਰ ਨੂੰ ਦ੍ਰਿੜ ਕਰੋ, ਤੇ ਲੋਭ ਨੂੰ ਦ੍ਰਿੜ ਨਾ ਕਰੋ, ਗ੍ਰੀਡ ਨੂੰ ਦ੍ਰਿੜ ਨਾ ਕਰੋ, ਤਜ ਕਰ ਦਿਓ, ਛੋੜ ਦਿਓ ਉਸ ਨੂੰ। ਸਰਣ ਸੰਤੰ ਕਿਲ ਬਿਖ ਨਾਸੰ ਪ੍ਰਾਪਤਮ ਧਰਮ ਲਖਣ। ਇਹ ਸਰਣਾ ਦੀ ਸੰਤਾਂ ਦੀ ਸ਼ਰਨ ਵਿੱਚ ਆਉਣ ਨਾਲ, ਸਤਸੰਗਤ ਵਿੱਚ ਆਉਣ ਨਾਲ, ਜੁੜਿਆ ਹੋਏ ਦੀ ਸੰਗਤ ਵਿੱਚ ਇਹ ਦਾਤ ਮਿਲਦੀ ਹੈ, ਨਾ ਬਿਲੰਗ ਧਰਮੰ ਬਿਲੰਬ ਪਾਪੰ ਵਾਲੀ। ਔਰ ਇਹ ਗੁਰੂ ਨਾਨਕ ਦੇ ਘਰ ਦਾ ਵੱਡਾ ਅਸੂਲ ਰਿਹਾ ਹੈ। ਚੰਗਾ ਮਨ ਚ ਕੋਈ ਖਿਆਲ ਆਏ ਕਿਸੇ ਕਿਸਮ ਦਾ,
ਕਿਸੇ ਨੂੰ ਸੇਵਾ ਕਰਨ ਦਾ, ਭੁੱਖੇ ਨੂੰ ਰੋਟੀ ਖਵਾਉਣ ਦਾ, ਜਿਸ ਤਰ੍ਹਾਂ ਉਸ ਜਨ ਵਿੱਚ ਆਇਆ ਜਦੋਂ ਉਹ ਮੈਂ ਉੱਥੇ ਮੌਜੂਦ ਸੀ, ਤੇ ਉਹਦੇ ਵਿੱਚ ਛਿਣ ਪਾਰ ਦੇਰ ਨਹੀਂ ਕਰਨੀ ਚਾਹੀਦੀ, ਛਿਣ ਪਾਰ। ਤੇ ਜੇ ਉਲਟਾ ਖਿਆਲ ਆਏ ਕਦੇ ਗਲਤੀ ਨਾਲ ਕਿਸੇ ਨੂੰ ਬੁਰਾ ਚਿਤਵਣ ਦਾ, ਕਿਸੇ ਦੀ ਨਿੰਦਿਆ ਕਰਨ ਦਾ, ਕਿਸੇ ਨੂੰ ਦੁੱਖ ਪਹੁੰਚਾਉਣ ਦਾ, ਕਿਸੇ ਦੀ ਤਕਲੀਫ ਪਹੁੰਚਾਉਣ ਦਾ, ਕਿਸੇ ਨੂੰ ਨੈਗੇਟਿਵਿਟੀ ਚ ਦੇਖਣ ਦਾ, ਅਗਰ ਉਹ ਮਨ ਚ ਖਿਆਲ ਆਏ ਤੇ ਬਾਰ-ਬਾਰ ਵਿਲੰਬ ਕਰੋ, ਫਿਰ ਬਾਰ-ਬਾਰ ਸੋਚੋ। ਕਹਿੰਦੇ ਨਾ ਬਹੁਤ ਗੁੱਸਾ ਚੜਿਆ ਹੋਵੇ ਤੇ ਈਮੇਲ ਨਹੀਂ ਲਿਖਣੀ ਚਾਹੀਦੀ, ਚਿੱਠੀ ਲਿਖਣੀ ਨਹੀਂ ਚਾਹੀਦੀ। ਕਿਉਂ? ਬਿਕਾਜ਼ ਤੁਸੀਂ ਇਮੋਸ਼ਨਲ ਹੁੰਦੇ ਹੋ ਉਸ ਵੇਲੇ, ਰਾਈਟ? ਤੁਹਾਡੇ ਮਨ ਸੋਚ ਨਹੀਂ ਸਕਦਾ ਉਸ ਵੇਲੇ ਗੁੱਸੇ 'ਚ ਬੰਦਾ ਬੜਾ ਕੁਝ ਕਹਿ ਜਾਂਦਾ ਹੈ, ਸੋ ਐਨੀਵੇ, ਇਹ ਪਤਾ ਨਹੀਂ ਸ਼ਲੋਕ ਮੈਨੂੰ ਕਿੰਨ ਯਾਦ ਆ ਗਿਆ, ਇਟਸ ਰਿਲੇਟਡ ਟੂ ਦੈਟ। ਤੇ ਸਿਆਣੇ ਹਮੇਸ਼ਾ ਕਰਦੇ ਸਨ, ਕੋਈ ਸੇਵਾ ਦਾ ਖਿਆਲ ਆਏ, ਚੰਗੇ ਕਰਮ ਕਰਨ ਦਾ ਖਿਆਲ ਆਵੇ, ਫੌਰਨ ਪੂਰਾ ਕਰੋ ਉਸਨੂੰ ਕਦੀ ਵਿਲੰਬ ਨਾ ਕਰੋ। ਕੀਰਤਨ ਵਾਲੇ ਪਾਸੇ, ਬਾਣੀ ਵਾਲੇ ਪਾਸੇ, ਸੇਵਾ ਵਾਲੇ ਪਾਸੇ, ਕਿਸੇ ਨੂੰ ਕਿਸੇ ਦੇ ਦੁੱਖ ਦੂਰ ਵਾਲੇ, ਕਿਸੇ ਨੂੰ ਕੋਈ ਚੰਗਾ ਕਰਨ ਵਾਲੇ ਪਾਸੇ ਖਿਆਲ ਆਏ, ਕਦੀ ਉਹ ਖਿਆਲ ਆਪਣੇ ਮਨ ਵਿੱਚੋਂ ਜਾਣ ਨਾ ਦਿਓ, ਫੌਰਨ ਉਸ ਖਿਆਲ ਨੂੰ ਪੂਰਾ ਕਰੋ ਜੀ। ਹਾਂਜੀ, if nobody has any questions, it's I'm going to at least ਇੱਕ ਹੋਰ ਪਤਾ ਕਰਨ ਦਾ ਟਾਈਮ ਹੈ ਮੇਰੇ ਕੋਲ। we're going to continue. I'm going to wait 10 seconds more if somebody has to say something. Virji, I just had a quick question. Lubave. Virji, can I quickly share my experience? This is related absolutely ਹਾਂਜੀ, ਮੈਂ ਨਾ ਤਕਰੀਬਨ 4-5 ਸਾਲ ਹੋ ਗਏ ਨਾ, ਮੇਰੀ ਟ੍ਰੀਟਮੈਂਟ ਚੱਲਦੀ ਪਈ ਸੀ ਤੇ ਮੈਨੂੰ ਬਹੁਤਾ ਬਾਹਰ ਨਹੀਂ ਸੀ ਜਾਣਾ ਉਸ ਵੇਲੇ, ਪਰ ਇੱਕ ਵਾਰੀ ਬਹੁਤ ਹੀ ਮਤਲਬ ਤੰਗ ਪੈ ਗਈ ਸੀ ਤੇ ਬਾਹਰ ਗਈ ਇਹਨਾਂ ਨਾਲ ਸਟੋਰ ਤੇ ਕਹਿੰਦੇ ਮੈਂ ਆਪਣਾ ਕੰਮ ਕਰਕੇ ਆਉਣਾ ਵਾ, ਇੱਕ ਚੱਕਰ ਮਾਰ ਲੈ ਇੱਥੇ। ਤੇ ਮੈਂ ਸਟੋਰ ਵਿੱਚ ਘੁੰਮਦੀ ਪਈ ਸਾਂ, ਲੈਣਾ ਤਾਂ ਹੈ ਨਹੀਂ ਸੀ ਮੈਂ ਕੁਝ ਵੀ। ਤੇ ਇੱਕ ਸ਼ੂ ਵਾਲੀ ਲਾਈਨ 'ਚ ਮੈਂ ਨਿਕਲੀ ਨਾ, ਤੇ ਇੱਕ ਐਫਰੋ ਅਮਰੀਕਨ ਲੇਡੀ ਸੀ, ਉਹ ਬੈਠੀ ਸੀ, ਮੇਰੇ ਕੋਲ ਇਸ ਤਰ੍ਹਾਂ ਹੀ ਹੋਣੀ, ਤੇ ਮੈਨੂੰ ਕਹਿੰਦੀ ਹੈ I'm looking for 9.5 size, can you help me? ਤੇ ਮੈਂ ਕਿਹਾ you need this one only? ਕਹਿੰਦੀ ਹਾਂ। ਤੇ ਮੈਂ ਉਸਨੂੰ ਉਹ ਜੋੜਾ ਲੋੜ ਕੇ ਦਿੱਤਾ ਤੇ ਕਹਿੰਦੀ can you get this for me? ਮੈਂ ਕਿਹਾ ਕਿ okay, I'll get it for you। ਪਤਾ ਨਹੀਂ, ਮੈਂ ਜਾਣਾ ਨਹੀਂ ਸੀ ਉਸ ਦਿਨ, ਮੇਰੇ ਹੱਥੋਂ ਉਸਨੂੰ ਕੁਝ ਦੇਣਾ ਸੀ ਤੇ ਰੱਬ ਨੇ ਮੈਨੂੰ ਉੱਥੇ ਬੁਲਾ ਲਿਆ। ਤੇ ਮੈਂ ਕਿਹਾ okay, I'll pay for it, you can just try it। ਤੇ ਮੈਂ ਕਿਹਾ ਚੱਲ ਜਦ ਤੱਕ ਉਹ ਆਪਣਾ ਟਰਾਈ ਕਰਦੀ ਪਈ, ਮੈਂ ਨਾਲ ਕੁਝ ਹੋਰ ਦੇਖ ਲੈਂਦੀ ਹਾਂ। ਤੇ ਮੈਂ ਉੱਥੇ ਗਈ ਤੇ ਇਤਨੀ ਦੇਰ ਤੋਂ ਪਤਾ ਨਹੀਂ ਬੈਠੀ ਗਿਰ ਗਈ, ਉਹ ਜਿੱਥੇ ਬੈਠ ਕੇ ਸ਼ੂ ਟਰਾਈ ਕਰਦੇ ਨੇ। ਤੇ ਫਿਰ ਮੈਂ ਗਈ ਉਸਨੂੰ, ਤੇ ਇਤਨੀ ਦੇਰ ਤੋਂ ਜਿਹੜੇ ਸਟੋਰ ਵਾਲੇ ਹੁੰਦੇ ਨੇ ਸਿਕਿਉਰਿਟੀ ਵਾਲੇ, ਉਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ। ਤੇ ਕਹਿੰਦੇ ਮੈਂ ਕਿਹਾ ਕਿ she was just talking to me and she asked me to help with finding a pair of shoe for her and I did that and she was fine। ਤੇ ਕਹਿੰਦੀ ਕਿ okay, we'll take care of it। ਉਸ ਲੇਡੀ ਦਾ ਇਹ ਕਹਿਣਾ ਸੀਗਾ ਕਿ ਵੀ I have seen her many times in this store, so we know, we'll handle it। ਮੈਂ ਕਿਹਾ ਠੀਕ ਹੈ। ਤੇ ਉਹ ਮੈਂ ਫਿਰ ਆਪਣਾ ਦੂਜੇ ਚੱਕਰ ਮਾਰਦੀ ਰਹੀ ਤੇ ਥੋੜੀ ਦੇਰ ਬਾਅਦ ਮੈਨੂੰ ਉਹ ਲੇਡੀ ਠੀਕ ਹੋਈ ਹੋਣੀ ਹੈ ਜੋ ਵੀ ਹੈ, ਤੇ ਉਹੀ ਲੇਡੀ ਸਿਕਿਉਰਿਟੀ ਵਾਲੀ ਆਈ, ਕਹਿੰਦੀ ਕਿ that lady told me that you told her that you'll pay for her shoes। I said I did and is she ready for it? She's ready for checkout? ਕਹਿੰਦੀ ਹੈ ਹਾਂ। ਤੇ ਮੈਂ ਗਈ ਉਸ ਤੇ ਮੈਂ ਕਿਹਾ yeah, I'm ready to pay for her। ਮੈਂ ਉਸਨੂੰ ਉਹਦੇ ਸ਼ੂ ਦੇ ਪੇ ਕੀਤਾ। So lady ਕਹਿੰਦੀ okay, whatever you are buying, I will give you 10% discount। I said I'm not here to buy anything today। So this was my experience। Thank you for sharing that। ਕਦੀ ਮਤਲਬ ਜਾਣਾ ਹੀ ਨਹੀਂ ਸੀ ਉਸ ਦਿਨ, somehow ਪਤਾ ਨਹੀਂ ਮੇਰਾ ਦਿਲ ਇਸ ਤਰ੍ਹਾਂ ਕੀਤਾ ਚੱਲ ਮੈਂ ਬਾਹਰ ਜਾਵਾਂ, ਥੋੜਾ ਚੱਕਰ ਮਾਰ ਕੇ ਆਵਾਂ, ਤੇ this incident happened with me। Thank you for sharing that, appreciate it। yeah, ਹੁੰਦਾ ਹੈ ਕਈ ਵਾਰੀ ਮਨ 'ਚ ਖਿਆਲ ਆ ਜਾਂਦਾ ਹੈ, ਕਈ ਵਾਰੀ ਤੁਹਾਡਾ ਮਨ ਦੁਵਿਧਾ 'ਚ ਨਹੀਂ ਪਿਆ, ਤੁਸੀਂ ਤੁਹਾਡਾ ਮਨ 'ਚ ਪ੍ਰੋਪਰ ਆਇਆ ਖਿਆਲ, ਤੁਸੀਂ ਪੂਰਾ ਕਰ ਦਿੱਤਾ, which is the right thing to do। ਇਹ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਨਾ ਕਿ ਦੇਰ ਨਹੀਂ ਕਰਨੀ ਚਾਹੀਦੀ, ਉਹ ਮੇਰਾ ਖਿਆਲ ਮੇਰੇ ਦਿਮਾਗ ਵਿੱਚ ਰਹਿ ਗਈ ਹੈ। ਮੈਂ 1965 ਦੀ ਗੱਲ ਹੈ, ਅਸੀਂ ਬੜੌਦੇ ਸਾਂ, ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਉੱਥੇ ਹਿਸਟੋਰਿਕ ਨਾਨਕਵਾੜੀ, ਉੱਥੇ ਗੁਰਦੁਆਰੇ ਮਤਲਬ ਗੁਰੂ ਨਾਨਕ ਦੇਵ ਜੀ ਗਏ ਸਨ, ਉਹ ਗੁਰਦੁਆਰੇ ਸਾਂ। ਤੇ ਉਸ ਲਈ ਬੜਾ ਹੀ ਇੱਕ ਰੂਮ ਦਾ ਗੁਰਦੁਆਰਾ ਹੁੰਦਾ ਸੀ। ਤੇ ਉੱਥੇ ਨਾ ਜਦੋਂ ਭੋਗ ਪੈ ਜਾਣਾ ਨਾ, ਜਿਹੜਾ ਵੀ ਕੋਈ ਕੀ ਦੱਸਾਂ, ਕਿਸੇ ਨੇ ਕੋਈ ਚੀਜ਼ ਮੰਗਣੀ ਹੁੰਦੀ ਸੀ, ਤੇ ਇੱਕ ਬਜ਼ੁਰਗ ਸਨ, ਉਹਨਾਂ ਨੇ ਸ਼ਬਦ ਪੜਿਆ, ਆਇਓ ਸੁਣਨ ਪੜਨ ਕੋ ਬਾਣੀ। ਤੇ ਲੋਕਾਂ ਨੂੰ ਇਹ ਹੁੰਦਾ ਸੀ ਕਿ ਵੀ ਇਹਨਾਂ ਨੂੰ ਜੋ ਕੁਝ ਸੰਗਤ ਸੇਵਾ ਕਰ ਸਕਦੀ ਹੈ ਕਰੋ। ਉਸ ਲਈ ਮੇਰੀ ਉਮਰ ਸਿਰਫ 10 ਸਾਲ ਦੀ ਸੀ। ਤੇ ਮੈਂ ਕਿਹਾ ਵਿਚਾਰੇ ਨੂੰ ਕਿਉਂ ਇਸ ਤਰ੍ਹਾਂ, ਮਤਲਬ ਮੇਰਾ ਬੜਾ ਦਿਲ ਦੁਖੀ ਹੋਇਆ ਕਿ ਵੀ ਇਸ ਉਮਰ 'ਚ ਆ ਕੇ ਉਹਨਾਂ ਨੂੰ ਹੱਥ ਮੰਗਣਾ ਪਿਆ। ਸੋ ਬੱਚੀ ਸਾਂ ਤੇ ਉਸ ਵੇਲੇ ਤਾਂ ਕੁਝ
ਫਿਰ ਆਫ ਕੋਰਸ ਦਿਲ ਦੁਖੀ ਹੋਇਆ ਪਰ ਕੁਝ ਦਿੱਤਾ ਨਹੀਂ, ਤਾਂ ਮੈਨੂੰ ਉਹੀ ਦਿਮਾਗ 'ਚ ਰਹਿ ਰਹੀ ਹੈ ਕਿ ਵੀ ਮੈਂ ਆਪਣੇ ਹੱਥੀਂ ਕਿਉਂ ਨਹੀਂ ਦਿੱਤਾ ਉਹਨਾਂ ਨੂੰ। ਸੋ ਮੇਬੀ ਉਹ that's what you said ਕਿ ਬਿਲੰਬ ਨਾ ਕਰੋ, ਜਦੋਂ ਕੋਈ ਦਿਲ 'ਚ ਦਿਮਾਗ 'ਚ ਗੱਲ ਆਵੇ ਕਿਸੇ ਨੂੰ ਦੇਣਾ ਤੇ ਦੇ ਦਿਓ। ਜੇ ਉਸੇ ਵੇਲੇ ਦੇਣ ਦੀ ਗੱਲ, ਸਿੱਖਣ ਦੀ ਗੱਲ, ਪ੍ਰਮਾਤਮਾ ਨਾਲ ਕੋਈ ਵੀ ਸਪਿਰਿਚੁਅਲ ਕਰਨ ਦੀ ਗੱਲ ਮਨ 'ਚ ਜਦੋਂ ਆਵੇ, ਉਸ ਗੱਲ ਨੂੰ ਕਦੀ ਬਿਲੰਬ ਨਹੀਂ ਕਰਨਾ ਚਾਹੀਦਾ, ਫੌਰਨ ਪੂਰੀ ਕਰ ਲੈਣੀ ਚਾਹੀਦੀ ਹੈ ਗੱਲ, ਬਿਕਾਜ਼ ਉਹ ਦੇਣ ਵਾਲਾ ਖਿਆਲ ਉਸਨੇ ਪਾਇਆ ਤੁਹਾਡੇ ਮਨ 'ਚ ਕੋਈ ਸ਼ੁਭ ਵਿਚਾਰ, ਤੇ ਉਹ ਇੱਕ ਛਿਣ ਵਾਸਤੇ ਵੀ ਆਇਆ ਅਗਰ ਗੱਲ, ਤਾਂ ਉਸਨੂੰ ਕਦੀ ਵਿਲੰਬ ਨਹੀਂ ਕਰਨਾ ਚਾਹੀਦਾ, ਉਸਨੂੰ ਪੂਰਾ ਕਰ ਲੈਣਾ ਚਾਹੀਦਾ ਫੌਰਨ। ਉਲਟਾ ਖਿਆਲ ਮਨ ਵਿੱਚ ਆਵੇ, ਉਸਨੇ ਉਹਦੇ ਉੱਤੇ ਵਿਲੰਬ ਹੈ, ਉਹਦੇ ਉੱਤੇ ਬਾਰ-ਬਾਰ ਸੋਚਣ ਦੀ ਗੱਲ ਆਈ ਹੈ। ਹਾਂਜੀ ਹਾਂਜੀ Surinder ji, there is a very important shabad also. This is by Guru Arjan Dev Ji, and this is on page number 498, and it is in Raag Gujri. ਉਹਦੇ ਅੰਦਰ ਹੈਗਾ, ਦਿਨ ਰਾਤੀ ਆਰਾਧੋ ਪਿਆਰੋ ਨਿਮਕ ਨਾ ਕੀਜੇ ਢੀਲਾ। ਹਾਂਜੀ, एक सेकंड भी आलस नहीं करना, बिल्कुल बिल्कुल एब्सोल्युटली करेक्ट। इवन इन द 6th अष्टपदी यू विल गो फर्दर, वो भी आएगा, आलस क्यों कीजिए, आलस तो क्यों आलस, मन क्यों आलस कीजिए, या क्यों आलस करना है, तो मतलब जो चंगे पास से तू चलना चाहता है तो आलस क्यों करना है, फिर उठना है तो उठना है, करना है तो करना है। दैट्स राइट, आलस चाहिदा ते ये कमेंट आएगा वीर जी, कमेंट आएगा। हां जी, the question is that we are blessed, and why we are blessed. Some people are more blessed, some people are less blessed. We are blessed. haan ji, I comment to that is one ki Paramatma ne sanu bless kita hai, so we can help other people. We are in a position we can help other people. That's why we are blessed. Thank you Virji, nice way to put it, thank you. Yeah but so then we have to step up the game now, and then help out, you know, on everything, you know. So anyway, I'll continue with the third stanza though. Virji, I had a really quick question. Kat avar labave. What is the labave? Lubave. Second sentence. Lubave matlab impressed ho jana ya pyar karna kisi cheez nu, ਲੋਭ ਕਰਨਾ ਕਿਸੇ ਚੀਜ਼ ਨਾਲ, ਲੁਭਾਵਣਾ ਜਾਣਾ, ਉਹਦੇ ਨਾਲ ਮੋਹਿਤ ਹੋ ਜਾਣਾ, ਜਾਂ ਉਸ ਚੀਜ਼ ਤੋਂ ਇੰਪ੍ਰੈਸ ਹੋ ਜਾਣਾ, ਉਹ ਲੁਭਾਵਣਾ ਹੈ। ਹਾਂਜੀ, ਮਨੇ ਹੋਰ ਚੀਜ਼ਾਂ ਨਾਲ ਤੂੰ ਕਿਉਂ ਇੰਪ੍ਰੈਸ ਹੋ ਜਾਂਦਾ ਹੈ, ਜਾਂ ਹੋਰ ਚੀਜ਼ਾਂ ਤੈਨੂੰ ਕਿਉਂ ਪਿਆਰੀਆਂ ਲੱਗਦੀਆਂ ਹਨ। ਹਾਂਜੀ, ਨੈਗੇਟਿਵ ਕਨੋਟੇਸ਼ਨ ਚ ਵਰਡ ਆਇਆ ਹੈ ਤੇ ਪੋਜ਼ਿਟਿਵ ਕਨੋਟੇਸ਼ਨ ਚ ਨਹੀਂ ਆਇਆ। ਹਾਂਜੀ, ਠੀਕ ਹੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਓ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ओला रहत, मन सुख पावे हर हर जस कहत। जे प्रसाद तेरे सगल छिद्र टाके, मन सरनी पर ठाकुर प्रभ ताके। जे प्रसाद तुझको ना पहुंचे, मन सास सास सिमरो प्रभ ऊंचे। जे प्रसाद पाई दुर्लभ दे, नानक ताकी भगत करे। ते इथे ਨੋਟਿਸ ਕਰੋਗੇ ਕਿ ਟ੍ਰਾਂਜੀਸ਼ਨ ਹੈ, ਹੁਣ ਉਹ ਗੱਲਾਂ ਦੀ ਜ਼ਿਕਰ ਨਹੀਂ ਹੋ ਰਿਹਾ ਜਿਹੜੀਆਂ ਕਿ ਆਮ ਜ਼ਿੰਦਗੀ ਵਿੱਚ ਤੁਹਾਨੂੰ ਮਿਲੀਆਂ ਹੋਈਆਂ, ਬਹੁਤ ਅਪੈਰੈਂਟ ਗੱਲਾਂ ਦਾ ਜ਼ਿਕਰ ਨਹੀਂ ਹੋ ਰਿਹਾ। ਸੋ ਪਹਿਲੀ ਤੇ ਗੱਲ ਦਾ ਜ਼ਿਕਰ ਜਿਹੜਾ ਕਾਮਨ ਹੈ ਜੀ, ਜਦੋਂ ਬੰਦਾ ਠੀਕ ਹੁੰਦਾ, ਜਦੋਂ a lot of doctors listening here, I better be careful what I say, but ਜਿਹੜੀ ਕਿ ਜਦੋਂ ਬੰਦਾ ਠੀਕ ਹੁੰਦਾ, ਬਿਲਕੁਲ ਆਰੋਗ ਹੁੰਦੀ ਹੈ ਜਦੋਂ, ਤੇ ਬਿਲਕੁਲ ਯਾਦ ਨਹੀਂ ਆਉਂਦਾ ਕੋਈ ਪ੍ਰੋਬਲਮ ਹੈ ਕੋਈ, ਉਸ ਲਈ ਕੋਈ ਥੈਂਕ ਯੂ ਨਹੀਂ ਹੁੰਦਾ। ਤੇ ਜੇ ਕੋਈ ਪ੍ਰੋਬਲਮ ਆ ਜਾਏ, ਕੱਲ ਪੇਟ ਦੁਖਣਾ ਸ਼ੁਰੂ ਹੋ ਜਾਏ, ਬੁਖਾਰ ਆ ਜਾਏ, ਨੱਕ ਵਗਣਾ ਸ਼ੁਰੂ ਹੋ ਜਾਏ, ਅੱਜ ਕੱਲ ਕੋਰੋਨਾ ਵਾਇਰਸ ਚੱਲਿਆ ਹੋਇਆ ਹੈ, ਤੇ ਫਿਰ ਹਾਏ ਹਾਏ ਉਸੇ ਵੇਲੇ ਸ਼ੁਰੂ ਹੋ ਜਾਂਦੀ ਹੈ, ਵੀ ਤੂੰ ਕਿਉਂ ਮੇਰੇ ਨਾਲ ਕਿਉਂ ਕੀਤਾ ਤੂੰ ਇਹ ਕੰਮ, ਮੈਂ ਕਿਉਂ ਬਿਮਾਰ ਹੋ ਗਿਆ ਜੀ, ਮੈਂ ਮੇਰੇ ਨਾਲ ਕਿਉਂ ਹੋਇਆ ਜੀ ਇਹ। ਤੇ ਜਦੋਂ ਉਹਦੀ ਦੇਹ ਆਰੋਗ ਸੀ, ਜਦੋਂ ਉਹਦੇ ਕੋਈ ਰੋਗ ਨਹੀਂ ਲੱਗਿਆ ਹੋਇਆ, ਜਦੋਂ ਠੀਕ ਸੀ, ਤੇ ਇਸ ਗੱਲ ਦਾ ਚੇਤਾ ਹੀ ਨਹੀਂ ਆਇਆ ਕਦੀ ਕਿ ਇਹਦਾ ਵੀ ਥੈਂਕ ਯੂ ਉਸ ਪ੍ਰਮਾਤਮਾ ਨਾਲ ਕਰਨਾ ਚਾਹੀਦਾ ਕਿ ਜਿਹੜੀ ਮੇਰੀ ਪੂਰਾ ਦਿਨ ਬੀਤ ਗਿਆ, ਕੋਈ ਦਰਦ ਨਹੀਂ ਹੋਇਆ ਮੈਨੂੰ, ਪੂਰਾ ਦਿਨ ਬੀਤ ਗਿਆ, ਮੇਰੀ ਦੇਹ ਆਰੋਗ ਰਹੀ ਹੈ ਅੱਜ, ਉਸਦਾ ਉਸ ਵੇਲੇ ਥੈਂਕ ਯੂ ਨਹੀਂ ਕਰਦਾ। ਹਾਂਜੀ, ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਓ ਤਿਸ ਰਾਮ ਸਨੇਹੀ। ਜਿਹਦੀ ਕਿਰਪਾ ਨਾਲ ਆਪਣੀ ਜ਼ਿੰਦਗੀ ਵਿੱਚ ਤੈਨੂੰ ਇਹ ਆਰੋਗ ਕੰਚਨ, ਜਿਹੜੀ ਕੰਚਨ ਸੋਨੇ ਵਰਗੀ ਦੇਹ ਤੈਨੂੰ ਮਿਲੀ ਹੈ, ਜਿਹੜੀ ਆਰੋਗਯ ਹੈ, ਜਿਹਨੂੰ ਰੋਗ ਨਹੀਂ ਲੱਗਿਆ ਹੋਇਆ, ਬੜੇ ਸੁਖੀ ਨਾਲ ਤੂੰ ਆਪਣਾ ਬਸਟ ਉਸ ਪ੍ਰਮਾਤਮਾ ਦੀ ਵਜ੍ਹਾ ਨਾਲ ਜਿਹੜਾ ਕੰਮ ਹੋ ਰਿਹਾ ਤੇਰਾ, ਜਦੋਂ ਤੈਨੂੰ ਰੋਗ ਲੱਗਦਾ ਤਾਂ ਤੈਨੂੰ ਤਕਲੀਫਾਂ ਦਾ ਪਤਾ ਲੱਗਦਾ। ਜਦੋਂ ਤਕਲੀਫਾਂ ਨਹੀਂ ਸਨ ਤੇ ਕਿਉਂ ਉਸ ਦਾਤੇ ਨੂੰ ਨਹੀਂ ਦੇਖਿਆ ਉਸ ਨਾ ਤਕਲੀਫ ਹੋਣ ਵਿੱਚ। ਹੁਣ ਇਹ ਇਤਨੀ ਅਪੈਰੈਂਟ ਨਹੀਂ ਹੈ ਗੱਲ ਜਿਤਨੀ 36 ਅੰਮ੍ਰਿਤ ਖਾਏ ਵਾਲੀ ਅਪੈਰੈਂਟ ਗੱਲ ਸੀ।
ਸੁਰਤ ਉੱਚੀ ਹੋ ਗਈ ਆ ਹੁਣ, ਉਪਰਲੀਆਂ ਸਤਰਾਂ ਦੀਆਂ ਗੱਲਾਂ ਹੈ। ਜੇ ਪ੍ਰਸਾਦ ਆਰੋਗ ਕੰਚਨ ਦੇ ਹੀ ਲਿਵ ਲਾਓ ਤਿਸ ਰਾਮ ਸਨੇਹੀ, ਤੇ ਜੇ ਪ੍ਰਸਾਦ ਤੇਰਾ ਓਲਾ ਰਹਿਤ, ਤੇ ਓਲਾ ਕਹਿੰਦੇ ਹਨ ਪਰਦੇ ਨੂੰ, ਯੂ نو ਤੁਹਾਡੇ ਪਰਦੇ ਕੱਜੇ ਰਹਿਣ, ਤੁਹਾਡੀਆਂ ਜਿਹੜੀਆਂ ਇੰਟਰਨਲ ਇਸ਼ੂਜ਼ ਹਨ, ਜਿਹੜੀਆਂ ਤੁਸੀਂ ਨਹੀਂ ਦੱਸਣਾ ਚਾਹੁੰਦੇ ਸੰਸਾਰ ਨੂੰ, ਕੋਈ ਵੀ ਇਸ਼ੂ ਹੈ, ਕਿਸੇ ਦੇ ਘਰ ਕੋਈ ਪ੍ਰੋਬਲਮ ਹੈ, ਕੋਈ ਇਸ਼ੂ ਹੈ, ਬੱਚਿਆਂ ਨਾਲ ਹੈ, ਵਾਈਫ ਨਾਲ ਹੈ, ਹਸਬੈਂਡ ਨਾਲ ਹੈ, ਬਿਜ਼ਨਸ ਨਾਲ ਹੈ, ਜਿਹੜੀ ਤੁਹਾਨੂੰ ਪਤਾ ਹੈ ਉਹ ਪ੍ਰੋਬਲਮ ਹੈ, ਜੇ ਦੂਸਰਿਆਂ ਨੂੰ ਪਤਾ ਲੱਗ ਜਾਏ ਤੁਹਾਡੀ ਇੱਜ਼ਤ ਮਾਨ 'ਚ ਫਰਕ ਪੈ ਜਾਏਗਾ। ਪਰਮਾਤਮਾ ਉਹਨਾਂ ਦੇ ਪਰਦੇ ਵੀ ਢੱਕੇ ਰੱਖਦਾ ਹੈ, ਪਰਦੇ ਚੁੱਕਦਾ ਨਹੀਂ ਹੈ, ਔਰ ਇਸ ਤਰ੍ਹਾਂ ਢੱਕਦਾ ਹੈ ਦੂਸਰੇ ਨੂੰ ਪਤਾ ਖਬਰ ਨਹੀਂ ਹੋਣ ਦਿੰਦੀ ਵੀ ਕੀ ਹੋ ਰਿਹਾ ਇਹਦੇ ਘਰ। ਤੇ ਜਿਹੜਾ ਤੇਰਾ ਓਲਾ ਰੱਖਣ ਵਾਲਾ ਹੈ, ਜਿਹੜੇ ਤੇਰੇ ਪਰਦੇ ਢੱਕਣ ਵਾਲਾ ਹੈ, ਜਿਹੜਾ ਤੈਨੂੰ ਹਰ ਸਵਾਸ ਸਵਾਸ ਤੇਰੀ ਰੱਖਿਆ ਕਰਨ ਵਾਲਾ ਹੈ, ਤੂੰ ਕਿਉਂ ਨਹੀਂ ਉਸ ਨੂੰ ਯਾਦ ਕਰਦਾ? ਕਿਉਂ ਤੈਨੂੰ ਉਹ ਚੇਤੇ ਚ ਭੁੱਲ ਜਾਂਦਾ ਹੈ ਤੈਨੂੰ? ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਓ ਤਿਸ ਰਾਮ ਸਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਤੇਰੇ ਪਰਦੇ ਰੱਖਣ ਵਾਲਾ ਜਿਹੜਾ ਹੈ, ਮਨ ਸੁਖ ਪਾਵੇ ਹਰ ਹਰ ਜਸ ਕਹਿਤ, ਜੇ ਤੂੰ ਉਸ ਨੂੰ ਯਾਦ ਕਰੇਗਾ, ਜੇ ਉਸ ਨੂੰ ਤੂੰ ਪ੍ਰੇਮਾ ਭਗਤੀ ਵਿੱਚ ਡੁੱਬੇਗਾ, ਤੈਨੂੰ ਹਰ ਕਿਸਮ ਦੀ ਖੁਸ਼ੀ ਤੇਰੇ ਕਦਮ ਚੂਮੇਗੀ ਤੇਰੇ। ਔਰ ਇਹ ਖੁਸ਼ੀ ਉਹ ਜੀ ਖੁਸ਼ੀ ਨਹੀਂ ਜਿਹੜੀ ਮੋਮੈਂਟਰੀਲੀ ਜਿਹੜੀ ਹੈਪੀਨੈਸ ਹੈ, ਉਹ ਜੀ ਖੁਸ਼ੀ ਨਹੀਂ ਹੈ। ਇਹ ਉਹ ਜੀ ਖੁਸ਼ੀ ਹੈ ਜਿਹੜੀ ਹਮੇਸ਼ਾ ਤੇਰੇ ਨਾਲ ਰਹੇਗੀ, ਹਮੇਸ਼ਾ ਤੇਰੇ ਨਾਲ ਵਿਵਾਹ ਕਰੇਗੀ। ਜਿਹੜਾ ਤੂੰ ਕਿਉਂ ਨਹੀਂ ਉਸ ਬਾਰੇ ਸੋਚਦਾ ਕਿ ਮੇਰੇ ਪਰਦੇ ਢੱਕੇ ਹੋਏ ਹਨ, ਮੇਰੀਆਂ ਜਿਹੜੀਆਂ ਤਕਲੀਫਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ। ਲੋਕ ਸਮਝਦੇ ਹਨ ਮੈਂ ਮੇਰਾ ਸਭ ਕੁਝ ਠੀਕ ਹੈ, ਮੇਰੀਆਂ ਜਿਹੜੀਆਂ 3 ਚੀਜ਼ਾਂ ਰੋਂਗ ਹੈ ਮੇਰੇ ਨਾਲ, ਉਹ ਵੀ ਤੁਸੀਂ ਮੇਰੇ ਪਰਦੇ ਢੱਕ ਕੇ ਰੱਖੇ ਹੋਏ ਹਨ। ਤੇ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਛਿਦਰ ਕਹਿੰਦੇ ਨੇ ਐਬ ਨੂੰ, ਇਸ਼ੂਜ਼ ਨੂੰ, ਹਾਂਜੀ, ਜਿਹੜੇ ਤੇਰੇ ਐਬ ਜਿਹੜੇ ਹਨ ਉਹ ਤੇਰੇ ਢੱਕ ਕੇ ਰੱਖੇ ਹੋਏ ਹਨ ਦੁਨੀਆ ਦੇ ਸਾਹਮਣੇ। ਦੁਨੀਆ ਸਾਹਮਣੇ ਤੇਰੇ ਐਬ ਨਜ਼ਰ ਨਹੀਂ ਆਉਂਦੇ, ਤੇਰੀਆਂ ਨੈਗੇਟਿਵਿਟੀ ਨਜ਼ਰ ਨਹੀਂ ਆਉਂਦੀ ਦੁਨੀਆ ਨੂੰ, ਹਾਂਜੀ, ਉਹ ਤੈਨੂੰ ਇੱਜ਼ਤ ਮਾਨ ਮਿਲਦਾ ਹੈ। ਇਹ ਜਿਹੜਾ ਤੇਰੇ ਢੱਕਣ ਦਾ ਜਿਹੜਾ ਸਿਲਸਿਲਾ ਹੈ, ਇਹਦੇ ਵਿੱਚ ਵੀ ਪ੍ਰਮਾਤਮਾ ਦਾ ਹੱਥ ਹੈ। ਤੇ ਕਿਉਂ ਨਹੀਂ ਉਸ ਨੂੰ ਯਾਦ ਕਰਦਾ? ਤੂੰ ਕਿਉਂ ਨਹੀਂ ਉਹ ਤੇਰੇ ਚੇਤੇ ਚ ਆਉਂਦਾ ਤੇਰੇ? ਜੇ ਪ੍ਰਸਾਰ ਤੇਰੇ ਸਗਲ ਛਿਦਰ ਕਹਿੰਦੇ ਹਨ ਨੈਗੇਟਿਵਿਟੀ ਨੂੰ, ਛਿਦਰ ਕਹਿੰਦੇ ਹਨ ਐਬ ਨੂੰ, ਛਿਦਰ ਕਹਿੰਦੇ ਹਨ ਤੁਹਾਡੇ ਵਿੱਚ ਜਿਹੜੀਆਂ ਨੈਗੇਟਿਵਿਟੀ ਅੰਦਰ ਜਿਹੜੀ ਭਰੀ ਹੋਈ ਹੈ, ਜਿਹੜੇ ਅੰਦਰ, ਉਹ ਤੈਨੂੰ ਢੱਕ ਕੇ ਰੱਖਦਾ ਹੈ। ਮਨ ਸਰਨੀ ਪ੍ਰਭ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ, ਕਿਉਂ ਨਹੀਂ ਤੇਰਾ ਮਨ ਕਿਉਂ ਨਹੀਂ ਉਸ ਪ੍ਰਮਾਤਮਾ ਦੀ ਸ਼ਰਨ ਆਉਂਦਾ? ਕਿਉਂ ਨਹੀਂ ਤੇਰਾ ਮਨ ਉਸ ਪ੍ਰਮਾਤਮਾ ਦੀ ਸ਼ਰਨ ਲੈਂਦਾ? ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਤੇ ਇਹ ਜਿਹੜਾ ਇੱਜ਼ਤ ਮਾਨ ਤੇਰਾ ਰੱਖਿਆ ਕਿ ਤੇਰੇ ਮੁਕਾਬਲੇ ਦਾ ਕੋਈ ਬੰਦਾ ਉਸਨੇ ਤਿਆਰ ਨਹੀਂ ਕੀਤਾ, ਤੇਰੇ ਤੱਕ ਪਹੁੰਚਣ ਦੀ ਹਿੰਮਤ ਨਹੀਂ ਰੱਖੀ ਕਿਸੇ ਨੂੰ। ਤੇਰੀ ਇੱਜ਼ਤ ਮਾਨ ਗੁਰਦੁਆਰਿਆਂ ਵਿੱਚ, ਸੁਸਾਇਟੀ ਵਿੱਚ, ਕੰਪਨੀਆਂ ਵਿੱਚ, ਤੇ ਕੰਮ ਵਿੱਚ ਬਣਾ ਕੇ ਰੱਖੀ ਹੋਈ ਹੈ, ਹਾਂਜੀ। ਤੇਰੇ ਤੋਂ ਵੀ ਬਿਹਤਰ ਡਾਕਟਰ ਹਨ, ਤੇਰੇ ਤੋਂ ਵੀ ਬੈਟਰ ਲਾਇਰਸ ਤੇ CPAs ਹਨ, ਪਰ ਤੇਰੇ ਕਲਾਇੰਟ ਤੈਨੂੰ ਪਸੰਦ ਕਰਦੇ ਹਨ ਬੜਾ, ਤੇਰੇ ਪੇਸ਼ੈਂਟ ਤੁਹਾਨੂੰ ਪਸੰਦ ਕਰਦੇ ਹਨ ਬੜਾ, ਹਾਂਜੀ। ਤੁਹਾਡੇ ਤੋਂ ਵੀ ਬੈਟਰ ਹੋ ਕੇ ਵੀ ਬੰਦੇ ਉਸ ਕੋਲ ਨਹੀਂ ਜਾਂਦੇ, ਤੁਹਾਡੇ ਕੋਲ ਜਾਂਦੇ ਹਨ। ਇਹ ਉਹਦੀ ਕਿਰਪਾ ਹੈ, ਇਹ ਉਹਦਾ ਮਾਣ ਹੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਤੇਰੇ ਉੱਤੇ ਤੇਰੇ ਨਾਲ ਕੋਈ ਪਹੁੰਚ ਨਹੀਂ ਸਕਦਾ। ਭਾਵ ਤੇਰੀ ਇੱਜ਼ਤ ਮਾਨ, ਤੇਰੇ ਪਰਦੇ ਢੱਕਣ ਵਾਲਾ, ਤੇਰੇ ਐਬ ਢੱਕਣ ਵਾਲਾ ਪ੍ਰਮਾਤਮਾ ਤੇਰੇ ਨਾਲ ਹੈ, ਜਿਹੜਾ ਹਮੇਸ਼ਾ ਤੇਰੀ ਮਦਦ ਕਰਦਾ ਹੈ। ਜਦੋਂ ਤੂੰ ਕਦੀ ਯਾਦ ਨਹੀਂ ਕੀਤਾ ਉਸ ਤਰ੍ਹਾਂ, ਤਾਂ ਕਿਉਂ ਨਹੀਂ ਤੈਨੂੰ ਯਾਦ ਆਉਂਦਾ? ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਸ ਸਾਸ ਸਿਮਰੋ ਪ੍ਰਭੂ ਚ। ਮੈਂ ਇੱਕ ਕੰਪੈਰੀਜ਼ਨ ਖਿੱਚਾਂ ਅਗਰ ਇਸ ਅਸ਼ਪਦੀ ਦਾ, I'll probably go ahead 4 years or 2 years from now, ਤੇ ਅੱਗੇ ਜਾ ਕੇ I'm looking for the 20th ਅਸ਼ਪਦੀ, 20ਵੀਂ ਅਸ਼ਪਦੀ ਵਿੱਚ ਤੇ ਪ੍ਰਾਪਤੀ ਦੀ ਜਿਹੜੀ ਅਸ਼ਪਦੀ ਹੈ ਜਿਹੜੀ, ਤੇ ਉਹਦੇ ਵਿੱਚ ਜਾ ਕੇ ਜਦੋਂ ਮਹਾਰਾਜ ਗੱਲ ਕਰਦੇ ਹਨ, ਜਦੋਂ ਕਿ ਪ੍ਰਮਾਤਮਾ ਨਾਲ ਮਿਲਾਪ ਹੋ ਜਾਣਾ, ਤੇ I'm going to read some lines from that, ਮੈਨੂੰ ਖਿਆਲ ਆਇਆ ਇਸ ਗੱਲ ਦਾ, ਤੇ ਮੈਂ I'm going to read some lines from the 20th ਅਸ਼ਪਦੀ and share with you। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੁਖਮਨੀ ਦੀ ਜਿਹੜੀ ਆਪਣੀ ਅੰਦਰਲੀ ਜਿਹੜੀ ਇੱਕ ਸਪਿਰਿਚੁਅਲ ਜਿਹੜੀ ਜਰਨੀ ਜਿਹੜੀ ਹੈ, ਹਾਂਜੀ, ਅੰਦਰਲੀ ਜਰਨੀ ਜਿਹੜੀ ਸੁਖਮਨੀ ਦੀ ਅੰਦਰਲੀ ਸਪਿਰਿਚੁਅਲ ਜਰਨੀ ਹੈ, 20th ਅਸ਼ਪਦੀ ਵਿੱਚ ਜਿਹੜਾ ਥਾਟ ਪ੍ਰੋਸੈਸ ਹੈ, ਉਹ ਇਸ ਅਸ਼ਪਦੀ ਨਾਲੋਂ ਬਹੁਤ ਵੱਖਰਾ ਹੈ। ਉਹਦਾ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਮਾਤਮਾ ਨੂੰ ਪਹੁੰਚਣ ਤੱਕ ਦੀ, ਹਾਂਜੀ।
इथे बार बार चेता करा जा रहे देख परमात्मा ने की कुछ तेन दिता है कि किहड़ियां चीजां तेरे वास्ते प्रबंध करके रखियां तू उसनू भुल ना तू हमेशा याद कर उसनू ते 20th अष्टपदी विच उत्थे गल बदल जाती है उत्थे है कि उत्थे परमात्मा की प्राप्ति दा है उत्थे है फिरत फिरत प्रभ आया परया तो सरनाई नानक की प्रभ बेनती अपनी भगती लाए उत्थे विच भगती नू ला लिता उन्होंने ते उत्थे जाके मैं एक आंदी है उत्थे गल जाके अगे जाके इसी अष्टपदी विच कि ओ परमात्मा फिर मे बी इस अष्टपदी नहीं जाके अगे अष्टपदी जल आंदी है मैं गावांगा कि इथे आने जे प्रसाद 36 अमृत खाए उत्थे गल आंदी है कि ओ मैनू भुले किस तरह हो परमात्मा सो क्यों बिसरा तो क्यों बिसरे चिकाल ना पाने हुण ओ गल थैंक यू सिमरत दीदी इथे जे प्रसाद वाली अवस्था हो रहा है सो क्यों विसरे वाली अवस्था हो रहा है उत्थे अवस्था बिल्कुल डिफरेंट है उत्थे गल ही हो रहा है उत्थे इत्थे गल है कि तू याद कर तेनू दित्तियां चीजां उत्थे उत्थे है कि मैनू भुले किस तरह हो उत्थे भुलदा ही नहीं मैनू मैं भुलाना चाहवां भी तां भी नहीं भुलदा हो मैनू मेरे अंदर है अंदर हर चीज चो मैं उहदी एक्सपीरियंस कर सकदा हर कायनात दे छोटे छोटे निक्के चो उस परमात्मा दे दर्शन होंदे हैं सो क्यों बिसरे जे घालना ओ जिहड़ियां उहदियां घालना ओ मैनू क्यों विसर जाए होगा सवाल ही पैदा नहीं होता विसर जाए भाव हमेशा रहंदा मेरे नाल फर्क है और जिस तरह अष्टपदियां तो जावांगे जदों अष्टपदियां अगे चलणगियां सुखमनी साहिब दियां नोटिस करोगे अष्टपदियां विच ਇਹ स्पिरिचुअल जर्नी दियां एक पिरामिड जिस तरह है हुणे ये उत्ते सुरत जिहड़ी उच्च लेवल दे जिग्यासू वास्ते है ते प्यारा सिंह पदम एक बहुत अच्छे राइटर होए हैं बहुत किताबां सोहणियां लिखियां उन्होंने एक बुक लिखी उन्होंने जो टाइम मिले तुसीं जरूर पढ़ना सुखमनी दर्शन किताब का नाम है प्यारा सिंह पदम की लिखी हुई बुक है कोई बहुत मोटी बुक नहीं है इट्स अबाउट मे बी 100-150 पेज की बुक होनी है पर्पल कवर है उस बुक का जे कदी तुहानू मौका मिले जरूर पढ़ियो ते उस बुक विच भाई साहब लिखते हैं कहते हैं कि सुखमनी दे दर्शन करने वाले नू एक गल जिहड़े ध्यान नाल सुखमनी दे दर्शन करदा है इस तरह महसूस होंदा है जिस तरह 16वीं ते 17वीं अष्टपदी तो बाद ऑथर ही बदल गया है लेखक ही बदल गया है ते 16-17 तो बाद 19वीं-20 तक जदों पहुंचदे हैं ते लेखक फिर दोबारा बदल जाता है भाव उच्च कोटि ते जिग्यासू ते उत्ते फोकस रहना हो अष्टपदी इस वास्ते जिथे ए अष्टपदी दे मीनिंग जिहड़े हैं अपैरेंट हैं थोड़े पढ़ के आम बंदे नू समझ आ सकदे ने आसानी नाल लेकिन 20वीं अष्टपदी दे 21वीं दे खास करके 22वें दे 23वें दे होर भी मुश्किल है उतने अपैरेंट नहीं है मीनिंग उते 23rd या 21st अष्टपदी दी तुसी मैं अगर गल छेड़ा होने ते ओ तुहानू इतनी ए नहीं है कि एक सेकंड पढ़ोगे तो समझ आ जाएगी सारी गल यू हैव टू वर्क ऑन इट यू हैव टू अंडरस्टैंड उच्च कोटि ते जिग्यासू वास्ते लिखी गई हैं ओ अष्टपदियां इत्थे गल हो रहा है इत्थे हाले तुहाडे मन नू होड़दे पए है 20वीं अष्टपदी विच सो क्यों बिसरे है ओ भुल सकदा ही नहीं कदी इत्थे भुलण हार आ इस वास्ते बार-बार चेते करांदे हन जे प्रसार the नाम दोबारा दस दें दियो प्लीज I'm sorry बुक दा नाम दोबारा दस दें दियो ऑथर दा नाम प्यारा सिंह पदम थैंक यू प्यारा सिंह पदम ऑथर दा नाम है और बुक दा नाम है सुखमनी दर्शन और बहुत खूबसूरत ढंग नाल सुखमनी साहिब दी उन्होंने एक ऐसे लिखे हैं बड़े और बहुत उच्च कोटि दे आप लेखक सन बड़े मैं आई विश मैं भाई साहब दे दर्शन कीते होंदे कदी उन्हां दे मैं उन्हां दी फोटो देखी हुई है खाली दर्शन नहीं कीते ही पास्ड अवे इन द अर्ली 1990s विच क्लास विच कोई है सी एक बारी आया सी कोई क्लास विच KCF जिन्हां ने दर्शन कीते ने उन्हां दे उन्हां दियां होर भी बहुत इंपॉर्टेंट बुक्स हैं जिहड़ियां गुरु ग्रंथ साहिब कोश है गुरु ग्रंथ साहिब विचार कोश है उन्हां दी बुक पढ़न वाले जिहड़े पढ़दे हैं जिहड़े बड़ा सीखिया मैं आप मेरी अपनी स्पिरिचुअल जर्नी विच भाई साहब को बहुत सीखिया मैं और उन्हां दा देनहार वड्डा हां मैं उन्हां नूं जानदा नहीं ना उहदे परिवार नूं जानदा हां बड़े साल पढ़ाया है उन्होंने पटियाले पढ़ाया है यूनिवर्सिटी विच केड़ी यूनिवर्सिटी है
ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜਾਇਆ ਹੈ ਉਹਨਾਂ ਨੇ, ਤੇ ਉਹਨਾਂ ਦੀ ਲਿਖੀ ਹੋਈ ਬੁੱਕ ਹੈ। ਉਹਨਾਂ ਦੀਆਂ ਬੜੀਆਂ ਕਿਤਾਬਾਂ ਲਿਖੀਆਂ ਹੋਈਆਂ ਹਨ, ਉਹਨਾਂ ਵਿੱਚੋਂ ਇਹ ਸੁਖਮਨੀ ਦਰਸ਼ਨ ਉਹਨਾਂ ਦੀ ਲਿਖੀ ਹੋਈ ਬੁੱਕ ਹੈ। ਹਾਂਜੀ, I'll stop for a second if somebody else has a question. Veerji, can you explain live lavahoo? What exactly does that mean? Live मतलब किसी बारे live ਲੱਗ ਜਾਣੀ, ਮਤਲਬ ਤੂੰ ਕਹਿੰਦੇ ਨਾ ਤੁਹਾਡੀ ਕਿਤੇ ਨਾਲ live ਲੱਗ ਗਈ, ਮਤਲਬ ਤੁਸੀਂ ਲੌਂਗ ਟਰਮ ਵਾਸਤੇ ਉਹਦੇ ਨਾਲ ਪਿਆਰ ਕਰਨਾ ਸ਼ੁਰੂ ਕਰਤਾ, ਲੌਂਗ ਟਰਮ ਵਾਸਤੇ ਤੁਹਾਡੀ ਕਨਸੈਂਟਰੇਸ਼ਨ ਉਧਰ ਹੋ ਗਈ, ਉਹਨੂੰ ਕਹਿੰਦੇ ਨੇ ਲਿਵ ਲੱਗ ਜਾਣੀ ਹੈ, ਲਿਵ ਲੱਗ ਗਈ ਉਹਦੀ। ਹਾਂਜੀ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭ ਊਚੇ, ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ। ਤੇ ਜਿਹਦੀ ਕਿਰਪਾ ਨਾਲ ਇਹ ਦੁਰਲਭ ਦੇ ਮਨੁੱਖਾ ਦੇ ਤੈਨੂੰ ਮਿਲੀ ਹੈ, ਜਿਹਦੇ ਨਾਲ ਤੂੰ ਪ੍ਰਮਾਤਮਾ ਨੂੰ ਯਾਦ ਕਰ ਸਕਦਾ ਹੈ, ਤੇ ਇਹ ਆਪਣੇ ਇੰਪੋਰਟੈਂਟ ਜਿਹੜੀਆਂ ਘੜੀਆਂ ਤੈਨੂੰ ਮਿਲਦੀਆਂ ਨੇ ਇਸ ਪ੍ਰਮਾਤਮਾ ਦੀ ਭਗਤੀ ਦੇ ਉੱਤੇ ਲਾ ਤੂੰ, ਤੇ ਉਸ ਨੂੰ ਯਾਦ ਕਰ, ਜਿਸ ਨੂੰ ਯਾਦ ਕਰਦਿਆਂ ਤੈਨੂੰ ਜ਼ਿੰਦਗੀ ਦੇ ਹਰ ਸੁੱਖ ਪ੍ਰਾਪਤ ਹੋਣਗੇ। ਤੇ ਇਹ ਚੀਜ਼ਾਂ ਦਰਸਾ ਕੇ ਮਹਾਰਾਜ ਗੁਰਿੰਦੇ ਮਹਾਰਾਜ ਇਹ ਚੀਜ਼ਾਂ ਰੋਜ਼ਮਰ ਦੀਆਂ ਚੀਜ਼ਾਂ ਦਿਖਾ ਕੇ ਤੁਹਾਨੂੰ ਉਸ ਦਾਤੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ, ਉਹ ਦਾਤਾ ਵਿੱਚੋਂ। ਤੇ ਅੱਗੇ ਜਾ ਕੇ ਐਜ਼ ਆਈ ਸੈਡ ਅੱਗੇ ਜਾ ਕੇ ਗੱਲ ਸਪੈਸ਼ਲੀ ਇਨ ਸਟੈਂਜ਼ਾ ਨੰਬਰ 5 ਵਿੱਚ ਕਿ ਜੇ ਪ੍ਰਸਾਦ करे पुन बहु दान मन 8 पहर तर तिसका ध्यान, जे प्रसाद तू आचार बिहारी तिस प्रभ को साथ साथ चितारी, जे प्रसाद तेरा सुंदर रूप सो प्रभ सिमरो। ते कदी मन च आया ही नहीं सी कि यार मेरे मन च थोड़ी निम्रता है मेरे च होरां नालों, maybe I am little bit more humble than others, maybe I have a little more tendency to show grace to others, ਤੇ ਇਹ ਅਗਰ ਕੁਆਲਿਟੀਜ਼ ਆ ਗਈਆਂ ਤੁਹਾਡੇ ਥੋੜੀਆਂ ਬਹੁਤ, ਇਸ ਦਾ ਵੀ ਸ਼ੁਕਰੀਆ ਤੂੰ ਪ੍ਰਮਾਤਮਾ ਨੂੰ ਕਰ, ਉਸ ਦਾਤ ਵਿੱਚੋਂ ਵੀ ਪ੍ਰਮਾਤਮਾ ਨੂੰ ਯਾਦ ਕਰ। ਇਹ ਹੁਣ ਉੱਪਰਲੀ ਅਵਸਥਾ ਦੀਆਂ ਗੱਲਾਂ ਹਨ ਜਿਹੜੀਆਂ ਚੌਥੇ ਤੇ ਪੰਜਵੇਂ ਛੇਵੇਂ ਸਟੈਂਜ਼ੇ ਵਿੱਚ ਗੱਲ ਕਰਨਗੇ ਹੁਣ ਜਾ ਕੇ, ਵੀ ਜਿਹੜੀਆਂ ਚੰਗੀਆਂ ਕੁਆਲਿਟੀਜ਼ ਤੇਰੇ ਅੰਦਰ ਆਈਆਂ ਹਨ, ਜੇ ਤੂੰ ਸਮਝਦਾ ਆ ਗਈਆਂ ਤੇਰੇ ਅੰਦਰ, ਜੇ ਤੈਨੂੰ ਜਪਜੀ ਦੀ ਸਮਝ ਆ ਗਈ ਹੈ ਤੈਨੂੰ, ਜੇ ਤੂੰ ਇਤਨਾ ਵਡਭਾਗੀ ਹੈ ਕਿ ਤੂੰ ਕਿਸ ਨੂੰ ਸਮਝਾ ਸਕੇ ਜਪਜੀ ਦੀ 38 ਪੌੜੀਆਂ ਜਾਂ ਪਹਿਲੀ 5 ਪੌੜੀਆਂ ਦਾ ਸਾਰ ਤੈਨੂੰ ਸਮਝ ਆ ਗਿਆ ਹੈ ਤੈਨੂੰ, ਤੇ ਇਹ ਉਹਦੀ ਕਿਰਪਾ ਨਾਲ ਆਇਆ ਹੈ, ਉਸਨੂੰ ਉਹਦਾ ਵੀ ਉਹਦੇ ਚੋਂ ਥੈਂਕ ਯੂ ਕਰ ਉਸਦਾ। ਹਾਂਜੀ, ਤੇ ਉਹਨਾਂ ਗੱਲਾਂ ਦੇ ਉੱਤੇ ਇਸ ਅਸ਼ਪਦੀ ਚ ਫੋਕਸ ਕਰਾਂਗੇ ਤੇ ਸਮਝਾਣਗੇ। ਹਾਂਜੀ, ਤੇ it's 11:20 now my time, I think its time is up now. I'm going to wait for a few questions and then I'm not going to do the 4th stanza today, we'll do it the next time, but I'll wait for comments or questions or something, and then mere dimag ch bilkul chali gayi gal, maine at the end mainu yaad aaya ki I had promised I will discuss the 14 qualities of a speaker and a listener. main agli wari jado Wednesday class which I will bring my notes and I will share that with everybody. I completely slipped my mind, so ਸੁਰਿੰਦਰ ਜੀ ਪਰਮਾਤਮਾ ਦੀ ਦਰਗਾਹ ਦੱਸੋਗੇ? ਹਾਂਜੀ, ਪਰਮਾਤਮਾ ਦੀ ਦਰਗਾਹ ਕੀ ਹੈ? ਸੋਦਰ ਦੀਆਂ ਪੌੜੀਆਂ ਵੀ ਡਿਫਾਈਨ ਕੀਤਾ ਉਸ ਦਰਗਾਹ ਨੂੰ। ਸੋਦਰ ਦੀਆਂ ਪੌੜੀਆਂ ਪੜੋ ਤੇ ਉਹਦੇ ਵਿੱਚ ਬੜੀ ਕਲੀਅਰ ਡੈਫੀਨੇਸ਼ਨ ਹੈ। ਉਧਰ ਤੇ ਰੱਖੇ ਹੈ ਸੋ ਕਰਕੇ ਉਹਨਾਂ ਉਹਦੇ ਵਿੱਚ ਸੋਦਰ ਦੀਆਂ, just to let you know ਕਿ ਸੋਦਰ ਦੀ ਬਾਣੀ is the probably the only ਬਾਣੀ ਜਿਹੜੀ ਕਿ 3 ਵਾਰੀ ਰਿਪੀਟ ਹੋਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਬੜੀਆਂ ਘੱਟ ਬਾਣੀਆਂ ਹਨ, ਬੜੀਆਂ ਘੱਟ ਸਟੈਂਜ਼ਾਸ ਹਨ ਜਿਹੜੇ ਕਿ 2 ਵਾਰੀ ਰਿਪੀਟ ਹੋਏ ਹਨ, ਲੇਕਿਨ ਬਹੁਤ ਘੱਟ, ਸ਼ਾਇਦ ਇੱਕੋ ਹੀ ਹੈ ਜਿਹੜੀ 3 ਵਾਰੀ ਰਿਪੀਟ ਕੀਤੀ ਨੇ ਜਦੋਂ ਗੱਲ। ਤੇ ਉਹਨਾਂ ਪੌੜੀਆਂ ਵਿੱਚ ਉਸ ਪ੍ਰਮਾਤਮਾ ਦੇ ਦਰ ਦੇ ਦਰਸ਼ਨ ਕਰਵਾਏ ਹਨ, ਆਪ ਦਰਸ਼ਨ ਕੀਤੇ ਹਨ ਉਹਨਾਂ ਨੇ, ਉਸ ਪ੍ਰਮਾਤਮਾ ਦੇ ਦਰ ਦੇ ਦਰਸ਼ਨ ਕਰਵਾਏ ਹਨ, ਤੇ ਦਰਸ਼ਨ ਕਰਵਾਉਂਦੀਆਂ ਹੋਈਆਂ ਪੂਰੀ ਕਾਇਨਾਤ ਉਹਨਾਂ ਨੂੰ ਉਸ ਪ੍ਰਮਾਤਮਾ ਦੇ ਗੁਣ ਗਾਇਨ ਕਰਦੀ ਹੋਈ ਨਜ਼ਰ ਆਈ। ਉਹਨਾਂ ਨੂੰ ਨਜ਼ਰ ਆਈ ਹੈ, ਪੱਤੇ ਪੱਤੇ ਚੋਂ ਸਾਰੇ ਗਾਮਾ ਉਹਨਾਂ ਨੂੰ ਸਾਰੇ ਨੋਟਸ ਨਜ਼ਰ ਆਏ ਹੋਣੇ। ਉਹਨਾਂ ਨੂੰ ਹਰ ਚੀਜ਼ ਪ੍ਰਮਾਤਮਾ ਦੀ ਬਣਾਈ ਹੋਈ ਉਹਦੇ ਗੁਣ ਗਾਇਨ ਕਰਦੀ ਨਜ਼ਰ ਆਈ ਹੈ। ਪ੍ਰਕਿਰਤੀ ਦੇ ਹਰ ਰੂਪ ਵਿੱਚ ਉਹ ਗੁਣ ਗਾਇਨ ਉਹਦੇ ਨਜ਼ਰ ਆਏ ਹਨ ਉਹਨਾਂ ਨੂੰ। ਸਾਨੂੰ ਨਜ਼ਰ ਨਹੀਂ ਆਏ, ਦੈਟਸ ਅ ਸੈਪਰੇਟ ਇਸ਼ੂ। ਅਸੀਂ ਦੇਖਦੇ ਹਾਂ ਪਹਾੜਾਂ ਨਦੀਆਂ ਨੂੰ ਸਾਨੂੰ ਨਜ਼ਰ ਨਹੀਂ ਆਉਂਦੇ। ਇੱਥੇ ਤੱਕ ਸੋਦਰ ਦੀਆਂ ਪੌੜੀਆਂ 'ਚ ਲਿਖਿਆ ਹੋਇਆ ਹੈ ਕਿ ਹੋਰ ਤੁਧ ਨੂੰ ਗਾਵਣ ਸੋ, ਹੋਰ ਤੈਨੂੰ ਕਿਤਨੇ ਗਾਣੇ, ਮੈਨੂੰ ਕਿਹੜੇ ਯਾਦ ਆਉਂਦੇ ਨੇ ਸਾਰੇ।
जितने जितने मैं देख सकदा है परमात्मा तेरे गुण गायन करदे आ ਉਹ ਬਿਆਨ ਕੀਤੇ ਹਨ ਪਰ ਹੋਰ ਕਿਤਨੇ ਹਨ ਜਿਹੜੇ ਤੇਰੇ ਗੁਣ ਗਾਇਨ ਕਰਦੇ ਹਨ ਤੇਰੇ ਹੋਰ ਕਿਤਨੇ ਹੋਣਗੇ ਕਰੋੜਾਂ ਅਰਬਾਂ ਤੇ ਸੋਦਰ ਦੀ just to let you know ਕਿ ਸਵੇਰੇ ਜਦੋਂ ਆਸਾ ਕੀ ਵਾਰ ਦੇ I mean ਸ਼ਾਮੀ ਰਹਿਰਾਸ ਦੇ ਟਾਈਮ ਹੁਣ ਵੀ ਗੁਰਮਰਿਆਦਾ ਹੈ ਪੁਰਾਤਨ ਵੱਡੇ ਗੁਰਦੁਆਰਿਆਂ ਵਿੱਚ ਦਰਬਾਰ ਸਾਹਿਬ ਸੀਸਗੰਜ ਸਾਹਿਬ ਬੰਗਲਾ ਸਾਹਿਬ ਅਨੰਦਪੁਰ ਸਾਹਿਬ ਵੱਡੇ ਤਖਤਾਂ ਤੇ ਵੱਡੇ ਗੁਰਦੁਆਰਿਆਂ ਤੇ ਰਹਿਰਾਸ ਤੇ ਪੜਨ ਦੇ ਟਾਈਮ ਸੋਦਰ ਦੀਆਂ ਇਹ ਪੌੜੀਆਂ ਅਸੀਂ ਗਾ ਕੇ ਅਸੀਂ ਗਾਉਂਦੇ ਆ ਇਹਨਾਂ ਪੌੜੀਆਂ ਨੂੰ ਹਾਂਜੀ ਅਸੀਂ we don't recite them we sing them and the reason we sing them is ਕਿਉਂਕਿ ਪੂਰੇ ਸੋਦਰ ਦੀ ਬਾਣੀ ਦਾ ਪੂਰਾ ਫੋਕਸ ਗਾਣ ਦੇ ਉੱਤੇ ਹੈ ਹਰ ਚੀਜ਼ ਗਾਉਂਦੀ ਨਜ਼ਰ ਆਈ ਉਹਨਾਂ ਨੂੰ ਇਸ ਵਾਸਤੇ ਹੁਣ ਤੱਕ ਮਰਿਆਦਾ ਹੈ ਕਿ ਸੋਦਰ ਦੀਆਂ ਉਹਨਾਂ ਪੌੜੀਆਂ ਨੂੰ ਰਹਿਰਾਸ ਤੋਂ ਪਹਿਲੇ ਗਾਇਆ ਜਾਂਦਾ ਹੈ ਇੱਕ ਹੋਰ ਗੱਲ ਸਿੰਸ ਸੁਮੀਤ ਦੀ brought it up ਦੋ ਸੋਦਰ ਦੀ ਇਹ ਬਾਣੀ ਰਾਗ ਆਸਾ ਵਿੱਚ ਰਚਿਤ ਹੈ ਤੇ ਆਸਾ ਦੀ ਇੱਕ ਬਹੁਤ ਖੂਬਸੂਰਤੀ ਹੈ ਕਿ ਆਸਾ ਸਵੇਰੇ ਵੀ ਗਾਈ ਜਾਂਦੀ ਹੈ ਜਦੋਂ ਸੂਰਜ ਨਿਕਲਣ ਤੋਂ ਪਹਿਲੇ ਗਾਣ ਦਾ ਟਾਈਮ ਡਾਨ ਹੈ ਐਕਚੁਅਲੀ ਤੇ ਜਦੋਂ ਸੂਰਜ ਢਲਦਾ ਹੈ ਜਦੋਂ ਸੂਰਜ ਜਦੋਂ ਅਸਤ ਹੁੰਦਾ ਹੈ ਜਦੋਂ ਤੇ ਉਹ ਅਸਤ ਵੇਲੇ ਵੀ ਆਸਾ ਗਾਣ ਦਾ ਹੁਕਮ ਹੈ ਇਹ ਸਵੇਰੇ ਵੀ ਆਸਾ ਗਾਣੀ ਹੈ ਉਸ ਵੇਲੇ ਵੀ ਇੱਕ ਹੋਪ ਹੈ ਇੱਕ ਹੈ ਦਿਨ ਠੀਕ ਜਾਏਗਾ ਤੇ ਰਾਤ ਵੀ ਆਸਾ ਗਾਣੀ ਹੈ ਸ਼ਾਮੀ ਅਗਲਾ ਵੀ ਸਵੇਰੇ ਫਿਰ ਆਸਾ ਵਿੱਚ ਹੈ ਅਗਲੀ ਆਸਾ ਵਿੱਚ ਕੀ ਸਵੇਰੇ ਫਿਰ ਸਵੇਰ ਹੋਏਗੀ ਉਹ ਪੌੜੀਆਂ ਸੋਦਰ ਦੀਆਂ ਉਹ ਵੀ ਆਸਾ ਵਿੱਚ ਗਾਉਂਦੇ ਆ ਅਸੀਂ ਔਰ ਹੁਣ ਤੱਕ ਆਸਾ ਚ ਗਾਉਂਦੇ ਆਂਦੇ ਆ ਤੇ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਵੀ ਸੋਦਰ ਆਰਤੀ ਗਾਵੀਏ ਦੀ ਕਰਤਾਰਪੁਰ ਵੀ ਸੋਦਰ ਦੀ ਚੌਕੀ ਲੱਗਦੀ ਸੀ ਉਸ ਵੇਲੇ ਵੀ ਤੇ ਸੋਦਰ ਦੀ ਚੌਕੀ ਹੁਣ ਵੀ ਵੱਡੇ ਗੁਰਦੁਆਰਿਆਂ ਵਿੱਚ ਹੁਣ ਵੀ ਬੰਗਲਾ ਸਾਹਿਬ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵੱਡੇ ਗੁਰਦੁਆਰਾ ਤਖਤਾਂ ਤੇ ਹੁਣ ਵੀ ਸ਼ਾਮੀ ਸੋਦਰ ਦੀ ਚੌਕੀ ਗਾਈ ਜਾਂਦੀ ਹੈ ਤੇ ਸੋਦਰ ਦੀ ਚੌਕੀ ਗਾਣ ਤੋਂ ਬਾਅਦ ਫਿਰ ਰਹਿਰਾਸ ਸ਼ੁਰੂ ਹੁੰਦੀ ਹੈ ਹਾਂਜੀ ਤੇ ਰਹਿਰਾਸ ਤੋਂ ਬਾਅਦ ਫਿਰ ਇਹ ਇੱਕ ਪੁਰਾਤਨ ਮਰਿਆਦਾ ਹੈ ਕਿ ਰਹਿਰਾਸ ਖਤਮ ਹੋਣ ਤੋਂ ਬਾਅਦ ਧਨਾਸਰੀ ਦੀ ਚੌਕੀ ਲੱਗਦੀ ਹੈ ਉਹਦੇ ਵਿੱਚ ਆਰਤੀ ਗਾਉਂਦੇ ਹਾਂ ਅਸੀਂ ਇਹ ਇੱਕ ਪੁਰਾਤਨ ਮਰਿਆਦਾ ਗੁਰੂ ਘਰ ਦੀ ਰਹੀ ਹੈ ਔਰ ਉਸ ਆਰਤੀ ਦੀ ਚੌਕੀ ਤੋਂ ਬਾਅਦ ਹੁਣ ਤੁਸੀਂ ਕੀਰਤਨ ਦੀ ਗੱਲ ਛੇੜ ਦਿੱਤੀ ਆਰਤੀ ਦੀ ਚੌਕੀ ਤੋਂ ਬਾਅਦ ਕਲਿਆਣ ਦੀ ਚੌਕੀ ਲੱਗਦੀ ਹੈ ਕਲਿਆਣ ਗਾਣ ਦਾ ਹੁਕਮ ਹੈ ਇਹ ਇੱਕ ਪੁਰਾਤਨ ਨਿਯਮ ਭਾਈ ਮਣੀ ਸਿੰਘਰਾਂ ਨੇ ਉਸ ਟਾਈਮ ਤੋਂ ਨਿਯਮ ਬੱਧੇ ਹੋਏ ਹਨ ਸਾਰੇ ਤੇ ਸੋਦਰ ਦੀਆਂ ਉਹਨਾਂ ਚੌਕੀਆਂ ਸੋਦਰ ਦੀ ਉਹਨਾਂ ਲਾਈਨਾਂ ਵਿੱਚ ਪ੍ਰਮਾਤਮਾ ਦੇ ਦਰ ਦੇ ਦਰਸ਼ਨ ਕਰਾਏ ਹਨ ਉਹਨਾਂ ਨੇ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਤੋਂ ਸ਼ੁਰੂ ਹੁੰਦੀ ਹੈ ਉਹ ਚੌਕੀ ਤੇ ਉਹ ਕੀਰਤਨ ਚੌਕੀ ਵਿੱਚ ਅਸੀਂ ਗਾਉਂਦੇ ਇਸੇ ਵਾਸਤੇ ਰੋਜ਼ ਗਾਉਂਦੇ ਹਾਂ ਉਸ ਨੂੰ ਅਸੀਂ ਤੋਂ ਯਾਦ ਕਰਦੇ ਹਾਂ ਉਹਨਾਂ ਗੁਰੂ ਨਾਨਕ ਦੇਵ ਜੀ ਦੇ ਉਸ ਜਿਨ੍ਹਾਂ ਨੇ ਉਸ ਦਰ ਦੇ ਤੇ ਦਰ ਕਹਿੰਦੇ ਹਨ ਅਗਰ ਕਮਰੇ ਦੇ ਅਗਰ ਕਮਰਾ ਅੰਦਰ ਹੋਵੇ ਤੇ ਬਾਹਰ ਡੇੜੀ ਜਿਹੜੀ ਹੁੰਦੀ ਹੈ ਅਗਰ ਬਾਹਰ ਖੜਾ ਹੋ ਜਾਵੇ ਤੇ ਅੰਦਰ ਜਾਏ ਨਾ ਕਮਰੇ ਲੇਕਿਨ ਅੰਦਰ ਦਾ ਨਜ਼ਾਰਾ ਪੂਰਾ ਨਜ਼ਰ ਆ ਜਾਵੇ ਤਾਂ ਕਹਿੰਦੇ ਨੇ ਦਰ ਤੇ ਖੜਾ ਹੋਇਆ ਹੈ ਉਹ ਦਰ ਹੈ ਉਸ ਦਰ ਨੇ ਉਹਨਾਂ ਨੇ ਦੇਖਿਆ ਉਹਨਾਂ ਦਾ ਦਰ ਉਹਨਾਂ ਨੂੰ ਜੋ ਐਕਸਪੀਰੀਅੰਸ ਹੋਇਆ ਉਹਨਾਂ ਨੇ ਸੋਦਰ ਦੀਆਂ ਉਹਨਾਂ ਪੌੜੀਆਂ ਚ ਲਿਖਿਆ ਕਦੀ ਟਾਈਮ ਮਿਲਿਆ ਤੇ ਉਹਨਾਂ ਸੋਦਰ ਦੀ ਪੌੜੀਆਂ ਦੀ ਵੀ ਇੱਕ ਵਾਰੀ ਕਲਾਸ ਡਿਸਕਸ਼ਨ ਕਰਾਂਗੇ ਹਾਂਜੀ ਬਿਊਟੀਫੁਲ ਥੈਂਕ ਯੂ ਹਾਂਜੀ ਜੀ ਇੱਕ ਵਾਰੀ ਭਾਈ ਕੁਲਤਾਰ ਜੀ ਸ਼ਬਦ ਪੜ੍ਹ ਰਹੇ ਸੀ ਕਥਾ ਕਰ ਰਹੇ ਸੀ ਤੇ ਉਹਨਾਂ ਨੇ ਗੱਲ ਕੀ ਬਈ ਤੁਸੀਂ ਬੜੀ ਕਿਸਮਤ ਵਾਲੇ ਹੋ ਜਿਹੜੇ ਤੁਸੀਂ ਬਾਣੀ ਸੁਣ ਰਹੇ ਹੋ ਤੁਹਾਡੇ ਤੁਹਾਨੂੰ ਖੁਸ਼ੀ ਨਾਲ ਬਾਣੀ ਸੁਣਨ ਦਾ ਵੀ ਇਹ ਵੱਡੀ ਕਿਸਮਤ ਦੀ ਗੱਲ ਹੈ ਇਹ ਵੀ ਉਸੇ ਪ੍ਰਮਾਤਮਾ ਦੀ ਦੇਣ ਹੈ ਬਿਲਕੁਲ ਤੁਸੀਂ ਬਾਣੀ ਸੁਣ ਲਿਓ ਤੁਸੀਂ ਹੁੰਦਾ ਕੋਈ ਚੰਗੀ ਲੱਗਦੀ ਕੋਈ ਲਾਈਨ ਤੇ ਉਹਨੂੰ ਲੱਗਦਾ ਵੀ ਸ਼ੇਅਰ ਕਰੀਏ ਕਿਸੇ ਨਾਲ ਬਿਲਕੁਲ you can 9 out of 10 people are not interested okay you're right Virji unfortunately yeah ਤਾਂ ਅੱਗੇ ਜਾ ਕੇ ਵਰਡ ਆਣਗੇ ਜੇ ਪ੍ਰਸਾਦ ਕਰਨ ਸੁਨੇ ਨਾਦ ਆਇਨ ਵਰਡ ਇੱਥੇ ਇਸ ਅਸ਼ਪਦੀ ਵਿੱਚ ਹੀ ਆਏ ਸੋ ਅਗਰ ਉਸ ਪ੍ਰਮਾਤਮਾ ਦੀ ਕੀਰਤੀ ਸੁਣਦੇ ਹੋ ਤੇ ਇਹ ਵੀ ਉਸ ਦੀ ਦੇਣ ਹੈ ਬਹੁਤ ਵੱਡੀ ਔਰ ਜਿਹੜੇ ਤੁਹਾਡੇ ਕੰਨਾਂ ਨੂੰ ਉਹ ਨਾਚ ਸੁਣ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਇੱਕ ਆਨੰਦ ਦੀ ਫੀਲਿੰਗ ਆਉਂਦੀ ਹੈ ਜਦੋਂ ਆਸਾ ਨੂੰ ਸੁਣਦੇ ਹੋ ਦੇਵਗੰਧਾਰੀ ਨੂੰ ਸੁਣਦੇ ਹੋ ਸ਼੍ਰੀ ਨੂੰ ਸੁਣਦੇ ਹੋ ਇਹ ਵੀ ਉਸ ਦੀ ਦੇਣ ਹੈ ਕਈਆਂ ਨੂੰ ਨਹੀਂ ਖੁਸ਼ੀ ਮਿਲ ਪਾਉਂਦੀ ਉਸ ਤੋਂ ਕਈਆਂ ਨੂੰ ਉਹੀ ਗੱਲ ਸੁਣ ਕੇ ਉਹ ਇੰਪ੍ਰੈਸ ਨਹੀਂ ਹੋ ਪਾਉਂਦੇ ਕਈ ਦੂਸਰੇ ਇੰਪ੍ਰੈਸ ਹੋ ਜਾਂਦੇ ਹਨ ਇਹ ਵੀ ਉਸ ਦੀ ਦੇਣ ਹੈ
सब उसकी देन है ਉਹਦੇ ਵਿੱਚੋਂ ਦੇਖੇ ਇसी ਵਾਸਤੇ ਇਸ ਅਸ਼ਪਦੀ ਵਿੱਚ ਹਰ ਚੀਜ਼ਾਂ ਮੈਂਸ਼ਨ ਕਰਨਗੇ ਇਹ ਅਸ਼ਪਦੀ ਵਿੱਚ ਸਾਰੀਆਂ ਚੀਜ਼ਾਂ ਦਾ ਰੂਪੇਣ ਹੈ ਸਾਰੀਆਂ ਚੀਜ਼ਾਂ ਦਾ ਇਹਦੇ ਵਿੱਚ ਹਾਂਜੀ thank you Viji for sharing that anybody else wants to say something I have 2 minutes exactly left it's 11:28 on my computer clock and 11:30 te I want to end late nahi karna si Vijay, I just want to make a comment or share something personal. Or my English bolangi, it will be easier. With what's going on right now, I shared my apni sari family no give them a homework. तो उन्होंने 3 questions answer करने सी. How has this changed you? What we are going through? What do you miss most? What will you do when this is over? तो जो बच्चा ने ऐसे पेपर तो नहीं लिखा, but they replied not one word answer, but good answers. If I have to sum up their paper in 3 words, it was thankful, gratitude, and happiness in small things. So try it with your family. Thank you, Didi, for sharing that. Yeah, no, it's they did it. I was proud of that. Yeah, thank you. Thank you for sharing that. Yeah, gratitude. दूसरे दे करनी नु जानना किसी दी दूसरे दू करनी नु थैंक यू करना ये किस्मत वाले कर सकते हैं सारे नहीं कर सकते you know ये जिदे होते उस मेरे मालिक दी कृपा होवे वो करता है इसके होते फोकस so yeah Anji, if nobody has any questions we will end the today's session then we will see everybody Wednesday and then Wednesday hopefully I'll have to remind me कि मैं और ਜਿਹੜੇ 14 ਗੁਣ ਜਿਹੜੇ ਬਖਤੇ ਤੇ ਕਿਸ ਮੈਂ ਕਰਾਂਗਾ ਗੁਰੂ ਹਰਗੋਬਿੰਦ ਮਹਾਰਾਜ ਦੀ ਟਾਈਮ ਦੀ ਸਾਖੀ ਹੈ ਉਹ I will share that and after that then I will continue with Avali Sukhmani the Ashpadi which and then once this Ashpadi is ending or towards the end then we will pick up another historical topic also ਮੈਨੂੰ ਬੜੀਆਂ suggestions ਆਈਆਂ ਹਨ and ਉਹਨਾਂ ਵਿੱਚੋਂ ਇੱਕ ਚੁਣਾਂਗਾ ਜਾਂ ਤੁਹਾਨੂੰ ਕੋਈ suggestion ਹੈ ਤੁਸੀਂ ਵੀ ਦੇ ਦੇਣਾ and we will pick up an historical topic and we will talk about that also. Thank you Vijay. Thank you.